41वां श्लोक पंजवीं पातशाही दे जिहड़े 1357 अंग दे उत्ते हैगे। इधर मैं श्लोक देखण लग जाना तो इधर बहुत सारे ब्लॉक हो जाते हैं। अजा अजा भोगंत पंजवीं पातशाही दे श्लोक, ये सहस्कृति श्लोक 1357 अंग ते 41वां श्लोक लै रहे हैं आपां। अजा अजा भोगंत कंद मूलंग, अजा कहंदे बकरी नूं, कंद मूल कहंदे आ उहनूं दे दो बकरी दी खुराक जिहड़ी है फेवरेट खुराक। अजा भोगंत कंद मूलंग बसंते समीप केहरा, पर उन्होंने रखो जिहड़ा हैगा शेर दे नेड़े, शेर दे नेड़े उन्होंने बकरी नूं रखो और वधिया जी उहदी भोजन देई जाओ उन्होंने। कहंदे ओहदा भोजन की लगना है बेचारे नूं, डर डर के उन्हें जिहड़ा हैगा डर डर के उस तरह ही दुबली रहना है बकरी ने। अजा भोगंत कंद मूलंग बसंते समीप केहरा, महाराज कहते सेम चीज़ तो तेरे नाल भी हो रही है, तैनू पता ही नहीं हैगा। तत्र गते संसार है नानक सोग हरखंग व्यापते, तैनू भी जिहड़ा हैगा माया जिहड़ी हैगी आ, माया जिहड़ी हैगी आ इस तरीके दे नाल ही तू भी जिहड़ा हैगा माया रूपी शेरनी जिहड़ी हैगी उहदे नेड़े ही बसदा है उहदे, और वो तैनू जिहड़ा हैगा कदी सोग ते कदी खुशी कदी गम, और जिहड़ी हैगी इसे तरीके दे नाल तेरे जिहड़े हैगे प्राण सुकाई जा रही है, तेरी प्राण शक्ति जिहड़ी हैगी खत्म करी जा रही है। जिहड़े काम वास्ते मिली सी वो काम करनी नहीं दिंदी तैनू। अजा भोगंत कंद मूलंग बसंते, बसंते कहंदे रहिंदे रहिंदी जिहड़ी है बकरी, समीप नेड़े केहरा, केहर कहंदे शेर नूं। उसे तरीके दे नाल तत्र गते, उसे तरीके दे नाल संसार है, संसार दे विच नानक सोग हरखंग व्यापते, सोग ते हरख जिहड़ा हैगा खुशी ते, खुशी तो थोड़ी जी हुंदी है, जिस तरह एक गोली है, गोली दे उत्ते जिहड़ा मिठा माड़ा जिहा लगा हुंदा है, अंदर जिहड़ी कौड़ी कुनीन वर्गी गोली हुंदी है, उस तरीके दे नाल कहंदे आ इस संसार दे विच सोग जिहड़े आ व्यापदे आ माड़ी जी खुशी दे नाल, माड़े जे स्वाद दे नाल। हाँ जी बेटी। हाँ जी ठीक है जी। ये निचे साहब दोबारा फिर बोल दो एक बारी सार जा। हाँ जी कहंदे कि जिहड़े जिस तरह जिहड़े हैगे ना, जिस तरह बकरी नूं जिहड़ा हैगा आपां सारे वधिया उहनूं जिहड़े हैगे ਉਹਦੇ ਜਿਹੜੇ ਕੰਦ ਮੂਲ ਜਿਹੜਾ ਹੈਗਾ ਉਹਨੂੰ ਖਿਲਾਈਏ, ਬੱਕਰੀ ਦਾ ਭੋਜਨ ਜਿਹੜਾ ਵਧੀਆ ਦਈਏ, ਸਾਰੇ ਗਾਜਰਾਂ ਮੂਲੀਆਂ ਜੋ ਵੀ ਹੈ ਖਾਂਦੀ ਆ ਉਹ, ਤੇ ਉਹਨੂੰ ਨਾਲ ਜਿਹੜਾ ਸ਼ੇਰ ਦੇ ਨਾਲ ਰੱਖ ਲਈਏ ਬੱਕਰੀ ਨੂੰ ਬਿਲਕੁਲ, ਤੇ ਉਹਨੂੰ ਕਾਹਦੀ ਖੁਰਾਕ ਲੱਗਣੀ ਆ ਵਿਚਾਰੀ ਨੂੰ, ਉਹਦਾ ਜੀਵਨ ਤਾਂ ਜਿਹੜਾ ਹੈਗਾ ਡਰ ਦੇ ਵਿੱਚ ਬੀਤਣਾ ਹੈ। ਇਸੇ ਤਰੀਕੇ ਦੇ ਨਾਲ ਇਨਸਾਨ ਦੇ ਅੰਦਰ ਜਿਹੜਾ ਹੈਗਾ ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰਗ ਵਿਆਪਤੇ, ਇਨਸਾਨ ਵੀ ਸੋਗ ਤੇ ਜਿਹੜਾ ਹੈਗਾ ਹਰਖ ਜਿਹੜਾ ਹੈ ਖੁਸ਼ੀ ਉਹਦੇ ਵਿੱਚ ਹੀ ਜਿਹੜਾ ਹੈਗਾ ਡਰ ਡਰ ਕੇ ਜਿਹੜਾ ਹੈਗਾ ਕਾਲ ਤੋਂ ਮੌਤ ਤੋਂ ਇਹ ਸਾਰਾ ਜਿਹੜਾ ਹੈਗਾ ਜੀਵਨ ਉਹਦਾ ਗੁਜ਼ਰ ਜਾਂਦਾ ਹੈ। ਹਾਂਜੀ ਹਾਂ ਬੇ ਠੀਕ ਹੈ ਜੀ। ਆਓ ਸਾਧ ਸੰਗਤ ਜੀ, ਕੱਲ ਦੀ ਜਿਹੜੀ ਕਥਾ ਚੱਲੀ ਸੀ ਉਹ ਤੇ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਜ਼ਹਬ ਤੇ ਧਰਮ ਦੀ ਗੱਲ ਚੱਲੀ। ਇਹ ਦੋਨੋਂ ਹੀ ਮਤਲਬ ਮਜ਼ਹਬ ਵੀ ਆਪਣੀ ਜਗ੍ਹਾ ਜ਼ਰੂਰ ਹੈ, ਜਿੱਦਾਂ ਨਾ ਇਹ ਪੰਥ ਹੁੰਦਾ ਇੱਕ ਅਲੱਗ ਚੀਜ਼ ਹੈ, ਧਰਮ ਇੱਕ ਬੜਾ ਨਿੱਜੀ ਹੁੰਦਾ ਹੈ, ਇਹ ਹਰ ਇੱਕ ਬੰਦੇ ਦਾ ਆਪਣਾ ਹੁੰਦਾ ਹੈ, ਔਰ ਬੰਦਾ ਉਹਦੇ ਸਿਰ ਤੇ ਹੀ ਸਾਰਾ ਜੀਵਨ ਬਤੀਤ ਕਰਦਾ ਹੈ। ਤੇ ਹੁੰਦਾ ਏਦਾਂ ਵਾ ਨਿਜਰ ਸਾਹਿਬ ਕਿ ਜਿਹੜਾ ਮਜ਼ਹਬ ਹੈ ਨਾ ਉਹਦਾ ਜ਼ਿਆਦਾ ਕਨੈਕਸ਼ਨ ਹੁੰਦਾ ਸਾਡੇ ਬਾਹਰੀ ਆਊਟਫਿਟ ਨਾਲ। ਠੀਕ ਹੈ ਜੀ, ਬਿਲਕੁਲ। ਦੇਖੋ ਆਪਾਂ ਔਰ ਮੋਸਟਲੀ ਜਿਹੜਾ ਮਜ਼ਹਬ ਹੁੰਦਾ ਹੈ ਉਹ ਤੁਹਾਡੇ ਬਾਹਰੀ ਪਹਿਰਾਵੇ ਦੇ ਨਾਲ ਰਿਲੇਟਡ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ
ਉਹ ਸਿੱਧਾਂ ਦੇ ਨਾਲ ਗੋਸ਼ਟੀ ਕਰਨ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਵੇਖਿਆ ਕਿ ਇੱਕ ਆਮ ਹੀ ਸਧਾਰਨੀ ਪਹਿਰਾਵਾ ਪਾਇਆ ਹੋਇਆ ਸੀ ਉਹਨਾਂ ਨੇ। ਔਰ ਫਿਰ ਉਹਨਾਂ ਨੇ ਸਵਾਲ ਕੀਤੇ ਕਿ ਤੇਰਾ ਕੌਣ ਗੁਰੂ, ਹਨਾ। ਉਹ ਉੱਥੇ ਉਹਨਾਂ ਦਾ ਕਹਿਣ ਤੋਂ ਭਾਵ ਸੀ ਕਿ ਇਹਦਾ ਮਤਲਬ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਕਾਂਜੀ ਪਾਤੀ। ਇਹ ਵੀ ਕਿਹਾ ਨਾ ਨਿੱਜਰ ਸਾਹਿਬ ਉਹਨਾਂ ਨੇ ਵਿਆਹ ਕਰਾ ਕੇ, ਤੁਸੀਂ ਕਿਹਾ ਨਾ ਪਾਣੀ ਝਗਾ ਨਾ, ਹਾਂ ਉਹ ਜਿਹੜਾ ਪਤਾ ਨਹੀਂ ਤੁਸੀਂ ਕਾਂਜੀ ਪਾਤੀ ਹੈ ਦੁੱਧ ਚ, ਏਦਾਂ ਦੀ ਕੋਈ ਗੱਲਬਾਤ ਹੋਈ, ਵਿਆਹ ਕਰਾ ਲਿਆ ਜਾਂ ਕੁਛ ਏਦਾਂ ਦਾ ਕੀਤਾ। ਹਾਂਜੀ ਹਾਂਜੀ ਬਿਲਕੁਲ, ਉਹਨਾਂ ਨੇ ਸਿੱਧਾ ਨੇ ਕਿਹਾ ਸੀਗਾ। ਹਾਂ, ਇਹ ਨਿੱਜਰ ਸਾਹਿਬ ਉਹਦਾ ਕਾਰਨ ਇਹੋ ਹੀ ਸੀ ਕਿ ਉਹਨਾਂ ਨੇ ਇਹ ਸਵਾਲ ਕੀਤੇ ਕਿ ਮਤਲਬ ਕਿ ਜਦ ਕਿ ਨਿੱਜਰ ਸਾਹਿਬ ਉਦੋਂ ਜਿਹੜੀ ਚੀਜ਼ ਚੱਲਦੀ ਸੀ ਨਾ, ਬਾਹਰੀ ਪਹਿਰਾਵੇ ਦਾ ਬਹੁਤ ਬੋਲਬਾਲਾ ਸੀ। ਐਕਚੁਅਲੀ ਨਾ ਗੋਰਕੀ ਸਾਹਿਬ, ਜਿਹੜੇ ਸਿੱਧਾਂ ਦੇ ਕੋਲ ਗੁਰੂ ਨਾਨਕ ਸਾਹਿਬ ਜਿਹੜੇ ਜਾ ਹੀ ਤਾਂ ਸਕੇ ਸੀਗੇ ਜਦੋਂ ਉਹਨਾਂ ਨੇ ਉਹਨਾਂ ਦਾ ਪਹਿਰਾਵਾ ਪਾਇਆ ਸੀਗਾ, ਸਿੱਧਾਂ ਵਾਲਾ ਭਗਵਾ ਵੇਸ ਲਿਆ ਸੀਗਾ, ਉਹਨਾਂ ਵਰਗਾ ਸਾਰਾ ਜਿਹੜਾ ਹੈਗਾ ਕਰਕੇ ਤਾਂ ਸਿੱਧਾਂ ਨੇ ਆਉਣ ਦਿੱਤਾ ਸੀ। ਉੱਥੇ ਜਾ ਕੇ ਇਹਨਾਂ ਨੇ ਦੱਸਿਆ ਭਾਈ ਮੈਂ ਤਾਂ ਗ੍ਰਸਤੀ ਹੈਗਾ, ਜਦ ਸਾਰਾ ਕੁਝ ਦੱਸ ਦਿੱਤਾ ਇਹਨਾਂ ਨੇ। ਫਿਰ ਉਸ ਗ੍ਰਸਤੀ ਦੱਸ ਕੇ ਜਦ ਇਹਨਾਂ ਨੇ ਗਿਆਨ ਦਿੱਤਾ ਤੇ ਫਿਰ ਉਹ ਕਹਿੰਦੇ ਆ ਭਾਈ ਤੂੰ ਸਾਡੇ ਵਿੱਚ ਆ, ਸਾਡਾ ਗੁਰੂ ਬਣ, ਅਸੀਂ ਤੇਰੇ ਚੇਲੇ ਬਣਨ ਨੂੰ ਤਿਆਰ ਹਾਂ, ਤੂੰ ਸਾਡਾ ਧਰਮ ਅਖਤਿਆਰ ਕਰ ਲਾ। ਇਸ ਤਰ੍ਹਾਂ ਦੀ ਬਿਲਕੁਲ ਸਾਹਿਬ ਉਹੀ ਗੱਲ ਹੈ ਕਿ ਉਹਨਾਂ ਨੇ ਜਿਹੜੀ ਚੀਜ਼ ਦੱਸੀ ਆ ਉਹ ਦੱਸੀ ਇਹੋ ਹੀ ਆ ਕਿ ਪਹਿਲਾਂ ਉਹ ਉਹਨਾਂ ਦਾ ਰੂਪ ਧਾਰਿਆ, ਹਨਾ, ਬਿਲਕੁਲ, ਤੇ ਧਾਰ ਕੇ ਫਿਰ ਉੱਥੇ ਗਏ ਨੇ, ਫਿਰ ਦੱਸਿਆ ਕਿ ਮੈਂ ਮਤਲਬ ਆਹ ਚੀਜ਼ ਜਿਹੜੀ ਮੈਂ ਇੱਕ ਅਲੱਗ ਚੀਜ਼ ਹੈ। ਇੱਥੇ ਵੀ ਜਨੇਊ ਦਾ ਵਿਰੋਧ ਕਰਨ ਦਾ ਵੀ ਮਤਲਬ ਹੈ ਨਿੱਜਰ ਸਾਹਿਬ ਬਾਹਰੀ, ਬਿਲਕੁਲ ਬਾਹਰੀ, ਬਿਲਕੁਲ ਸਹੀ ਗੱਲ ਹੈ। ਔਰ ਸਿੰਪਲ ਜੀ ਇੱਕ ਗੱਲ ਹੈ ਗੋਰਕੀ ਸਾਹਿਬ, ਦੇਖੋ ਕਿ ਆਪਾਂ ਨੂੰ ਜਿਹੜਾ ਹੈਗਾ ਨਾ, ਦੇਖੋ ਇੱਕ ਮਹਾਰਾਜ ਦੀ ਬਾਣੀ ਹੈ, ਬਾਣੀ ਕਹਿੰਦੇ ਹਿੰਦੂ ਕੇ ਘਰ ਹਿੰਦੂ ਆਵੇ ਪਹਿਰ ਜਨੇਊ, ਇਸ ਤਰ੍ਹਾਂ ਜਿਹੜਾ ਹੈਗਾ ਕਹਿੰਦੇ ਜਨੇਊ ਪਾਰ ਕੇ ਪਹਿਰ ਗਲ ਪਾਵੇ। ਕਹਿੰਦੇ ਕਮਾਲ ਦੀ ਗੱਲ ਹੈ, ਕਹਿੰਦੇ ਦੇਖੋ ਮਾਲਕ ਪਰਮਾਤਮਾ ਦੇ ਕੋਲੋਂ ਜਿਹੜਾ ਕੋਈ ਹਿੰਦੂ ਦੇ ਘਰ ਆ ਗਿਆ ਉਹ ਹਿੰਦੂ ਬਣ ਜਾਂਦਾ ਹੈ, ਮੁਸਲਮਾਨ ਦੇ ਘਰ ਜਨਮ ਲਿਆ ਮੁਸਲਮਾਨ ਬਣ ਜਾਂਦਾ ਹੈ, ਈਸਾਈ ਦੇ ਘਰ ਜਨਮ ਲਊਗਾ ਈਸਾਈ ਬਣ ਜਾਊਗਾ। ਕਹਿੰਦੇ ਇਸ ਤਰ੍ਹਾਂ ਜਨਮ ਲੈਣ ਦੇ ਨਾਲ ਜਿਹੜਾ ਕਿਸੇ ਦੇ ਘਰ ਜਿਹੜਾ ਹੈਗਾ ਇਹ ਇਸ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਦਾ ਧਰਮ ਜਿਹੜਾ ਹੈਗਾ ਡਿਕਲੇਅਰ ਹੋ ਜਾਂਦਾ। ਜੇ ਮੰਨ ਲਓ ਹੁਣ 5 ਬੱਚੇ ਹੋਣ, 5 ਬੱਚੇ ਹਸਪੀਟਲ 'ਚ ਹੋਣ, 5 ਬੱਚੇ ਲੈ ਕੇ ਉਹਨਾਂ ਨੂੰ ਸ਼ਫਲ ਕਰ ਦਿਓ, ਕਿਸੇ ਦਾ ਬੱਚਾ ਕਿਸੇ ਨੂੰ ਦੇ ਦਿਓ, ਦੇਖੋ ਫਿਰ ਉਹਨਾਂ ਦਾ ਧਰਮ ਜਿਹੜਾ ਹੈਗਾ ਵਾਪਸ ਜਿਹੜਾ ਹੈਗਾ ਜੇ ਜਿਹਨੂੰ ਦਿੱਤਾ ਉਹਨੇ ਆਪਣਾ ਉਹਦੇ ਧਰਮ ਨੂੰ ਉਹਨੇ ਇਖਤਿਆਰ ਕਰ ਲੈਣਾ। ਇਹ ਧਰਮ ਥੋੜੀ ਨਾ ਹੈਗਾ ਕੋਈ, ਇਹ ਤਾਂ ਜਿਹੜਾ ਹੈਗਾ ਬਾਹਰੋਂ ਜਿਹੜਾ ਮਿਲੀ ਹੋਈ ਚੀਜ਼ ਹੈਗੀ ਆ, ਭਗਤੀ ਨਾਮ ਦੀ ਚੀਜ਼। ਧਰਮ ਜਿਹੜਾ ਹੈਗਾ ਉਹ ਪਰਮਾਤਮਾ ਨੇ ਜਿਹੜਾ ਜਿਸ ਮਨੁੱਖ ਦਾ ਧਰਮ, ਹਰੇਕ ਮਨੁੱਖਤਾ ਦਾ ਧਰਮ ਤਾਂ ਇੱਕੋ ਹੀ ਹੈਗਾ ਬਈ ਪਰਮਾਤਮਾ ਨੂੰ ਜਿਹੜਾ ਹੈਗਾ ਇਹ ਯਾਤਰਾ ਜਿਹੜੀ ਹੈ ਇਹਨੂੰ ਪਦਾਰਥ ਮਿਲੇ ਆ, ਇਹਨਾਂ ਦੇ ਨਾਲ ਇਹਨਾਂ ਨੂੰ ਯੂਜ਼ ਕਰਕੇ ਮਾਇਆ ਨੂੰ ਔਰ ਮਾਲਕ ਪਰਮਾਤਮਾ ਜਾਂ ਆਤਮਾ ਵੱਲ ਨੂੰ ਗਤੀ ਕਰਨੀ ਸੁਰਤ ਦੀ। ਸਾਰਿਆਂ ਦਾ ਧਰਮ ਔਰ ਮਨੁੱਖਤਾ, ਸਭ ਤੋਂ ਵੱਡਾ ਧਰਮ ਮਨੁੱਖਤਾ ਹੈਗਾ। ਸਾਰੇ ਮਨੁੱਖਤਾ ਵਾਸਤੇ ਨਿਯਮ ਤਾਂ ਪਰਮਾਤਮਾ ਨੇ ਆਈ ਬਣਾਇਆ। ਪਰਮਾਤਮਾ ਦਾ ਧਰਮ ਤਾਂ ਇੱਕੋ ਹੀ ਹੈ ਭਾਈ, ਆਪਾਂ ਹੀ ਬਦਲ ਦਿੰਦੇ ਹਾਂ। ਹਾਂਜੀ ਵੀਰ ਜੀ। ਹਾਂਜੀ, ਹੁਣ ਏਦਾਂ ਵਾ ਨਿੱਜਰ ਸਾਹਿਬ, ਉਦੋਂ ਜਿਹੜਾ ਨਾ ਉਹਨਾਂ ਨੇ ਜਿਹੜਾ ਜਨੇਊ ਦੀ ਗੱਲ ਕੀਤੀ ਆ, ਅਸਲ ਦੇ ਵਿੱਚ ਨਿੱਜਰ ਸਾਹਿਬ ਇਹ ਬੜਾ ਵੱਡਾ ਭਰਮ ਪੈ ਗਿਆ ਵਾ, ਆਪਾਂ ਵੀ ਉਹ ਚੀਜ਼ ਦੇ ਸ਼ਿਕਾਰ ਹੋ ਗਏ ਆ। ਉਹਦੀ ਕੀ ਉਹਨਾਂ ਨੇ ਵਿਰੋਧ ਕੀਤਾ ਹੈ ਕਿ ਸੱਚ ਤੋਂ ਅੱਗੇ ਕੀ ਹੈਗਾ ਨਿੱਜਰ ਸਾਹਿਬ, ਉਹ ਤੁਕ ਬੋਲਦੇ ਕਰੀ। ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ, ਤੇ ਨਾਮ ਬਿਨਾ ਕੈਸੇ ਆਚਾਰ। ਹਾਂ, ਹੁਣ ਇੱਥੇ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਕਿ ਸੱਚ ਤੋਂ ਉਰੇ ਆ ਸਭ ਕੁਛ, ਉਸ ਤੋਂ ਅੱਗੇ ਕੀ ਹੈਗਾ, ਸੱਚ ਆਚਾਰ ਹੈਗੇ। ਹੁਣ ਇੱਥੇ ਪਤਾ ਕੀ ਪ੍ਰੋਬਲਮ ਆ, ਆਚਾਰ ਨਿੱਜਰ ਸਾਹਿਬ ਨਾਂ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਸਮਾਧੀ ਤੋਂ ਬਿਨਾਂ ਨਹੀਂ ਪੈਦਾ ਹੋ ਸਕਦੇ, ਨਹੀਂ ਪੈਦਾ ਹੋ ਸਕਦੇ। ਫਿਰ ਨਾਮ ਆ ਗਿਆ, ਵਾਪਸ ਨਾਮ ਆ ਗਿਆ। ਨਿੱਜਰ ਸਾਹਿਬ ਉਹ ਗੇਮ ਉੱਥੇ ਕਮਾਈ ਆ, ਉਹ ਤੇ ਮੈਂ ਅੰਡਰਸਟੈਂਡ ਕਰ ਰਿਹਾ ਸੀ ਹੁਣੇ, ਮੈਂ 10 ਮਿੰਟ ਬੈਠਾ ਮਤਲਬ ਉਹ ਹੁਣ ਸਾਡਾ ਧਰਮ ਪਤਾ ਕਿੱਥੇ ਰੁਕ ਗਿਆ ਵਾ। ਹੁਣ ਆਪ ਜੀ ਜਸਟ ਸੋਚੋ, ਆਪਾਂ ਬਾਹਰੀ ਧਰਮ ਧਾਰ ਲਿਆ ਵਾ, ਮੰਨ ਲਓ ਆਪਾਂ ਕਿਸੇ ਦੀ ਗੱਲ ਨਾ ਕਰੀਏ, ਆਪਣੀ ਗੱਲ ਕਰੀਏ ਤੇ ਤਾਂ ਚੰਗਾ ਰਹੂਗਾ। ਆਪਾਂ ਲੋਕਾਂ ਨੂੰ ਇੰਟਰਫੇਅਰ ਕਰਾਂਗੇ ਤੇ ਫਿਰ ਤੇ ਆਪਣੀ ਜਿਹੜੀ ਦ੍ਰਿਸ਼ਟੀ ਬਾਹਰ ਚੱਲ ਜਾਣੀ। ਬਿਲਕੁਲ, ਉਹ ਕਹਿੰਦੇ ਆ ਕਿ ਬਾਹਰੀ ਆਕਾਰ ਤੇ ਆਪਾਂ ਧਾਰਨ ਕਰ ਲਿਓ, ਸਟਾਰਟਿੰਗ ਡਰੈਸ ਕੋਡ ਪਾ ਲਿਆ, ਉਸ ਤੋਂ ਬਾਅਦ ਆਪਾਂ ਕੀਤਾ ਕੁਛ ਨਹੀਂ। ਹੁਣ ਇਹਦੇ ਵਿੱਚ ਨਿੱਜਰ ਸਾਹਿਬ ਦੇਖੀਏ, ਬਾਣੀ ਪਤਾ ਕਹਿੰਦੀ ਆ ਕਿ ਮਨ ਮੈਲੇ ਤੇ ਸਭ ਕੁਛ ਮੈਲਾ। ਬਿਲਕੁਲ, ਇਹਦਾ ਮਤਲਬ ਪਾਠ ਕੀਤਾ ਵੀ ਮੈਲਾ ਹੋਊਗਾ। ਜੇ ਤੁਹਾਡਾ ਮਨ ਮੈਲਾ ਵਾ ਤੇ ਭਾਵੇਂ ਤੁਸੀਂ ਪਾਠ ਕਰੋ, ਪੂਜਾ ਕਰੋ, ਸੇਵਾ ਕਰੋ, ਤੀਰਥਾਂ ਤੇ ਘੁੰਮੋ, ਦਾਨ ਕਰੋ, ਪੁੰਨ ਕਰੋ,
ਕੁਝ ਵੀ ਕਰੋ ਤੇ ਉਹ ਮੈਲਾ ਹੀ ਹੋ ਗਿਆ ਨਾ, ਕਿਉਂਕਿ ਮਨ ਮੈਲਾ। ਜਾਂ ਤਾਂ ਪਾਠ ਦੇ ਨਾਲ ਜਿਹੜਾ ਹੈਗਾ ਮਨ ਜਿਹੜਾ ਸ਼ੁੱਧ ਹੋਣਾ ਚਾਹੀਦਾ, ਤੀਰਥਾਂ ਦੇ ਨਾਲ ਮਨ ਸ਼ੁੱਧ ਹੋ ਜਾਏ ਤਾਂ ਮੰਨ ਲਈਏ ਵੀ ਚਲੋ ਵੀ ਮਨ ਨੂੰ ਸ਼ੁੱਧ ਕਰਨ ਵਾਸਤੇ ਆਪਾਂ ਜਾ ਰਹੇ ਹਾਂ, ਪਰ ਬਾਣੀ ਕਹਿੰਦੀ ਹੈ ਕਿ ਨਾਮ ਤੋਂ ਬਗੈਰ ਜਿਹੜਾ ਸ਼ੁੱਧ ਨਹੀਂ ਹੋਣਾ, ਧਿਆਨ ਸਿਮਰਨ ਤੋਂ ਬਗੈਰ ਮਨ ਤੇਰਾ ਸ਼ੁੱਧ ਨਹੀਂ ਹੋਣਾ, ਮਨ ਦੀ ਮੈਲ ਉਤਰਨੀ ਨਹੀਂ। ਹਾਂ, ਗੱਲ ਫੇਰ ਉੱਥੇ ਆ ਗਈ, ਉਹੀ ਗੱਲ ਹੈ ਨਿੱਜਰ ਸਾਹਿਬ ਕਿ ਮਨ ਜਿਹੜਾ ਹੈ ਤਨ ਧੋਤੇ ਮਨ ਅੱਛਾ ਨਾ ਹੋਵੇ, ਜਿੱਦਾਂ ਵੀ ਲਿਖਿਆ। ਹਾਂਜੀ ਬਿਲਕੁਲ, ਇਸੇ ਦੇ ਵਿੱਚ ਲਿਖਿਆ ਹੈ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਨਿਰਮਲ ਨਾ ਹੋਵੇ, ਤਨ ਧੋਤੇ ਮਨ ਅੱਛਾ ਨਾ ਹੋਵੇ। ਹਾਂਜੀ ਬਿਲਕੁਲ, ਹਾਂ, ਮਨ ਅੱਛਾ ਨਾ ਹੋਵੇ। ਤੇ ਨਿੱਜਰ ਸਾਹਿਬ ਤਨ ਧੋਤੇ ਦਾ ਮਤਲਬ ਇਹ ਹੈ ਕਿ ਭਾਵੇਂ ਤੂੰ ਕੱਪੜੇ ਚੰਗੇ ਵੀ ਪਾਤੇ ਨਾ, ਫੇਰ ਵੀ ਮਨ ਨਹੀਂ ਚੰਗਾ ਹੋ ਜਾਣਾ, ਨਹੀਂ ਹੋਣਾ। ਬਿਲਕੁਲ, ਇਹ ਸਾਧ ਸੰਗਤ ਜੀ ਇੱਥੇ ਨਾ ਬੜੀ ਕਨਫਿਊਜ਼ਨ ਹੋ ਗਈ ਹੈ ਥੋੜੀ ਜਿਹੀ, ਜਿਹਨੂੰ ਆਪਾਂ ਕਲੀਅਰ ਕਰਨਾ ਬੜਾ ਜ਼ਰੂਰੀ ਆ। ਕਿਉਂਕਿ ਅੱਜ ਦੀ ਕਥਾ ਦੇ ਵਿੱਚ ਜਿਹੜਾ ਆਪਾਂ ਜੋ ਵੀ ਬਾਣੀ ਆਪਾਂ ਸਮਝ ਰਹੇ ਨਾ, ਬਾਣੀ ਤੇ ਸਾਰੀ ਗੱਲ ਕਰਦੀ ਧਰਮ ਦੀ ਗੱਲ ਕਰਦੀ ਹੈ। ਹੁਣ ਆਪਾਂ ਜਦੋਂ ਸਮਾਧੀ 'ਚ ਪ੍ਰਵੇਸ਼ ਕਰਦੇ ਹਾਂ, ਸਾਡਾ ਸਭ ਤੋਂ ਪਹਿਲਾਂ ਤੇ ਵੇਖੋ ਜਿਹੜਾ ਧਾਰਮਿਕ ਬੰਦਾ ਹੁੰਦਾ ਹੈ ਨਾ, ਉਹਦਾ ਆਚਰਣ ਉੱਚਾ ਹੁੰਦਾ ਨਿੱਜਰ ਸਾਹਿਬ। ਇਹ ਬਿਲਕੁਲ ਸਹੀ, ਆਚਰਣ ਹੀ ਤਾਂ ਆਪਾਂ ਨੇ ਆਚਰਣ ਹੀ ਤਾਂ ਸਹੀ ਕਰਨਾ ਹੈ ਗੋਰਖੀ ਸਾਹਿਬ, ਆਚਰਣ ਦੀ ਤਾਂ ਗੱਲ ਹੈ, ਆਚਰਣ ਤੋਂ ਬਗੈਰ ਤਾਂ ਮਾਲਕ ਕਹਿੰਦਾ ਪਰੇ ਹੋ ਜਾ। ਹਾਂ, ਤੇ ਨਿੱਜਰ ਸਾਹਿਬ ਜਿਹੜਾ ਬੰਦਾ ਮਜਬੀ ਹੁੰਦਾ, ਜਿਹਨੇ ਬਾਹਰੀ ਰੂਪ ਚੇਂਜ ਕੀਤਾ, ਉਹਦਾ ਆਚਰਣ ਉੱਚਾ ਨਹੀਂ ਹੁੰਦਾ, ਨਹੀਂ ਹੁੰਦਾ। ਬਿਲਕੁਲ ਸਹੀ ਗੱਲ ਹੈ। ਉਸੇ ਕਰਕੇ ਬਾਰ-ਬਾਰ ਬੰਗਲੇ ਦੀ ਕਿਉਂ ਉਦਾਹਰਨ ਦਿੰਦੇ ਆ? ਉਹਦਾ ਕਾਰਨ ਹੀ ਉਹ ਆ ਕਿ ਤੂੰ ਆਊਟਫਿਟ ਤੇ ਚੇਂਜ ਕਰ ਲਈ, ਉਹ ਤੇਰੇ ਅੰਦਰ ਤੇਰਾ ਆਚਰਣ ਨਹੀਂ ਉੱਚਾ। ਹੁਣ ਆਚਰਣ ਉੱਚਾ, ਮਨ ਮੈਲਾ ਕਿੱਦਾਂ ਹੁੰਦਾ ਉਹ ਵੀ ਵੇਖ ਲਓ ਸਾਧ ਸੰਗਤ ਜੀ। ਮਨ ਮੈਲੇ ਦਾ ਮਤਲਬ ਕੀ ਹੈਗਾ ਜੇ? ਅਧਿਆਤਮਿਕ ਤੌਰ ਤੇ ਸਾਡਾ ਆਚਰਣ ਉੱਚਾ ਹੋਣਾ। ਜਿੰਨਾ ਚਿਰ ਤੱਕ ਅਸੀਂ ਉੱਚੇ ਮਨ ਮੈਲਾ ਹੋਣਾ, ਉਹਨਾਂ ਚਿਰ ਸਾਨੂੰ ਆਤਮ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਔਰ ਮਨ ਜਿਹੜਾ ਨਾ ਮੈਲਾ, ਉਹਦੀ ਕੀ ਨਿਸ਼ਾਨੀਆਂ ਨੇ? ਝੂਠ ਬੋਲਣਾ, ਚੋਰੀ ਕਰਨੀ, ਨਿੰਦਿਆ ਕਰਨੀ, ਈਰਖਾ ਕਰਨੀ, ਰਾਗ ਦਵੈਸ਼ ਕਰਨਾ ਨਿੱਜਰ ਸਾਹਿਬ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਗਤੀ ਕਰਨੀ, ਇਹ ਸਾਰੀਆਂ ਮਲੀਨ ਮਨ ਦੀਆਂ ਨਿਸ਼ਾਨੀਆਂ ਵਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਗੱਲ ਘੁੰਮ ਕੇ ਉੱਥੇ ਫੇਰ ਆ ਗਈ ਹੈ, ਕਿਉਂਕਿ ਬਾਣੀ ਜੀ ਕਹਿੰਦੇ ਨਾਮ ਤੋਂ ਬਿਨਾਂ ਕਿੱਦਾਂ ਆਚਾਰ ਹੋਣੇ ਆ। ਆਚਾਰ ਤੇ ਇੱਥੇ ਹੁਣ ਮਨ ਨੂੰ ਸ਼ੁੱਧ ਕਰਨ ਦਾ ਵੀ ਤਰੀਕਾ ਹੈਗਾ, ਬਾਣੀ ਕੋ ਦਵਾਈ ਹੈਗੀ ਆ। ਬਾਣੀ ਕਹਿੰਦੀ ਸਮਾਧੀ 'ਚ ਜਾ। ਹਾਂ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਤੂੰ ਜਿਹੜੇ ਚੱਕਰਾਂ 'ਚ ਫਿਰਦਾ ਨਾ, ਬਿਮਾਰੀ ਤੇ ਕਿਤੇ ਹੋ ਰਿਹਾ। ਹੁਣ ਤੂੰ ਡਾਣੀ ਇੱਕ ਵੱਢਦਾ ਹੈ, ਹੁਣ ਨਿੱਜਰ ਸਾਹਿਬ ਰੁੱਖ ਦੀ ਇੱਕ ਡਾਣੀ ਵੱਢਾਂਗੇ, ਉੱਥੇ 2 ਉਗਣੀਆਂ, 2 ਵੱਢੋਗੇ ਤੇ 4 ਉਗਣੀਆਂ। ਉਹ ਕਹਿੰਦੇ ਤੂੰ ਕਾਮ ਨਾ ਕ੍ਰੋਧ ਨਾ ਲੜ, ਤੂੰ ਏਦਾਂ ਕਰ, ਜਿਹੜਾ ਤੇਰਾ ਮਨ ਹੈ ਨਾ, ਇਹਨੂੰ ਸਮਾਧੀ 'ਚ ਖੜ। ਤੇ ਜਦੋਂ ਤੇਰਾ ਮਨ ਮੈਲਾ ਵਾ, ਤੇ ਇਸ ਕਰਕੇ ਸਾਰਾ ਕੁਝ ਜੋ ਵੀ ਤੂੰ ਕਰਦਾ, ਪਾਠ ਕਰਦਾ, ਪੂਜਾ ਕਰਦਾ, ਮੰਦਿਰਾਂ 'ਚ ਜਾਂਦਾ, ਗੁਰਦੁਆਰਿਆਂ 'ਚ ਜਾਂਦਾ, ਤੀਰਥਾਂ 'ਚ ਜਾਂਦਾ, ਦਾਨ ਪੁੰਨ ਵੀ ਕਰਦਾ ਹੈ, ਪਰ ਤੈਨੂੰ ਪਤਾ ਹੈ ਨਾ, ਉਹ ਜਿਹੜਾ ਬਰਤਨ ਹੈ ਨਾ ਮਨ, ਜਿਸ ਤਰ੍ਹਾਂ ਮਲੀਨ, ਉਹਦੇ 'ਚ ਪਿਆ ਹੈਗਾ ਵਾ ਰਾਗ ਦਵੈਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਚੁਗਲੀਆਂ, ਕਿੰਨੇ ਔਗਣੇ ਉਹ 'ਚ। ਤੇ ਉਹ ਜਦੋਂ ਐਸੇ ਗੰਦੇ ਮਨ ਦੇ ਵਿੱਚੋਂ ਤੇਰਾ ਕੁਝ ਵੀ ਪਾਠ ਪੂਜਾ ਨਿਕਲਦੀ ਆ, ਤੇ ਉਹਦਾ ਕੰਮ ਹੋ ਜਾਂਦਾ ਹੈ। ਪਰ ਉਹਦੇ ਨਾਲ ਇਹ ਕਿ ਤੈਨੂੰ ਥੋੜਾ ਬਹੁਤਾ ਸੁੱਖ ਮਿਲ ਸਕਦਾ ਵਾ, ਪਰ ਤੈਨੂੰ ਆਤਮ ਗਿਆਨ ਨਹੀਂ ਪ੍ਰਾਪਤ ਹੋਗਾ ਨਿੱਜਰ ਸਾਹਿਬ। ਬਿਲਕੁਲ ਠੀਕ ਹੈ। ਉਹਦੇ ਵਿੱਚੋਂ ਜੇ ਹੁਣ ਬਾਣੀ ਪੜ੍ਹ ਰਹੇ, ਬਾਣੀ ਜਿਹੜੀ ਹੈਗੀ ਉਹ ਤਾਂ ਹੰਟਰ ਮਾਰ ਰਹੀ ਆ ਬਈ ਅਵਗੁਣ ਛੱਡ ਆਪਣੇ। ਜੇ ਕੋਈ ਜਿਹੜਾ ਬਾਣੀ ਨੂੰ ਜਿਹੜਾ ਹੈਗਾ, ਜੇ ਉਹਨੂੰ ਆਪਣੇ ਤੇ ਘਟਾ ਲੂਗਾ ਤੇ ਫਰਕ ਪੈ ਜਾਏਗਾ ਉਹਨੂੰ। ਪਰ ਫਰਕ ਪਾਉਣ ਵਾਸਤੇ ਮਨ ਜਿਹੜਾ ਹੈਗਾ, ਮਨ ਦੇ ਵਿੱਚ ਪਾਵਰ ਚਾਹੀਦੀ ਆ। ਉਹ ਮਨ ਦੀ ਪਾਵਰ ਧਿਆਨ ਸਿਮਰਨ ਦੇ ਨਾਲ ਮਿਲਣੀ ਨਹੀਂ ਆ, ਪ੍ਰਾਣ ਸ਼ਕਤੀ ਦੇ ਬਗੈਰ ਮਿਲਣੀ ਨਹੀਂ ਆ। ਔਰ ਨਿੱਜਰ ਸਾਹਿਬ ਜਿਹੜਾ ਧਰਮ ਹੈ ਨਾ ਤੁਹਾਡਾ, ਉਹ ਤੇ ਹੈ ਹੀ ਨਿੱਜੀ ਆ, ਉਹ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ ਤੁਸੀਂ ਧਾਰਮਿਕ ਜੋ। ਇਹ ਵੀ ਪੰਗਾ। ਬਿਲਕੁਲ ਸਹੀ ਹੈ। ਕਿਉਂਕਿ ਅੱਜ ਕੱਲ ਸੰਸਾਰਕ ਤੌਰ ਤੇ ਮਜਬੀ ਬੰਦੇ ਨੂੰ ਪਸੰਦ ਕਰਦੇ। ਜਿਹੜਾ ਬੰਦਾ ਮਜਹਬ ਆ, ਜਿਹੜਾ ਬੰਦਾ ਪੰਥਿਕ ਹੈਗਾ, ਕੋਈ ਧਾਰਮਿਕ ਹਿੰਦੂ ਮੁਸਲਿਮ, ਉਹ ਜਿਹਨੇ ਕਾਸਟਿਊਮ ਪਾਏ ਆ, ਲੋਕ ਉਹਨੂੰ ਧਾਰਮਿਕ ਸਮਝਦੇ ਆ। ਬਿਲਕੁਲ ਕਸੌਟੀ ਹੈ ਨਾ ਗੋਰਖੀ ਸਾਹਿਬ, ਸਾਹਮਣੇ ਤਾਂ ਦਿਸ ਰਿਹਾ ਉਹ। ਬਿਲਕੁਲ ਉਹ ਤਾਂ ਬਿਲਕੁਲ ਲੱਗ ਰਿਹਾ ਕਿ ਇਹਦੇ ਵਰਗਾ ਤਾਂ ਕੋਈ ਦੁਨੀਆ 'ਚ ਹੈ ਹੀ ਨਹੀਂ ਹੈ ਪਵਿੱਤਰ। ਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਦੋਂ ਹੀ ਫੜ ਲਿਆ ਵਾ, ਕਹਿੰਦੇ ਤੂੰ ਅੱਖਾਂ ਨੂੰ ਜਨੇਊ ਪਾਇਆ, ਤੂੰ ਹੱਥਾਂ ਨੂੰ ਜਨੇਊ ਪਾਇਆ, ਤੂੰ ਆਪਣੀ ਜ਼ੁਬਾਨ ਨੂੰ ਜਨੇਊ ਪਾਇਆ, ਜਿਹੜੀ ਖਾਂਦੀ ਵੀ ਹੈ ਤੇ ਬੋਲਦੀ ਵੀ ਹੈ, ਝੂਠ ਬੋਲਣ ਦੀ। ਮੇਰੇ ਸਾਹਮਣੇ ਤੂੰ ਬੋਲਣ ਆ, ਮੇਰੇ ਸਾਹਮਣੇ ਤੂੰ ਆ ਕੀ ਖਾਂਦੇ ਆ। ਨਿੱਜਰ ਸਾਹਿਬ ਉਹ ਕਹਿੰਦੇ ਤੂੰ ਪੈਰਾਂ ਨੂੰ ਜਨੇਊ ਪਾਏ, ਤੂੰ ਆਪਣੇ ਮਨ ਨੂੰ ਜਨੇਊ ਪਾਏ, ਤੂੰ ਆਪਣੀ ਇੰਦਰੀਆਂ ਨੂੰ ਜਨੇਊ ਪਾਏ। ਵੇਖੋ ਕਿੱਥੇ ਫੜਦੇ ਪਏ ਨਿੱਜਰ ਸਾਹਿਬ। ਬਿਲਕੁਲ ਫੜਦੇ ਪਏ ਜੀ। ਆਓ ਤੇ ਸਾਧ ਸੰਗਤ ਜੀ, ਸਾਰੀ ਗੱਲ ਜਿਹੜੀ ਹੈਗੀ ਹੈ ਨਾ, ਦੇਖ ਕੇ ਪਤਾ ਜਾਊ। ਆਪਾਂ ਮਨ ਨੂੰ ਫੜੀਏ ਪਹਿਲਾਂ। ਮੈਂ ਤੇ ਕਹਿੰਦਾ ਕਿ ਇੱਧਰ ਉੱਧਰ ਨਾ ਭੱਜੀਏ, ਆਪਾਂ ਮਨ ਨੂੰ ਫੜੀਏ, ਕਿਉਂਕਿ ਬਾਹਰੀ ਧੋਤੀ ਤੁੰਬੜੀ ਤੇ ਅੰਦਰੋਂ ਵੇਸਣ ਪੋਰ। ਮਨ ਜਿਹੜਾ ਨਾ, ਮਨ ਹੀ ਤੇ ਮੇਨ ਹੈਗਾ। ਇਹ ਮਨ ਨੂੰ ਜਿੱਤਣਾ ਇੱਕ ਬੜੀ ਵੱਡੀ ਗੱਲ ਹੈ, ਇੰਟਰਸਟਿੰਗ ਗੇਮ ਹੈ। ਕੋਈ ਔਖਾ ਕੰਮ ਨਹੀਂ ਮਨ ਨੂੰ ਜਿੱਤਣਾ, ਬਹੁਤ ਆਸਾਨ ਹੈ। ਬਸ ਤੁਹਾਨੂੰ ਆਪਣੇ ਕੰਮ ਕਰਨੇ ਪੈਣੇ, ਮਿਹਨਤ ਕਰਨੀ ਪੈਣੀ ਹੈ। ਜੋ ਤੁਸੀਂ ਝੂਠ ਨਾ ਬੋਲੋ, ਸੱਚ ਬੋਲੋ,
ਤੇ ਨਿੱਜਰ ਸਾਹਿਬ ਬ੍ਰਹਮ ਨੇ ਤੁਹਾਨੂੰ ਮੁਕਤ ਕਰ ਦੇਣਾ ਵਾ। ਮਨ ਨੂੰ ਜਿੱਤ ਲਿਆ ਗੋਰਖੀ ਸਾਹਿਬ ਤੇ ਗੇਮ ਖਤਮ ਹੋ ਗਈ। ਨਿੱਜਰ ਸਾਹਿਬ ਕਹਿਣ ਤੋਂ ਭਾਵ ਹੈ ਕਿ ਮਨ ਨੂੰ ਜਿੱਤਣਾ ਕਾਹਦਾ ਵਾ, ਤੁਸੀਂ ਚੁਗਲੀ ਕਰਨੀ ਬੰਦ ਕਰ ਦਿਓ, ਸੱਚ ਬੋਲਣਾ ਸ਼ੁਰੂ ਕਰ ਦਿਓ ਤੇ ਮਨ ਖਤਮ ਹੋ ਜਾਣਾ। ਨਿੱਜਰ ਸਾਹਿਬ ਬਿਲਕੁਲ। ਮਨ ਕਿਹਦੇ ਕਰਕੇ ਆ? ਹੁਣ ਕੋਈ ਮੈਂ ਝੂਠ ਬੋਲਿਆ ਤੇ ਮਨ ਪੈਦਾ ਹੋ ਗਿਆ, ਸੰਸਕਾਰ ਪੈਦਾ ਹੋ ਗਿਆ, ਉਹ ਕਿੱਥੋਂ ਖਤਮ ਹੋਣਾ? ਮੈਂ ਸੱਚ ਬੋਲਦਾ, ਗੱਲ ਤੇ ਉੱਥੇ ਖਤਮ ਹੋ ਗਈ। ਬਿਲਕੁਲ ਸਹੀ ਗੱਲ ਆ। ਇੱਕ ਪਤਨੀ ਨੂੰ ਇਮਾਨਦਾਰ ਬਣਨਾ ਪਊ, ਇੱਕ ਪਤੀ ਨੂੰ ਇਮਾਨਦਾਰ ਬਣਨਾ ਪਊਗਾ। ਚੀਟਿੰਗ ਤੇ ਬਿਲਕੁਲ ਨਹੀਂ ਚੱਲੂਗੀ ਇੱਥੇ। ਇੱਥੋਂ ਤੱਕ ਮਾਂ ਪਿਓ ਨੂੰ ਵੀ ਇਮਾਨਦਾਰ ਬਣਨਾ ਪਊ। ਜਾਇਜ਼ ਤੇ ਨਜਾਇਜ਼ ਚ ਫਰਕ ਉਹ ਸਾਨੂੰ ਲੱਭਣਾ ਪੈਣਾ। ਔਰ ਜੀਉਣ ਦਾ ਹੱਕ ਸਾਰਿਆਂ ਨੂੰ ਹੈਗਾ। ਕੱਲ ਬਾਣੀ ਚ ਕਿਹਾ ਜੀਵ ਹੈਗਾ ਜੋ ਸਾਰਿਆਂ ਦੇ ਵਿੱਚ ਪਰਮਾਤਮਾ ਦੇ ਅੰਦਰ, ਔਰ ਜਿਹੜਾ ਜਿੰਦਾ ਹੈ ਉਹਦੀ ਕਦਰ ਕਰਨੀ ਆਪਾਂ। ਇਸ ਕਰਕੇ ਧਰਮਾਂ ਦੇ ਵਿੱਚ ਇਹ ਚੀਜ਼ ਤੋਂ ਮਨਾ ਕੀਤਾ। ਚਲੋ ਇਹ ਇੱਕ ਟੌਪਿਕ ਵੱਡਾ ਹੈ, ਇਹ ਥੋੜਾ ਜਿਹਾ ਉੱਪਰਲਾ ਵਾ, ਲੇਟਰ ਆਨ ਕਰਾਂਗੇ, ਪਰ ਆਪਾਂ ਸਟਾਰਟਿੰਗ ਕਰਾਂਗੇ ਤੇ ਕੁਛ ਨਾ ਕੁਛ ਸਾਨੂੰ ਲੱਭ ਜਾਊਗਾ। ਸੋ ਅੱਜ ਗੱਲਾਂ ਕਲੀਅਰ ਹੋ ਗਈਆਂ। ਆਮ ਲੋਕ ਜਿੱਦਾਂ ਬਾਹਰੀ ਪਹਿਰਾਵੇ ਨੂੰ ਚੇਂਜ ਕਰਦੇ ਸੀ, ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੇ ਕਿਹਾ ਕਿ ਤੇਰਾ ਜਿਹੜਾ ਜਨੇਊ ਆ ਪਹਿਲਾਂ ਤੂੰ ਇੰਦਰੀਆਂ ਨੂੰ ਪਾਲਾ ਤੇ ਫਿਰ ਤੂੰ ਮੈਨੂੰ ਵੀ ਪਾ ਦੇ। ਪਰ ਮੈਂ ਤੈਨੂੰ ਨੋਟਿਸ ਕੀਤਾ ਵਾ ਕਿ ਤੇਰੀਆਂ ਇੰਦਰੀਆਂ ਨੂੰ ਜਨੇਊ ਤੇ ਨਹੀਂ ਪਿਆ, ਤੇਰੇ ਸਰੀਰ ਨੂੰ ਪਿਆ। ਤੇ ਜਿਹੜਾ ਜੜ ਮੈਂ ਤੇਰੀਆਂ ਅੱਖਾਂ ਤੋਂ ਵੇਖਣ ਦਿਆਂ ਵਾ, ਤੇਰੀਆਂ ਅੱਖਾਂ ਕਿੱਧਰ ਘੁੰਮਣ ਦੀਆਂ, ਇੱਧਰ ਉੱਧਰ ਵੇਖਣ ਦਿਆ ਹੋਊਗਾ ਨਿੱਜਰ ਸਾਹਿਬ। ਉਹ ਬਿਲਕੁਲ ਜਿੱਦਾਂ ਆਪ ਹੀ ਸਾਡੇ ਵਰਗਾ ਹੀ ਹੋਊ, ਕੋਈ ਵੱਖਰਾ ਥੋੜੀ ਉਹ ਪਾਂਡਾ ਹੋਊ ਜਿਹਨੂੰ ਸਮਝਾਇਆ ਹੋਊ। ਆਮ ਹੀ ਬੰਦਾ ਥੋੜੀ ਪਤਾ ਚੱਲਿਆ। ਮੈਂ ਤੇ ਬ੍ਰਹਮ ਗਿਆਨੀ ਸਾਡੇ ਵਰਗੇ ਹੀ ਹੁੰਦੇ ਨੇ। ਉਹ ਬ੍ਰਹਮ ਗਿਆਨੀ ਦਾ ਮਤਲਬ ਹੈ ਕਿ ਜਿਹੜਾ ਅਧਿਆਤਮਿਕ ਤੌਰ ਤੇ ਉੱਚਾ ਹੋ ਗਿਆ, ਸੱਚ ਬੋਲਣ ਡਿਆ ਪਿਆ, ਝੂਠ ਦਾ ਤਿਆਗ ਕਰਤਾ, ਮਿਹਨਤ ਕਰਕੇ ਖਾਣ ਡਿਆ ਪਿਆ, ਚੁਗਲੀਆਂ ਬੰਦ ਕਰਤੀਆਂ ਤੇ ਈਰਖਾ ਨਹੀਂ ਕਰਦਾ। ਵੈਸੇ ਈਰਖਾ ਕਰਦਾ ਨਹੀਂ, ਤੁਹਾਨੂੰ ਕਰਨ ਦੀ ਲੋੜ ਨਹੀਂ, ਇਹ ਤੇ ਆਟੋਮੈਟਿਕ ਤੁਹਾਡੇ ਅੰਦਰ ਅਵਸਥਾ ਬਣਨੀ ਹੈ। ਤੇ ਬੜੀ ਇੰਟਰਸਟਿੰਗ ਗੇਮ ਹੈ ਸਾਧ ਸੰਗਤ ਜੀ, ਬਿਲਕੁਲ ਟੈਨਸ਼ਨ ਨਹੀਂ ਲੈਣੀ। ਸੋ ਆਪਾਂ ਨੂੰ ਪਤਾ ਹੋ ਗਿਆ ਕਿ ਮਜ਼ਹਬ ਜਿਹੜਾ ਹੈ ਇੱਕ ਉਹ ਅਲੱਗ ਚੀਜ਼ ਹੈ। ਧਰਮ ਦਾ ਮਤਲਬ ਹੈ ਕਿ ਬਾਹਰੋਂ ਬੰਦਾ ਸਿੰਪਲ ਜਿਹਾ ਲੱਗਦਾ ਉਹ ਧਰਮੀ ਹੋਣਾ। ਬਿਲਕੁਲ ਸਹੀ ਗੱਲ ਹੈ। ਇੱਥੇ ਤੇ ਪਰਮਾਤਮਾ, ਇੱਥੇ ਵੇਖੋ ਨਾ, ਪਰਮਾਤਮਾ ਨੂੰ ਬਾਹਰੀ ਲੋਕ ਨਾਲ ਮਤਲਬ ਨਹੀਂ ਹੈਗਾ। ਪਰਮਾਤਮਾ ਨੂੰ, ਕਿਉਂਕਿ ਬਾਹਰੀ ਲੋਕ ਸੰਸਾਰਿਕ ਬੰਦਾ ਹੀ ਪ੍ਰਭਾਵਿਤ ਹੋ ਸਕਦਾ, ਪਰਮਾਤਮਾ ਨਹੀਂ ਪ੍ਰਭਾਵਿਤ ਹੁੰਦਾ ਉਹਦੇ ਨਾਲ। ਜਿੰਨੇ ਮਰਜ਼ੀ ਚਿੱਟੇ ਕੱਪੜੇ ਪਾਏ, ਪਰਮਾਤਮਾ ਤੇ ਕਹਿੰਦਾ ਕਿ ਤੇਰੇ ਅੰਦਰ ਕਿੰਨੀ ਮਨ ਮੈਲਾ ਹੈ, ਤੇਰੀ ਮਲੀਨਤਾ ਹੈ, ਤੂੰ ਝੂਠ ਬੋਲਦਾ, ਚੁਗਲੀ ਕਰਦਾ ਹੈ। ਬੇਸ਼ੱਕ ਤੂੰ ਚਿੱਟੇ ਕੱਪੜੇ ਪਾ ਲੈਂਦੇ, ਤੂੰ ਬੰਗਲਾ ਬਣ ਕੇ ਹੰਸ ਬਣਨ ਦੀ ਕੋਸ਼ਿਸ਼ ਕਰ ਰਿਹਾ, ਪਰ ਮੈਨੂੰ ਪਤਾ ਤੂੰ ਬੰਦਾ ਸਹੀ ਨਹੀਂ ਹੈਗਾ। ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ, ਇਹ ਗੱਲਾਂ ਆਪਾਂ ਵਿਚਾਰ ਕਰਨੀਆਂ। ਔਰ ਇਹ ਜਿਹੜੀ ਅਵਸਥਾ ਨਿੱਜਰ ਸਾਹਿਬ, ਇਹ ਤੇ ਬਾਈ ਪ੍ਰੋਡਕਟ ਆ। ਤੁਸੀਂ ਸਮਾਧੀ ਚ ਗਏ, ਆਟੋਮੈਟਿਕਲੀ ਭਰਮ ਹੋ ਜਾਣਾ। ਤੁਸੀਂ ਬਲਬ ਜਗਾਇਆ, ਹਨੇਰਾ ਗਿਆ। ਆਪ ਤੋਂ ਕੋ ਬੋਲੋ ਜੀ ਦੁਬਾਰਾ। ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕੇਹਰੇ ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰਗ ਵਿਆਪਤੇ। ਜਿਹੜੀ ਅਜਾ ਕਹਿੰਦੇ ਬੱਕਰੀ ਨੂੰ ਜਿਹੜਾ ਹੈਗਾ ਕੰਦ ਮੂਲ ਦੇਈ ਜਾਓ, ਭੋਗਦੀ ਹੈ ਕੰਦ ਮੂਲ, ਪਰ ਨੇੜੇ ਰਹਿੰਦੀ ਹੈ ਕੇਹਰ ਦੇ, ਸ਼ੇਰ ਦੇ। ਬਸੰਤੇ ਸਮੀਪ ਕੇਹਰ ਹੈ। ਉਸੇ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਜਾਂ ਜੀਵ ਹੈਗੇ ਆ ਜਿਹੜੇ, ਉਹਨਾਂ ਨੂੰ ਜਿਹੜਾ ਹੈਗਾ ਇਹ ਮਾਇਆ ਨੂੰ ਜਿਹੜਾ ਹੈਗਾ ਯੂਜ਼ ਕਰ ਰਿਹਾ ਆ, ਔਰ ਉਹ ਜਿਹੜਾ ਉਹਦੇ ਨਾਲ ਉਹਨੂੰ ਜਿਹੜਾ ਹੈਗਾ ਹਰਖ ਤੇ ਸੋਗ ਜਿਹੜਾ ਹੈਗਾ ਵਿਆਪ ਰਿਹਾ ਆ। ਹਰਖ ਸੋਗ ਦੇ ਵਿੱਚ ਵਿਆਪ ਰਿਹਾ ਆ। ਉਹ ਜਿਹੜਾ ਹੈਗਾ ਉਹਨੂੰ ਫਲੀਭੂਤ ਹੋ ਹੀ ਨਹੀਂ ਰਿਹਾ। ਜੋ ਖਾ ਰਿਹਾ ਹੈ, ਜੋ ਪੀ ਰਿਹਾ ਹੈ, ਜੋ ਯੂਜ਼ ਕਰ ਰਿਹਾ ਹੈ, ਉਹਦੇ ਨਾਲ ਉਹ ਜਿਹੜਾ ਹੈਗਾ ਉਹ ਕਾਰਵਾਈ ਕਰ ਹੀ ਨਹੀਂ ਰਿਹਾ। ਉਹਦੇ ਜਿਹੜਾ ਹੈਗਾ ਉਹਦਾ ਡਰ ਭੈ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਮਾਇਆ ਨੇ ਐਸਾ ਉਹਦੇ ਅੰਦਰ ਜਿਹੜਾ ਹੈਗਾ ਉਹ ਕੀਤਾ ਸੰਸ਼ਾ ਪੈਦਾ ਕੀਤਾ ਹੋਇਆ, ਉਹ ਜਾ ਹੀ ਨਹੀਂ ਰਿਹਾ ਉਹਦੇ ਅੰਦਰ। ਕਿਉਂਕਿ ਨਾਮ ਤੋਂ ਬਗੈਰ ਜਿਹੜਾ ਹੈਗਾ ਉਹਨੇ ਨਿਡਰ ਹੋਣਾ ਹੀ ਨਹੀਂ ਹੈ। ਮਾਇਆ ਨੇ ਉਹਨੂੰ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਹੀ ਰੱਖਣਾ ਹੈ। ਮਾਇਆ ਨੇ ਜਿਹੜਾ ਹੈਗਾ ਸੋਗ ਤੇ ਹਰਖ, ਬਸ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਕੱਲ ਨੇ ਇੱਕ ਕੁੜੀ ਦਾ ਫੋਨ ਆਇਆ, ਡੋਮੈਸਟਿਕ ਵਾਇਲੈਂਸ ਦਾ ਹੁੰਦਾ ਹੀ ਨਾ, ਤੁਹਾਨੂੰ ਪਤਾ ਹੈ ਡੋਮੈਸਟਿਕ ਵਾਇਲੈਂਸ ਕਰਦੇ ਲੋਕ, ਧੱਕਾ ਕਰਦੇ ਨਾ ਅਕਸਰ ਹੀ। ਲੋਕਾਂ ਨੂੰ ਗੱਲਾਂ ਦੇ ਰਾਹੀਂ ਅਗਲੇ ਨੂੰ ਮਜਬੂਰ ਕਰਨਾ। ਔਰ ਉਹ ਕੁੜੀ ਸਾਧਨਾ ਕਰਦੀ ਹੈ 5-6 ਮਹੀਨੇ, ਤੇ ਉਹਨੇ ਆਪਣਾ ਪੱਖ ਰੱਖਿਆ। ਅਗਲੇ ਬੰਨੇ ਡਿਸਕਸ ਕੀਤਾ ਕਿ ਬਈ ਤੁਹਾਨੂੰ ਕੋਈ ਪ੍ਰੋਬਲਮ ਹੈ ਕਿਤੇ ਦੱਸੋ ਮੈਨੂੰ। ਖਾਣ ਪੀਣ ਦੀ ਪ੍ਰੋਬਲਮ ਹੈ, ਕੱਪੜੇ ਲੱਤੇ ਨਹੀਂ ਤੁਹਾਨੂੰ ਮਿਲ ਜਾ, ਘਰ ਸਫਾਈ ਨਹੀਂ ਹੋਣ ਦੀ, ਜਾਂ ਮੇਰਾ ਕਰੈਕਟਰ ਖਰਾਬ ਆ ਨਿੱਜਰ ਸਾਹਿਬ।
ਤੁਸੀਂ ਕਿਸ ਬਦਲੇ ਮੈਨੂੰ ਏਦਾਂ ਮਤਲਬ ਤੁਸੀਂ ਬਾਰ-ਬਾਰ ਮੈਨੂੰ ਹਿਊਮਿਲੇਟ ਕਰਦੇ ਜੋ, ਮੈਨੂੰ ਮਾੜਾ ਚੰਗਾ ਬੋਲਦੇ ਜੋ, ਕੋਈ ਤੁਹਾਡਾ ਰੀਜ਼ਨ ਵੀ ਤਾਂ ਹੋਣਾ ਚਾਹੀਦਾ ਨਾ, ਹਨਾ? ਇੰਨੇ ਸਾਲ ਹੋ ਗਏ ਤੇ ਉਹ ਬੰਦੇ ਨੂੰ ਗੱਲ ਨਹੀਂ ਆਈ ਨਿੱਜਰ ਸਾਹਿਬ। ਕਿਉਂਕਿ ਸਾਧਕ ਆ, ਸਾਧਕ ਦੇ ਅੰਦਰ ਭਾਜੀ ਨਿਡਰਤਾ ਹੋਣੀ ਆ, ਤੁਸੀਂ ਸਵਾਲ ਕਰਨੇ ਅਗਲਿਆਂ ਕੋਲ, ਬੱਚਿਆਂ ਨੂੰ। ਉਹ ਕਮਲ ਵਾਲੀ ਕਹਾਣੀ ਹੈ ਨਾ, ਕਮਲ ਛੋਟਾ ਮੇਰਾ ਮੁੰਡਾ ਮੈਨੂੰ ਪੁੱਛਦਾ, ਪਾਪਾ ਪਹਿਲਾਂ ਮੈਨੂੰ ਜਵਾਬ ਦੇ, ਥੱਪੜ ਮਾਰ ਲਈ, ਪਹਿਲਾਂ ਮੈਨੂੰ ਜਵਾਬ ਦੇ ਇਹਦਾ। ਔਰ ਇਹ ਕੋ ਪੁੱਛਣਾ ਕੋਈ ਪਾਪ ਨਹੀਂ ਹੈਗਾ। ਸਾਨੂੰ ਧਰਮ ਕੀ ਸਿਖਾਉਂਦਾ? ਜ਼ੁਲਮ ਕਰਨਾ ਵੀ ਪਾਪ, ਜ਼ੁਲਮ ਸਹਿਣਾ ਵੀ ਪਾਪ। ਆਪਾਂ ਲੜਨਾ ਨਹੀਂ, ਪਰ ਉਹਨੂੰ ਪੁੱਛਣਾ ਹੈ ਕਿ ਬਈ ਏਦਾਂ ਤੂੰ ਕਿਉਂ ਸੋਚਦਾ? ਬਾਣੀ ਸਾਡਾ ਜੀਵਨ ਉੱਚਾ ਚੁੱਕਣਾ ਚਾਹੁੰਦੀ ਹੈ ਨਿੱਜਰ ਸਾਹਿਬ। ਬਾਣੀ ਸਾਨੂੰ ਜਾਗਰਤ ਕਰਦੀ ਹੈ, ਸਾਡੇ ਜਿਹੜੇ ਰਾਈਟਸ ਹੈਗੇ ਨੇ, ਜੋ ਸਾਡੇ ਹੱਕ ਹੈਗੇ ਨੇ। ਹਾਂ, ਕਈ ਵਾਰੀ ਚੁੱਪ ਰਹਿਣਾ ਕੋਈ ਪਾਪ ਨਹੀਂ ਹੈ, ਪਰ ਜੇ ਕੋਈ 10-12 ਸਾਲ ਤੋਂ ਅਗਲਾ ਬੰਦਾ ਤੁਹਾਡਾ ਜੀਣਾ ਪਰੇਸ਼ਾਨ ਕਰ ਰਿਹਾ ਹੈ, ਔਰ ਉਹਦੇ ਨਾਲ ਗੱਲ ਕਰਨੀ ਜ਼ਰੂਰੀ ਹੈ ਨਿੱਜਰ ਸਾਹਿਬ। ਤੁਸੀਂ ਉਹਨੂੰ ਵਿਚਾਰੇ ਨੂੰ ਬਰਦਾਸ਼ਤ ਕਰਦੇ ਰਹੋਗੇ, ਉਹ ਚੰਗਾ ਥੋੜੀ ਹੈ। ਧਰਮ ਤੇ ਉਹ ਕਹਿੰਦਾ ਨਾ, ਬਿਲਕੁਲ, ਕਿ ਆਪਾਂ ਹੁਣ ਇੱਕ ਬੰਦਾ, ਤੁਸੀਂ ਮੈਨੂੰ ਰੋਜ਼ ਜਿਹੜੀ, ਹੁਣ ਤੁਸੀਂ ਸਵੇਰ ਦੇ ਤੁਸੀਂ ਚੱਲ ਜਾਣਾ ਦਫ਼ਤਰੇ, ਤੁਸੀਂ 5-6 ਮਿੰਟ ਮੈਨੂੰ ਮਾੜਾ ਚੰਗਾ ਬੋਲਿਆ, ਸਾਰਾ ਦਿਨ ਮੇਰੇ ਮਨ ਤੇ ਕਿੰਨਾ ਪ੍ਰਭਾਵ ਹੈ, ਮੇਰਾ ਸਰੀਰ ਵੀ ਖਰਾਬ ਹੋਊ ਮੁੜ ਕੇ, ਸਾਰਾ ਦਿਨ ਸੋਚ ਕੇ ਉਹ ਚੀਜ਼ ਨੂੰ। ਹੁਣ ਜਦੋਂ ਆਪਾਂ ਦਫ਼ਤਰੇ ਗਿਆ, ਇੱਥੇ ਮੈਂ ਆਇਆ ਤੇ ਮੇਰਾ ਕੋਈ ਸਾਹਿਬ ਆ ਕੇ ਮੈਨੂੰ 5 ਮਿੰਟ ਬੋਲੇ ਮਾੜਾ ਸ਼ਬਦ, ਤੇ ਬਾਅਦ ਚ ਚੱਲ ਜੇ ਤੇ 12 ਘੰਟੇ ਮੇਰੇ ਤੇ ਔਖੇ ਹੋ ਗਏ ਨਾ। ਬਿਲਕੁਲ, ਹਨਾ? ਇਹ ਤੇ ਪਾਏ ਕਹਿੰਦੇ, ਇਹ ਕਹਿੰਦੇ ਕਿ ਜਿਹੜੇ ਲਫ਼ਜ਼ ਹੁੰਦੇ, ਕਹਿੰਦੇ ਬੰਦੇ ਦੀਆਂ ਅੰਤਰਾਂ ਨੂੰ ਪਾੜ ਦਿੰਦੇ ਆ। ਹਮੇਸ਼ਾ ਹੀ ਤੁਹਾਡੇ ਨਾਲ ਕੋਈ ਕਰਦਾ ਨਾ, ਤਾਂ ਪਲੀਜ਼ ਉਹਨੂੰ ਇਹ ਮਾੜਾ ਚੰਗਾ ਨਹੀਂ ਬੋਲਣਾ, ਉਹਨੂੰ ਪਿਆਰ ਨਾਲ ਹੀ ਕਹਿਣਾ ਕਿ ਤੁਸੀਂ ਏਦਾਂ ਕਿਉਂ ਸੋਚਦੇ ਜੋ, ਕਿਸੇ ਤਰੀਕੇ ਨਾਲ ਤੁਸੀਂ ਮੈਨੂੰ ਦੱਸੋ ਕਿ ਆਪਾਂ ਮਸਲੇ ਦਾ ਹੱਲ ਕਰੀਏ। ਕਿਉਂਕਿ ਲੌਂਗ ਰਨ ਹੈ, ਨਾ ਤੇ ਤੁਸੀਂ ਕਿਤੇ ਜਾਣਾ, ਨਾ ਮੈਂ ਕਿਤੇ ਜਾਣਾ, ਤੇ ਆਪਾਂ ਬਹਿ ਕੇ ਇਹ ਚੀਜ਼ ਦਾ ਹੱਲ ਕਰੀਏ, ਕਿਉਂਕਿ ਆਪਾਂ ਉਹ ਮਸਲੇ ਦਾ ਹੱਲ ਕਰਨਾ ਹੈ, ਔਰ ਤਾਂ ਜੋ ਜੀਵਨ ਚ ਸਾਡੇ ਥੋੜਾ ਜਿਹਾ ਨਾ ਉਲਝਣਾ ਕੱਟਣਾ। ਹਾਂਜੀ ਨੇ ਜੈਸਾ ਤੁਕ ਤੇ ਅੱਜ ਦੁਬਾਰਾ ਵਾਪਸ। ਹਾਂਜੀ ਹਾਂਜੀ। ਆਜਾ ਭੋਗੰਤ ਕੰਧ ਮੂਲੰ ਬਸੰਤੇ ਸਮੀਪ ਕੇਹਰਾ, ਤਤਰ ਗਤੇ ਸੰਸਾਰ ਹੈ ਨਾਨਕ ਸੋ ਘਰ ਖੰਗ ਵਿਆਪਤੇ। ਹਾਂਜੀ ਬੇਟੀ। ਹਾਂਜੀ ਠੀਕ ਹੈ, ਤੋ ਫੇਰ ਸਮਝਾ ਦਿਓ ਮਾੜਾ ਜਿਹਾ, ਮਤਲਬ ਕਿ ਇਹ ਕੀ ਹੈ ਕਿ ਕਾਲ ਦੇ ਵਿੱਚ ਰਹਿ ਕੇ ਬੰਦਾ, ਹਾਂ, ਜਿਹੜਾ ਬੰਦਾ ਆਪਾਂ ਸੰਸਾਰ ਦੇ ਵਿੱਚ ਆ, ਮਹਾਰਾਜ ਕਹਿੰਦੇ ਆ ਤੂੰ ਸੰਸਾਰ ਦੇ ਵਿੱਚ ਹੈਗਾ, ਉਸੇ ਤਰੀਕੇ ਦੇ ਨਾਲ ਹੈਗਾ ਆ ਜਿਸ ਤਰ੍ਹਾਂ ਇੱਕ ਬੱਕਰੀ ਜਿਹੜੀ ਹੈਗੀ ਆ, ਖੁਰਾਕ ਤਾਂ ਵਧੀਆ ਹੈ ਪਰ ਰਹਿ ਸ਼ੇਰ ਦੇ ਕੋਲ ਰਹੀ ਆ, ਇਸੇ ਤਰੀਕੇ ਦੇ ਨਾਲ ਤੈਨੂੰ ਜਿਹੜਾ ਹੈਗਾ ਇਹ ਸੋਗ, ਜਿਹੜਾ ਦੁੱਖ ਜਿਹੜਾ ਹੈਗਾ, ਦੁੱਖ ਤਕਲੀਫਾਂ ਜਿਹੜੀਆਂ ਹੈਗੀਆਂ, ਇਹ ਤ੍ਰਿਸ਼ਨਾ ਦੀ ਅੱਗ ਜਿਹੜੀ ਹੈਗੀ ਆ, ਇਹ ਸਾਰੀ ਤੈਨੂੰ ਜਿਹੜੀ ਹੈਗੀ ਆ ਇਹ ਤੈਨੂੰ ਦੁਖੀ ਕਰਦੀ ਰਹਿੰਦੀ ਆ। ਔਰ ਤੂੰ ਜਿਹੜਾ ਹੈਗਾ ਇਸ ਤੋਂ ਉੱਪਰ ਜਿਹੜਾ ਹੈਗਾ ਤੂੰ ਉਹ ਜਿਹੜਾ ਹੈਗਾ ਇਹ ਮਾਇਆ ਦਾ ਜਿਹੜਾ ਡਰ ਹੈਗਾ, ਇਸ ਤੋਂ ਉੱਪਰ ਉੱਠ ਹੀ ਨਹੀਂ ਸਕਦਾ ਤੂੰ, ਜਿਹੜਾ ਹੈਗਾ ਤੂੰ ਨਿਡਰ ਹੋ ਹੀ ਨਹੀਂ ਸਕਦਾ, ਕਿਉਂਕਿ ਜਦ ਤੱਕ ਤੂੰ ਜਿਹੜਾ ਹੈਗਾ ਇਹ ਮਾਇਆ ਤੋਂ ਉੱਪਰ ਆਪਣੀ ਪ੍ਰਾਣ ਸ਼ਕਤੀ ਜਿਹੜੀ ਹੈਗੀ, ਜੋ ਤੂੰ ਖੁਰਾਕ ਲੈ ਰਿਹਾ ਹੈ, ਸਾਰੀ ਖੁਰਾਕ ਖਾ ਰਿਹਾ ਹੈ, ਸਾਰਾ ਕੁਝ ਕਰ ਰਿਹਾ, ਪਰ ਉਹ ਖੁਰਾਕ ਲੱਗਦੀ ਕਿੱਥੇ ਹੈ, ਜਾ ਕਿੱਥੇ ਰਹੀ ਹੈ? ਤੂੰ ਇੱਕ ਕਦਮ ਵੀ ਤਾਂ ਵਧਿਆ ਨਹੀਂ ਹੈ ਰੱਬ ਵਾਲੇ ਪਾਸੇ, ਇੰਨੀ ਤੂੰ ਖੁਰਾਕ ਖਾਈ ਜਾ ਰਿਹਾ ਹੈ, ਕਿੱਥੇ ਜਾ ਰਹੀ ਹੈ ਦੱਸ? ਆਹ ਚੀਜ਼ ਹੈਗੀ ਗੋਰਖੀ ਸਾਹਿਬ। ਹਾਂ ਬਿਲਕੁਲ ਠੀਕ ਹੈ। ਸਾਧ ਸੰਗਤ ਜੀ ਕਹਿੰਦੇ ਕਿ ਤੂੰ ਜਿਮ ਤੇ ਜਾਣਾ, ਹਾਂ, ਐਕਸਰਸਾਈਜ਼ 2-3 ਸਾਲ ਕੀ 25-30 ਸਾਲ ਤੋਂ ਐਕਸਰਸਾਈਜ਼ ਕਰ ਰਹੇ ਹਾਂ, ਤੇ ਸਰੀਰ ਤੇਰਾ ਬੰਦਾ ਨਹੀਂ ਪਿਆ। ਹਾਂ ਬਸ ਉਹੀ ਗੱਲ ਹੈ, ਬਿਲਕੁਲ। ਬਾਣੀ ਤੇ ਕਹਿੰਦੀ ਨਿਡਰ ਪਦ ਮਿਲੂਗਾ ਤੈਨੂੰ, ਬ੍ਰਹਮ ਮਿਲੂਗੀ, ਤੇਰੇ ਅੰਦਰ ਇੰਨੀ ਸ਼ਕਤੀ ਹੋਊਗੀ, ਤੇ ਤੈਨੂੰ ਕੋਈ ਵੱਢ ਵੀ ਦੇਵੇ ਤਾਂ ਵੀ ਨਹੀਂ ਤੈਨੂੰ, ਤੇਰੇ ਅੰਦਰ ਤੋੜਨਾ ਤੈਨੂੰ ਔਖਾ। ਸੰਤਾਂ ਨੂੰ ਵੇਖੋ ਤੋੜਨਾ ਬਹੁਤ ਔਖਾ, ਸਿਰ ਵੱਢ ਦਿੰਦੇ ਅਗਲੇ, ਕੁਛ ਵੀ ਨਹੀਂ ਕਹਿੰਦੇ। ਤੇ ਕਹਿੰਦੇ ਉਹ ਗੱਲ ਤੇਰੀ ਤੇ ਬਣਦੀ ਨਹੀਂ ਪਈ, ਹਨਾ? ਬਿਲਕੁਲ ਸਹੀ ਗੱਲ ਹੈ, ਕਿਉਂਕਿ ਸਾਰਾ ਕੁਝ ਤਾਂ ਆਪਾਂ ਯੂਜ਼ ਕਰੀ ਜਾ ਰਹੇ ਹਾਂ, ਮਾਲਕ ਪਰਮਾਤਮਾ ਨੇ ਜੋ ਦਿੱਤਾ ਹੈ, ਪਰ ਕਾਹਦੇ ਵਾਸਤੇ ਦਿੱਤਾ ਹੈ ਇਹ ਨਹੀਂ ਦੇਖਦੇ ਆਪਾਂ, ਉਹ ਕੰਮ ਤਾਂ ਹੋ ਨਹੀਂ ਰਿਹਾ। ਹਾਂ, ਪ੍ਰੋਗਰੈਸ ਨਹੀਂ ਹੋ ਰਹੀ ਕਹਿੰਦੇ, ਆਊਟਪੁੱਟ ਤੇਰੀ ਉਹ ਨਿਡਰ ਪਦ ਨਿੱਜਰ ਸਾਹਿਬ ਉਹ ਭਗਤੀ ਚ ਮਿਲਦਾ ਜਦੋਂ ਆਪਾਂ ਸਮਾਧੀ ਚ ਜਾਂਦੇ ਹਾਂ ਨਾ, ਤੇ ਸਾਡੇ ਅੰਦਰ ਜਿਹੜੀ ਪ੍ਰਾਣ ਊਰਜਾ ਜਦੋਂ ਪ੍ਰਗਟ ਹੋ ਜਾਂਦੀ ਹੈ, ਤੇ ਤੁਸੀਂ ਵੇਖੋ ਨਾ ਛੋਟਾ ਬੱਚਾ ਉਹਦਾ ਸਵਾਸ ਢਿੱਡ ਚ ਚੱਲਦੇ ਆ, ਉਹਨੂੰ ਡਰਾਉਣਾ ਵੀ ਬੜਾ ਔਖਾ, ਪਰ ਜਿਵੇਂ ਜਿਵੇਂ ਬੱਚਾ ਵੱਡਾ ਹੋ ਜਾਂਦਾ ਨਾ, ਉਹਦੇ ਸਵਾਸ ਨਿੱਜਰ ਸਾਹਿਬ ਨਾਭੀ ਚੱਕਰ ਤੋਂ ਉੱਪਰ ਆ ਜਾਂਦੇ ਆ। ਜਿਹੜਾ ਸਾਧਕ ਹੁੰਦਾ ਨਾ, ਜੇ ਤੁਸੀਂ ਸਾਧਨਾ ਕੀਤੀ 2-4 ਮਹੀਨੇ 5 ਮਹੀਨੇ, ਤੁਹਾਡਾ ਢਿੱਡ ਚ ਤੁਹਾਡੇ ਸਵਾਸ ਚੱਲਣਗੇ, ਤੁਸੀਂ ਲੰਮੇ ਪਏ ਹੋਗੇ ਨਾ, ਤੁਹਾਡਾ ਢਿੱਡ ਠਾਂ ਹੋਊਗਾ। ਉੱਥੋਂ ਊਰਜਾ ਜਦੋਂ ਚੱਲ ਪੈਂਦੀ ਆ, ਫਿਰ ਤੁਹਾਨੂੰ ਪਰੇਸ਼ਾਨ ਕਰਨਾ, ਤੁਹਾਨੂੰ ਦੁਖੀ ਕਰਨਾ, ਕਿਸੇ ਦੇ ਲਫ਼ਜ਼ ਤੁਹਾਡੇ ਕੋਲ ਪਹੁੰਚਣੇ ਨਹੀਂ, ਭਾਵੇਂ ਕੋਈ ਗਾਲਾਂ ਕੱਢ ਦੇ ਤੁਹਾਨੂੰ, ਕਿਉਂਕਿ ਅੰਦਰ ਇੰਨੀ ਜ਼ਿਆਦਾ એનર્ਜੀ ਹੈ ਨਾ, ਉੱਥੇ ਛੋਟੇ ਮੋਟੇ ਕਿਸੇ ਦੇ ਲਫ਼ਜ਼ ਤੁਹਾਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਬਹੁਤ ਸਹਿਣਸ਼ੀਲਤਾ ਆ ਜਾਣੀ ਆ, ਨਾਮ ਚ ਬਹੁਤ ਸ਼ਕਤੀ ਹੈ, ਭਗਤੀ ਚ ਸ਼ਕਤੀ। ਕੋਈ ਇਹ ਨਹੀਂ ਕਿ ਆਪਾਂ ਸ਼ਕਤੀ ਮਾਰਾਂਗੇ ਤੇ ਕਿਸੇ ਨੂੰ ਮਿੱਟੀ ਬਣਾ ਦਾਂਗੇ ਜਾਂ ਕੁਛ ਬਣਾ ਦਾਂਗੇ। ਸ਼ਕਤੀ ਦਾ ਮਤਲਬ ਸਾਡੇ ਅੰਤਰਾਕਰਨ ਚ ਬਹੁਤ ਜ਼ਿਆਦਾ ਉਚਾਈ ਆ ਜਾਣੀ, ਔਰ ਉਹ ਸ਼ਕਤੀ ਜਿਹੜੀ ਆ ਸਾਨੂੰ ਭਗਤੀ ਚੋਂ ਹੀ ਮਿਲਦੀ ਆ, ਧਿਆਨ ਸਿਮਰਨ ਕਰਨਾ ਮਿਲਦੀ ਆ।
ਉਸੇ ਮਿਲਣ ਤੋਂ ਬਾਅਦ ਸਾਨੂੰ ਕੀ ਹੁੰਦਾ ਕਿ ਸਾਨੂੰ ਇਹ ਜਿਹੜਾ ਡਰ ਆ, ਚਿੰਤਾ, ਪਰੇਸ਼ਾਨੀਆਂ, ਇਹ ਸਾਰੀਆਂ ਖਤਮ ਹੋ ਜਾਣੀਆਂ। ਦੁੱਖਾਂ ਤੇ ਕਲੇਸ਼ਾਂ ਦਾ ਨਾਸ ਕੀ ਹੁੰਦਾ? ਦੁੱਖ ਕਾਹਦੇ ਨੇ? ਦੁੱਖ ਆਪਾਂ ਨੂੰ ਗਿਆਨ ਹੋ ਗਿਆ ਔਰ ਸਾਨੂੰ ਪਤਾ ਲੱਗ ਗਿਆ ਜੀਵਨ, ਦੇਖੋ ਜੀਵਨ ਨੂੰ ਜਦ ਤੱਕ ਤੁਸੀਂ ਸੁਲਝਾਉਂਦੇ ਨਹੀਂ ਜੋ ਨਾ, ਉਹਨਾਂ ਚਿਰ ਤੱਕ ਜੀਵਨ ਨਹੀਂ ਜੇ ਸੁਲਝਣਾ। ਬੰਨਾ ਮਰਜ਼ੀ ਪਾਠ ਕਰ ਲਓ, ਜੇ ਤੁਹਾਨੂੰ ਕੌਣ ਦਾ ਹੀ ਨਹੀਂ ਪਤਾ ਨਿੱਜਰ ਸਾਹਿਬ। ਸਹੀ ਹੈ, ਬਿਲਕੁਲ ਠੀਕ ਹੈ ਜੀ ਬਿਲਕੁਲ। ਤੁਸੀਂ ਝੂਠ ਮਾਰੀ ਜਾਂਦੇ ਜੋ, ਤੁਸੀਂ ਉਲਟਾ ਪੁਲਟਾ ਕੰਮ ਕਰੀ ਜਾਂਦੇ ਤੇ ਉਹ ਪ੍ਰਮਾਤਮਾ ਕੀ ਲਾਈਕ ਕਰੂਗਾ ਚੀਜ਼ ਨੂੰ? ਉਹ ਕਹੂਗਾ ਕਿ ਭੋਲਿਆ ਸਬਜ਼ੀ 'ਚ 3-4 ਚਮਚੇ ਪਾ ਕੇ ਲੈ ਆ ਤੇ ਕਿੱਥੋਂ ਖਾ ਲੈਣੀ ਆ ਮੈਂ? ਲੂਣ ਦੇ ਚਮਚੇ। ਹਾਂ, ਉਹ ਤੇ ਲੂਣ ਪਾਇਆ ਤੂੰ, ਉਹ ਖਾਊਗਾ ਪ੍ਰਮਾਤਮਾ ਤੁਹਾਡੀ ਸਬਜ਼ੀ? ਪਾਠ ਪੜ ਲਓ, ਭਾਵੇਂ ਪੂਜਾ ਕਰ ਲਓ, ਜੋ ਮਰਜ਼ੀ ਕਰੀ ਜਾਓ, ਉਹ ਚ ਕ੍ਰੋਧ ਪਾਤਾ। ਸੋ ਇਹ ਸਾਧ ਸੰਗਤ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ, ਇਹ ਇਹਨਾਂ ਚੀਜ਼ਾਂ ਨੂੰ ਆਪਾਂ ਵਿਚਾਰ ਕਰੀਏ ਤਾਂ ਜੋ ਇਹ ਜਿਹੜੀ ਆਪਾਂ ਆਪਾਂ ਯਾਤਰਾ ਤੇ ਨਿਕਲੇ ਆ ਔਰ ਥੋੜਾ ਜਿਹਾ ਸੁਖਮ ਹੋਊ, ਆਪਣੇ ਵੱਲ ਧਿਆਨ ਮਾਰੋ ਕਿ ਸਭ ਤੋਂ ਪਹਿਲਾਂ ਤੇ ਆਪਣੇ ਆਪ ਨੂੰ ਵੇਖੋ ਕਿ ਤੁਹਾਡਾ ਏਦਾਂ ਦਾ ਕਰਮ ਤਾਂ ਨਹੀਂ ਹੈਗਾ ਜਿਹਦੇ ਕਰਕੇ ਤੁਹਾਡੇ ਘਰ ਤੋਂ ਕੋਈ ਡਿਸਟਰਬ ਹੋਵੇ। ਦੇਖੋ ਬਾਣੀ ਤੇ ਪਤਾ ਕੀ ਕਿਹਾ ਗਿਆ? ਬਾਣੀ ਜਦੋਂ ਕਹਿੰਦੀ ਹਮ ਨਹੀਂ ਚੰਗੇ, ਮਤਲਬ ਉਹਦਾ ਕਾਰਨ ਇਹ ਹੁੰਦਾ ਕਿ ਪਹਿਲਾਂ ਮੈਂ ਆਪਣੇ ਆਪ ਨੂੰ ਪਛਾਣ ਲਾਂ। ਮੈਂ ਦੂਜੇ ਨੂੰ ਤੇ ਨਹੀਂ ਬਦਲ ਸਕਦਾ, ਪਰ ਮੈਂ ਆਪਣੇ ਆਪ ਨੂੰ ਬਦਲੂੰਗਾ। ਪਰ ਇੱਕ ਗੱਲ ਯਾਦ ਰੱਖਣੀ, ਜਦੋਂ ਦੀਪਕ ਜਲਦਾ ਹੈ ਨਾ ਤੇ ਉਹਦਾ ਪ੍ਰਕਾਸ਼ ਕੇਵਲ ਉਹਦੇ ਲਈ ਨਹੀਂ ਹੁੰਦਾ, ਆਲੇ ਦੁਆਲੇ ਲਈ ਵੀ ਹੁੰਦਾ। ਹਾਂਜੀ ਨਿੱਜਰ ਸਾਹਿਬ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਹਰ ਇੱਕ ਦੀਪਕ ਤੋਂ ਹਜ਼ਾਰਾਂ ਦੀਪਕ ਜਲਦੇ ਨੇ। ਤੁਸੀਂ ਜਲ ਗਏ ਨਾ ਤਾਂ ਤੁਹਾਡੇ ਘਰ ਨੇ ਵੀ, ਜਿਹੜੀ ਤੁਹਾਡੇ ਘਰ ਦੇ ਜਿਹੜੇ ਦੂਜੇ ਮੈਂਬਰ ਹੈਗੇ ਉਹ ਵੀ ਪ੍ਰਕਾਸ਼ਮਾਨ ਹੋ ਜਾਣੇ, ਕਿਉਂਕਿ ਅੰਦਰ ਦੀਪਕ ਜਗ ਚੁੱਕੇ। ਔਰ ਇਹ ਜਗਾਉਣਾ ਨਹੀਂ ਜਗਾਉਣਾ ਉਹ ਤੁਹਾਡੇ ਆਪਣੇ ਆਪ ਤੇ। ਦੇਖੋ ਕਿਤੇ ਕੋਈ ਤੇ ਸੰਸਾਰ ਦਾ ਕਿ ਆਪਾਂ ਪਤਾ ਕੀ ਪ੍ਰੋਬਲਮ, ਆਪਾਂ ਦੁਨੀਆ ਨੂੰ ਬਦਲਣਾ ਚਾਹੁੰਦੇ ਹਾਂ, ਦੁਨੀਆ ਨਹੀਂ ਜੋ ਬਦਲਣੀ। ਨਾ 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 ਨਾ, ਬੁਰਾ ਤਾਂ ਹੈ ਹੀ ਨਹੀਂ ਕੋਈ ਵੀ। ਮਹਾਰਾਜ ਤਾਂ ਕਹਿੰਦੇ ਆ ਕਿ ਬੁਰਾ ਨਾ ਦਿਸੇ ਕੋਈ। ਬੁਰਾ ਨਹੀਂ ਜੋ ਕੋਈ ਹੈਗਾ, ਪਰ ਪ੍ਰੋਬਲਮ ਤੇ ਹੈ ਕਿ ਅਸੀਂ ਸਮਝੇ ਕਿ ਦੁਨੀਆ ਮਾੜੀ ਆ, ਅਸੀਂ ਬਹੁਤ ਚੰਗੇ ਹਾਂ, ਉੱਥੇ ਤੇ ਗੜਬੜ ਹੋ ਗਈ। ਐਸਾ ਨਹੀਂ ਮਨ ਵਿਚਾਰ ਰੱਖਣਾ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀ। ਦੇਖੋ ਗੁਰਕੀ ਸਾਹਿਬ, ਇਹਦੇ ਚੋਂ ਇਹ ਨਹੀਂ ਪਤਾ ਲੱਗ ਰਿਹਾ ਆਪਾਂ ਨੂੰ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਬਈ ਬਦਲਣਾ ਤਾਂ ਆਪਣੇ ਆਪ ਨੂੰ ਹੈ, ਮੈਂ ਹੀ ਚੰਗਾ ਨਹੀਂ ਹੈ, ਬਦਲਣਾ ਤਾਂ ਮੈਨੂੰ ਹੈਗਾ, ਮੈਂ ਆਪਣੇ ਆਪ ਨੂੰ ਬਦਲਣਾ ਹੈ। ਅਗਲੇ ਨੂੰ ਤਾਂ ਮਹਾਰਾਜ ਤਾਂ ਆਰਡਰ ਹੀ ਨਹੀਂ ਕਰ ਰਹੀ। ਬਾਣੀ ਤਾਂ ਕਹਿੰਦੀ ਬੁਰਾ ਤਾਂ ਕੋਈ, ਉਹ ਤਾਂ ਬੁਰਾ ਹੈ ਹੀ ਨਹੀਂ, ਬੁਰਾ ਤਾਂ ਤੂੰ ਹੈਗਾ। ਨਿੱਜਰ ਸਾਹਿਬ ਉਹ ਅਰਜੁਨ ਤੇ ਦੁਰਯੋਧਨ ਵਾਲੀ ਗੱਲ ਆ। ਉਹ ਅਰਜੁਨ ਚੰਗਾ ਸੀ ਤੇ ਉਹਨੂੰ ਬੁਰਾ ਕਿੱਥੋਂ ਮਿਲੇ? ਤੇ ਦੁਰਯੋਧਨ ਬੁਰਾ ਹੀ, ਉਹਨੂੰ ਚੰਗਾ ਕਿੱਥੋਂ ਮਿਲੇ? ਬਿਲਕੁਲ ਸਹੀ ਗੱਲ ਹੈ, ਸੇਮ ਗੱਲ ਹੈ। ਸੰਸਾਰ ਤੇ ਨਿੱਜਰ ਸਾਹਿਬ ਸਾਡਾ ਹੀ ਅਕਸ਼ ਆ। ਮਨ ਮੈਲੇ ਤੇ ਸਭ ਕੁਝ ਮੈਲਾ। ਉਹ ਕਹਿੰਦਾ ਜੇ ਤੇਰਾ ਮਨ ਮੈਲਾ ਵਾ ਤੇ ਤੈਨੂੰ ਚੰਗੇ ਵੀ ਮਾੜੇ ਨਜ਼ਰ ਆਉਣੇ। ਬਸ ਬਿਲਕੁਲ ਠੀਕ ਹੈ। ਔਰ ਆਪਾਂ ਨੇ ਜਿਹੜਾ ਆਪਣੇ ਆਪ ਨੂੰ ਹੀ ਸੁਧਾਰਨਾ ਹੈ, ਆਪਣੇ ਆਪ ਦੇ ਹੀ ਔਗੁਣ ਦੂਰ ਕਰਨੇ ਆ ਭਾਈ। ਆਹੀ ਗੇਮ ਹੈਗੀ ਆ, ਇਹੀ ਭਗਤੀ ਹੈਗੀ ਆ, ਸਾਰਾ ਕੁਝ ਇਹੀ ਹੈਗਾ ਭਾਈ। ਔਰ ਇਹਦੇ ਲਈ ਦੇਖ ਲਓ, ਦੇਖ ਲਓ ਹੁਣ ਜੇ ਇਹਦੇ ਲਈ ਜਿਹੜਾ ਹੈਗਾ, ਜੇ ਉੱਪਰਲੀ ਮੰਜ਼ਿਲ ਤੇ ਹੁਣ ਪਾਣੀ ਲੈ ਕੇ ਜਾਣਾ ਹੈ ਤੇ ਥੱਲੇ ਦੀ ਜਿਹੜੀ ਹੈਗੀ ਵੱਡੀਆਂ ਜਿਹੜੀਆਂ ਟੂਟੀਆਂ ਹੈਗੀਆਂ ਉਹਨਾਂ ਨੂੰ ਆਪਾਂ ਨੇ ਬੰਦ ਕਰਨਾ ਪੈਣਾ ਭਾਈ। ਉਹ ਧਿਆਨ ਸਿਮਰਨ ਤੋਂ ਬਗੈਰ ਬੰਦ ਨਹੀਂ ਹੋ ਸਕਦੀ। ਬਸ ਸਿੰਪਲ ਜੀ ਗੱਲ ਹੈ। ਹਾਂ, ਔਰ ਉਹ ਸਾਧ ਸੰਗਤ ਜੀ ਉਹਦੇ ਚ 2 ਆਪਸ਼ਨ ਨੇ ਤੁਹਾਡੇ ਕੋਲ। ਇੱਕ ਤਾਂ ਤੁਸੀਂ ਝੂਠ ਬੋਲਣਾ ਏਦਾਂ ਬੰਦ ਕਰ ਲਓ, ਬਹੁਤ ਹੀ ਸੌਖਾ ਕੰਮ। ਪਰ ਇਹ ਵਿਮਲ ਕੀਰਤੀ ਵਾਲੀ ਗੱਲ ਸੀ। ਵਿਮਲ ਕੀਰਤੀ ਜਿਹੜਾ ਨਾ ਮਹਾਤਮਾ ਬੁੱਧ ਦਾ ਇੱਕ ਚੇਲਾ ਹੋਇਆ ਤੇ ਉਹਨੂੰ ਕਹਿੰਦੇ ਕਿ ਜਿਹੜੇ ਦੂਜੇ ਸੀ ਉਹ ਕਹਿੰਦੇ ਤੂੰ ਸ਼ਰਾਬ ਕਿਆ ਇਕੱਲਾ ਸੁਣਦਾ। ਹਾਂ ਸੁਣਦਾ, ਉਹ ਸੁਣਨ ਦੇ ਨਾਲ ਹੀ ਗੁਰਕੀ ਸਾਹਿਬ ਉਹ ਜਿਹੜਾ ਹੈ ਨਾ ਸੁਣਨ ਦੇ ਨਾਲ ਇੰਪਲੀਮੈਂਟ ਕਰ ਲੈਂਦਾ ਸੀ। ਉਹਦੇ ਵਾਸਤੇ ਪ੍ਰੈਕਟਿਸ ਦੀ ਲੋੜ ਨਹੀਂ ਪੈਂਦੀ ਸੀ, ਉਹਨੂੰ ਧਿਆਨ ਸਿਮਰਨ ਦੀ ਲੋੜ ਨਹੀਂ ਪੈਂਦੀ ਸੀ। ਉਹਨੇ ਜੋ ਗੱਲ ਸੁਣੀ ਆ ਉਹਨੇ ਆਪਣੇ ਅੰਦਰ ਉਸੇ ਵੇਲੇ ਧਾਰ ਲੈਣੀ, ਉਸੇ ਵੇਲੇ ਚੇਂਜ ਕਰ ਦੇਣਾ ਹੈ ਉਹਨੇ। ਹਾਂਜੀ ਗੁਰਕੀ ਸਾਹਿਬ। ਹਾਂ ਤੇ ਵੇਖ ਲਓ ਗੱਲ ਉੱਤੇ ਪਹੁੰਚ ਗਈ ਨਾ। ਉਹ ਕਹਿੰਦਾ ਕਿ ਤੁਸੀਂ ਅਸੀਂ ਸਾਧਕ ਆ, ਅਸੀਂ ਤੇਰੇ ਤੋਂ ਵੱਡੀ ਪੋਜੀਸ਼ਨ ਹੈ। ਕਹਿੰਦਾ ਤੁਸੀਂ ਨੰਬਰ 2 ਤੇ ਜੋ। ਕਹਿੰਦਾ ਇਹ ਇੱਕ ਬੁੱਧੀ ਆ, ਕਹਿੰਦਾ ਇੱਕ ਸਧਾਰਨ ਬੁੱਧੀ ਆ, ਉਹ ਨਹੀਂ ਸਮਝ ਪਾਉਂਦੀ, ਉਹਨੂੰ ਸਾਧਨਾ ਕਰਨੀ ਪੈਣੀ ਆ। ਤੇ ਜਿਹੜਾ ਚੰਗਾ ਵਾ ਸਾਧਕ ਉਹਨੂੰ ਸੁਣ ਕੇ ਗੱਲ ਦਾ ਇੰਪਲੀਮੈਂਟ ਕਰਦਾ ਤੇ ਉਹਨੇ ਝੂਠ ਬੋਲਣਾ ਬੰਦ ਕਰਤਾ। ਹੁਣ ਇੱਥੇ ਆਪਸ਼ਨ 2 ਆ ਜਾਂਦਾ ਵਾ ਸਾਡੇ ਕੋਲ। ਕਿਉਂਕਿ ਬ੍ਰਹਮ ਸਾਡੇ ਕੋਲ ਇੰਨੀ ਪਾਵਰ ਨਹੀਂ ਹੈਗੀ, ਸਾਡੇ ਕੋਲ ਸਾਨੂੰ ਮਦਦ ਚਾਹੀਦੀ ਹੈ ਬ੍ਰਹਮ ਤੋਂ। ਵੇਖੋ ਇੱਕ ਚੀਜ਼ ਨੂੰ ਸਾਧ ਸੰਗਤ ਚ ਯਾਦ ਰੱਖਣੀ, ਬ੍ਰਹਮ ਵੀ ਸਾਡੀ ਮਦਦ ਇਹੋ ਕਰ ਸਕਦਾ ਵਾ, ਸਾਨੂੰ ਪਵਿੱਤਰ ਹੀ ਕਰ ਸਕਦਾ। ਪਰ ਜਿਹੜੇ ਕੰਮ ਹੈ ਨਿੱਜਰ ਸਾਹਿਬ ਸਾਨੂੰ ਖੁਦ ਹੀ ਕਰਨੇ ਪੈਣੇ, ਜੋ ਉਹ ਨਹੀਂ ਸਾਡੇ ਬ੍ਰਹਮ ਨੇ ਕਰਨੇ। ਆਪ ਸਮਝਦੇ ਮੇਰੀ ਗੱਲ? ਬਿਲਕੁਲ ਗੁਰਕੀ ਸਾਹਿਬ, ਬਿਲਕੁਲ। ਰਿੰਗ ਦੇ ਵਿੱਚ ਲੜਨਾ ਤਾਂ ਆਪਾਂ ਨਹੀਂ ਹੈ, ਕੋਈ ਨਹੀਂ, ਕੋਈ ਭਾਵੇਂ ਜਿਹੜਾ ਮਰਜ਼ੀ ਬ੍ਰਹਮ ਗਿਆਨੀ ਹੋਏ। ਇਹ ਤਾਂ ਮਾਇਆ ਨੇ ਵਰਦਾਨ ਲਿਆ ਹੋਇਆ, ਪਰਮਾਤਮਾ ਨੇ ਮਾਇਆ ਐਸੀ ਡਿਜ਼ਾਈਨ ਕੀਤੀ ਹੈ ਬਈ ਬੰਦਾ ਆਪਣੇ ਆਪ ਨੂੰ ਤਾਰ ਸਕਦਾ ਹੈ। ਉਹ ਜਿਹੜਾ ਹੈਗਾ ਕੋਈ ਉਹਦੀ ਮਦਦ ਹੱਥ ਫੜ ਕੇ ਕੋਈ ਨਹੀਂ ਉਹਨੂੰ ਚੱਕ ਸਕਦਾ। ਕਹਿੰਦੇ ਜੀ ਉਹ ਤਾਂ ਇਹਨਾਂ ਨੇ ਇੰਨੇ ਤਾਰ ਤੇ ਨਹੀਂ ਪਾਏ,
ਉਹਨਾਂ ਨੇ ਉਹਨੂੰ ਜਿਹੜੀ ਟ੍ਰੇਨਿੰਗ ਦਿੱਤੀ, ਗਿਆਨ ਦਿੱਤਾ, ਤਾਂ ਉਹਨੇ ਲੜ ਕੇ ਆਪਣੇ ਆਪ ਜਿਹੜਾ ਹੈਗਾ ਧਿਆਨ ਸਿਮਰਨ ਕਰਕੇ ਜਿਹੜਾ ਹੈਗਾ ਉਹਨੇ ਆਪਣੇ ਆਪ ਨੂੰ ਜਿੱਤਿਆ ਭਾਈ। ਹਾਂਜੀ ਵੀਰ ਜੀ। ਹਾਂ ਨਿੱਜਰ ਸਾਹਿਬ, ਉਹ ਇਹ ਪਤਾ ਕੀ ਆ, ਬ੍ਰਹਮ ਵੀ ਕਿਸੇ ਦੀ ਮਦਦ ਨਹੀਂ ਕਰਦਾ ਜੇ, ਬ੍ਰਹਮ ਤੇ ਕੇਵਲ ਇਹੋ ਕਰਦਾ ਵਾ ਕਿ ਤੈਨੂੰ ਸਾਫ਼ ਕਰ ਦੂਗਾ। ਉਹ ਕਹਿੰਦਾ ਕਿ ਅੱਜ ਤੇਰੀ ਗੱਡੀ ਖਰਾਬ ਹੋਈ ਹੈ ਨਾ, ਟੁੱਟੀ ਭੱਜੀ, ਮੈਂ ਰਿਪੇਅਰ ਕਰ ਦੂੰਗਾ, ਪਰ ਯਾਤਰਾ ਤੇ ਕਬੀਰ ਵਾਂਗੂ ਤੈਨੂੰ ਖੁਦ ਹੀ ਕਰਨੀ ਪੈਣੀ ਆ। ਔਖਤ ਘਾਟੀ ਰਾਮ ਕੀ। ਬਿਲਕੁਲ ਬਿਲਕੁਲ ਸਹੀ ਗੱਲ। ਤੇ ਜੇ ਤੂੰ ਸੋਚੇ ਕਿ ਤੇਰੀ ਲੜਾਈ ਕੋਈ ਹੋਰ ਲੜੇਗਾ, ਬ੍ਰਹਮ ਨੇ ਨਹੀਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਤੇਰੇ ਹੀ ਹੈਗੇ ਨੇ, ਮਤਲਬ ਮੈਂ ਕਹਿ ਸਕਦਾ ਦੁਸ਼ਮਣ ਨਹੀਂ ਕਹਿ ਸਕਦਾ, ਆਪੋਜੀਸ਼ਨ। ਹਾਂ ਆਪੋਜ਼ਿਟ ਟੀਮ ਹੈਗੀ ਆ ਨਾ। ਖੇਡ ਵਾਸਤੇ ਭੇਜਿਆ ਮਾਲਕ ਨੇ, ਖੇਡ ਤਾਂ ਆਪਾਂ ਨੂੰ ਖੇਡਣੀ ਪਊਗੀ, ਮਾਲਕ ਥੋੜੀ ਨਾ ਖੇਡੂਗਾ ਆ ਕੇ। ਨਿੱਜਰ ਸਾਹਿਬ, ਜੇ ਉਹ ਪ੍ਰਕਿਰਤੀ ਚੋਂ ਏਦਾਂ ਹੀ ਸਾਨੂੰ ਬਾਹਰ ਕੱਢ ਲਏ ਤੇ ਫਿਰ ਗੇਮ ਹੀ ਖਤਮ ਹੋ ਗਈ। ਗੇਮ ਤਾਂ ਖਤਮ ਹੋ ਗਈ, ਲੂਜ਼। ਗੇਮ ਦਾ ਪਰਪਸ ਕੀ ਰਹਿ ਗਿਆ ਗੋਰਖੀ ਸਾਹਿਬ? ਹਾਂ ਫਿਰ ਉਹ ਤੇ ਨਿੱਜਰ ਸਾਹਿਬ ਖਤਮ ਕਹਾਣੀ ਹੋ ਗਈ। ਉਹ ਜਿਹੜੀ ਗੇਮ ਹੈ ਨਾ, ਉਹ ਏਦਾਂ ਵਾ ਕਿ ਜਿੱਦਾਂ ਉਹ ਵੀਡੀਓ ਗੇਮ 'ਚ ਤੁਹਾਨੂੰ ਗਨ ਮਿਲ ਜੇ, ਤਾਂ ਤੁਹਾਨੂੰ ਸਟੇਨ ਗਨ ਮਿਲ ਜੇ, ਤੋਪ ਮਿਲ ਜੇ, ਉਹ ਚੀਜ਼ ਹੈਗੀ ਜੋ। ਪਰ ਉਹ ਜਿਹੜੇ ਚਾਰਟ ਹੈਗੇ ਆ, ਜੀਵਨ ਰੂਪੀ ਚਾਰਟ ਹੈ, ਇਹ ਤੁਹਾਨੂੰ ਪਾਰ ਕਰਨਾ ਪੈਣਾ ਹੈ। ਬਿਲਕੁਲ। ਹਾਂ ਤੇ ਉਹ ਚਲੋ ਠੀਕ ਹੈ। ਹਾਂਜੀ ਅੱਗੇ ਚਲੀਏ। ਹਾਂਜੀ ਅੱਗੇ ਚੱਲਦੇ ਆਪਾਂ। ਛਲੰਗ ਛਿਦਰੰਗ ਕੋਟ ਵਿਗਨੰ ਅਪਰਾਧੰ ਕਿਲਵਿਕ ਮਲੰਗ। ਹੁਣ ਦੇਖ ਲਓ, ਕਹਿੰਦੇ ਆ ਕਿ ਇੰਨੇ ਐਬ ਆ ਇਨਸਾਨ ਦੇ ਅੰਦਰ, ਛਲ ਛਿੱਦਰ ਹੈਗੇ ਉਹਦੇ ਅੰਦਰ, ਪ੍ਰਾਣ ਸ਼ਕਤੀ ਜਿਹੜੀ ਆ ਥੱਲੇ ਸਾਰੀ ਲੂਸ ਹੋ ਰਹੀ ਹੈ। ਛਲੰਗ ਛਿਦਰੰਗ ਕੋਟ ਵਿਗਨੰ, ਕਰੋੜਾਂ ਹੀ ਰੁਕਾਵਟਾਂ ਹੈਗੀਆਂ। ਅਪਰਾਧੰ ਕਿਲਵਿਕ ਮਲਨੰ, ਇੰਨੇ ਅਪਰਾਧ ਕੀਤੇ ਹੋਏ ਆ, ਇੰਨਾ ਮਲੀਨ ਹੋ ਗਿਆ ਹੈ। ਕਿਲਵਿਕ ਕਹਿੰਦੇ ਬਜਰ ਪਾਪ ਕਰ ਕਰਕੇ। ਛਲੰਗ ਛਿਦਰੰਗ ਕੋਟ ਵਿਗਨੰ ਅਪਰਾਧੰ ਕਿਲਵਿਕ ਮਲਨੰ ਮਲੰਗ ਕਿਲਵਿਕ ਮਲੰਗ ਪਰਮ ਮੋਹੰ ਮਾਨ ਅਪਮਾਨੰ ਮਦੰਗ ਮਾਇਆ ਵਿਆਪਤੰ। ਕਹਿੰਦੇ ਭਰਮ ਮੋਹ ਦੇ ਵਿੱਚ ਹੈਗਾ, ਮਾਨ ਅਪਮਾਨ ਦੇ ਵਿੱਚ ਹੈਗਾ। ਮਾਨ ਕੀ ਹੈ? ਅਗਲੇ ਨੇ ਆ ਕੇ ਆਪਣੀ ਵਡਿਆਈ ਕਰਤੀ, ਫੁੱਲ ਗਿਆ ਤੇ ਉਹਨੇ ਅਪਮਾਨ ਕਰਤਾ, ਤੇ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਕ੍ਰੋਧਿਤ ਹੋ ਗਿਆ। ਪਰਮ ਮੋਹੰ ਮਾਨ ਅਪਮਾਨੰ ਮਦੰਗ ਮਾਇਆ ਵਿਆਪਤ। ਇਸ ਤਰੀਕੇ ਦੇ ਨਾਲ ਮਾਇਆ, ਮਦ ਮਾਇਆ ਜਿਹੜੀ ਹੈਗੀ, ਬੇਹੋਸ਼ ਕਰਨ ਵਾਲੀ ਮਾਇਆ ਜਿਹੜੀ ਹੈਗੀ, ਇਹਨੇ ਪੂਰੀ ਤਰ੍ਹਾਂ ਟੱਲੀ ਕੀਤਾ ਹੋਇਆ, ਇਨਸਾਨ ਬੇਹੋਸ਼ ਕੀਤਾ ਹੋਇਆ। ਮ੍ਰਿਤਿਉ ਜਨਮ ਪਰਮੰਤ ਨਰਕੈ ਅਨਿਕ ਪਾਵੰਗ ਨਾ ਸਿੱਧਿਅਤੇ। ਔਰ ਜਨਮ ਮਰਨ ਦੇ ਵਿੱਚ ਕਹਿੰਦੇ ਐਸੇ ਤਰੀਕੇ ਦੇ ਨਾਲ ਇੰਨੇ ਜੂਨਾਂ ਦੇ ਵਿੱਚ ਭਰਮ ਰਿਹਾ, ਨਰਕ ਦੇ ਵਿੱਚ, ਨਿਕ੍ਰਸ਼ ਥਲ ਦੀਆਂ ਜੂਨਾਂ ਦੇ ਵਿੱਚ। ਮ੍ਰਿਤਿਉ ਜਨਮ ਪਰਮੰਤ ਨਰਕੈ ਅਨਿਕ ਪਾਵੰਗ ਨਾ ਸਿੱਧਿਅਤੇ। ਕਹਿੰਦੇ ਅਨੇਕ ਉਪਾਅ ਕਰਦਾ ਹੈ, ਸਿੱਧੀ ਨਹੀਂ ਪ੍ਰਾਪਤ ਹੁੰਦੀ, ਨਿਕਲ ਨਹੀਂ ਪਾਉਂਦਾ। ਕਹਿੰਦੇ ਦੇਖੋ ਹੁਣ ਨੁਕਤਾ ਦੇ ਰਿਹਾ ਮਹਾਰਾਜ। ਨਿਰਮਲੰਗ ਸਾਧ ਸੰਗੈ ਜਪੰਤ ਨਾਨਕ ਗੋਪਾਲ ਨਾਮੰਗ। ਕਹਿੰਦੇ ਨਿਰਮਲ ਹੋ ਜਾਏਗਾ ਸਾਧ ਸੰਗਤ ਦੇ ਵਿੱਚ ਜਾ, ਸਾਧ ਸੰਗਤ ਕਰ, ਬ੍ਰਹਮ ਗਿਆਨੀਆਂ ਦੀ ਸੰਗਤ ਕਰ, ਬ੍ਰਹਮ ਗਿਆਨ ਲੈ, ਔਰ ਬ੍ਰਹਮ ਗਿਆਨ ਲੈ ਕੇ ਇੰਪਲੀਮੈਂਟ ਕਰ ਆਪਣੇ ਤੇ। ਜਪੰਤ ਨਾਨਕ ਗੋਪਾਲ ਨਾਮੰਗ, ਉਸ ਗੋਪਾਲ ਦਾ, ਸਾਰਿਆਂ ਨੂੰ ਪਾਲਣ ਵਾਲੇ ਦਾ ਨਾਮ ਜਪ, ਧਿਆਨ ਸਿਮਰਨ ਕਰ, ਨਿਰਮਲ ਹੋ ਜਾਏਗਾ। ਰਮੰਤ ਗੁਣ ਗੋਬਿੰਦ ਨਿਤ ਪ੍ਰਤੈ। ਡੇਲੀ ਇਹ ਕੰਮ ਕਰਨਾ ਹੈ, ਡੇਲੀ ਨਿਤ ਪ੍ਰਤੀ ਕਰਨਾ ਹੈ, ਕੋਈ ਦਿਨ ਨਾਗਾ ਨਹੀਂ, ਨੋ ਸੰਡੇ ਹਾਲੀਡੇ। ਰਮੰਤ ਗੁਣ ਗੋਬਿੰਦ, ਇਹ ਗੁਣ ਗੋਬਿੰਦ ਧਿਆਨ ਸਿਮਰਨ ਰੋਜ਼ ਇਹਦੇ ਵਿੱਚ ਰਮਣਾ ਹੈਗਾ, ਪੂਰੀ ਤਰ੍ਹਾਂ ਮਨ ਲਗਾ ਕੇ, ਨਿਤ ਪ੍ਰਤੈ, ਹਰ ਰੋਜ਼। ਤਾਂ ਜਿਹੜਾ ਹੈਗਾ ਹੈ ਛਲੰਗ ਛਿਦਰੰਗ ਕੋਟ ਵਿਗਨੰ ਅਪਰਾਧੰ ਕਿਲਵਿਕ ਮਲਨੰ, ਇਹ ਜਿਹੜੇ ਹੈਗੇ ਸਾਰੇ ਦੇ ਸਾਰੇ ਦੂਰ ਹੋ ਜਾਂਦੇ ਆ। ਦੇਖੋ ਛਲੰਗ, ਛਲ ਦੇ ਨਾਲ ਕਿਸੇ ਨੂੰ ਟਰੈਪ ਕਰਨਾ, ਕਿਸੇ ਨੂੰ ਧੋਖਾ ਦੇਣਾ, ਕਿਸੇ ਦਾ ਧਨ ਲੈ ਲੈਣਾ। ਛਿਦਰੰਗ ਕਹਿੰਦੇ ਆਪਣੇ ਅੰਦਰ ਐਬ ਹੈਗੇ, ਇੰਨੇ ਅਮਲ ਹੈਗੇ ਆ। ਕੋਟ ਵਿਗਨੰ, ਕਰੋੜਾਂ ਹੀ ਜਿਹੜੀਆਂ ਰੁਕਾਵਟਾਂ ਹੈਗੀਆਂ ਰਸਤੇ ਦੇ ਵਿੱਚ। ਅਪਰਾਧੰ, ਬਹੁਤ ਅਪਰਾਧ ਕੀਤੇ ਹੈ, ਭੈੜੀਆਂ ਆਦਤਾਂ ਹੈਗੀਆਂ, ਦੂਸਰੇ ਨੂੰ ਤਕਲੀਫ ਦੇਣੀ, ਅਪਰਾਧ ਮਤਲਬ। ਕਿਲਵਿਕ ਮਲਨੰ, ਇੰਨੇ ਬਜਰ ਪਾਪ ਕੀਤੇ, ਇੰਨਾ ਮਲੀਨ ਹੋਇਆ ਪਿਆ ਇਨਸਾਨ। ਹਾਂਜੀ ਗੋਰਖੀ ਸਾਹਿਬ। ਹਾਂਜੀ ਪਹਿਲੀ ਤੋਂ ਬੋਲ ਦੋ ਆਪ। ਛਲੰਗ ਛਿਦਰੰਗ ਕੋਟ ਵਿਗਨੰ ਅਪਰਾਧੰ ਕਿਲਵਿਕ ਮਲਨੰ।
ਛਲੰਗ ਛਿਦਰੰਗ ਮਤਲਬ ਜਿਹੜੇ ਹੈਗੇ ਛਲ ਕਪਟ, ਛਿਦਰ ਕਹਿੰਦੇ ਆ ਆਪਣੇ ਅੰਦਰ ਐਬ ਜਿਹੜੇ ਜਿੱਥਾਂ ਤੋਂ ਪ੍ਰਾਣ ਸ਼ਕਤੀ ਜਾ ਰਹੀ ਆ ਆਪਣੀ। ਕੋਟ ਵਿਗਨੰ ਕਰੋੜਾਂ ਹੀ ਰੁਕਾਵਟਾਂ ਹੈਗੀਆਂ, ਵਿਗਨ ਹੈਗੇ ਆ। ਅਪਰਾਧੰ ਅਪਰਾਧ ਕਿੰਨੇ ਕੀਤੇ ਹੋਏ ਆ, ਇੰਨੇ ਸੰਸਕਾਰ ਪੈੜੇ ਹੋਏ, ਅਪਰਾਧੀ ਪ੍ਰਵਿਰਤੀ ਹੈਗੀ ਇਨਸਾਨ ਦੀ। ਕਿਲਵਿਕ ਮਲਨ ਕਿਲਵਿਕ ਵਜਰ ਪਾਪ ਕਰ ਕਰਕੇ ਪੂਰਾ ਮਲੀਨ ਹੋਇਆ ਪਿਆ ਇਨਸਾਨ। ਦੇਖੋ ਬਿਲਕੁਲ ਨੀਵੇਂ ਤੋਂ ਨੀਵੇਂ ਲੈਵਲ ਤੋਂ ਬਾਣੀ ਜਿਹੜੀ ਹੈ ਚੱਕ ਰਹੀ ਹੈ ਔਰ ਦੱਸ ਰਹੀ ਹੈ ਭਾਈ ਦੇਖ ਇੰਨੇ ਵੀ ਤੇਰੇ ਅੰਦਰ ਆ ਕੰਡੀਸ਼ਨ ਹੈਗੀ ਤੇਰੀ, ਆ ਪੋਜੀਸ਼ਨ ਹੈਗੀ ਤੇਰੀ, ਤੇ ਆ ਧਿਆਨ ਸਿਮਰਨ ਕਰਨ ਦੇ ਨਾਲ ਨਿਰਮਲ ਹੋ ਜਾਏਗਾ। ਨਿਰਮਲੰਗ ਸਾਧ ਸੰਗੈ ਜਪੰਤ ਨਾਨਕ ਗੋਪਾਲ ਨਾਮੰ। ਗੋਪਾਲ ਦਾ ਨਾਮ ਜਪਣ ਦੇ ਨਾਲ, ਸਾਧ ਸੰਗਤ ਕਰਨ ਦੇ ਨਾਲ ਨਿਰਮਲ ਹੋ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਬਾਣੀ ਵਿੱਚ ਇਹ ਸਮਝਾਇਆ ਗਿਆ ਵਾ ਕਿ ਜਿਹੜੇ ਜੋ ਵਿਕਾਰ ਹਨ ਕਿ ਤੈਨੂੰ ਖੁਦ ਲੜਨ ਦੀ ਲੋੜ ਨਹੀਂ ਹੈ, ਕਿਉਂਕਿ ਜੇ ਤੂੰ ਨਾਮ ਦਾ ਸਹਾਰਾ ਲੈਂਦਾ ਨਾ ਨਿੱਜਰ ਸਾਹਿਬ, ਫਿਰ ਸ਼ਕਤੀ ਆਉਂਦੀ ਸਾਡੇ ਅੰਦਰ। ਬਿਲਕੁਲ। ਔਰ ਨਾਮ ਦਾ ਸਹਾਰਾ ਮਿਲਣਾ ਹੈ ਸਾਧ ਸੰਗਤ ਦੇ ਵਿੱਚ। ਹਾਂ, ਉਹ ਸੰਗਤ ਜਿਹੜੀ ਹੈ ਤੁਹਾਨੂੰ ਕਰਨੀ ਪੈਣੀ ਹੈ। ਉਹ ਸੰਗਤ ਵੀ ਏਦਾਂ ਦੀ ਕਰਨੀ ਪੈਣੀ ਹੈ ਜਿਹੜੇ ਆਪ ਇੱਥੇ ਪਹੁੰਚੇ ਹੋਏ ਨੇ। ਬਿਲਕੁਲ। ਜੇ ਕੋਈ ਮਜਬੀ ਬੰਦਾ ਨਹੀਂ ਚਾਹੀਦਾ ਕਿ ਬੰਦਾ ਬਾਹਰੋਂ ਭੇਸ ਬਦਲਿਆ ਤੇ ਉਹ ਆਪਣੇ ਆਪ ਨੂੰ ਕਹਿ ਰਿਹਾ, ਉਹ ਸਾਧਕ ਚਾਹੀਦੇ ਹੁੰਦੇ, ਚੰਗੇ ਸਾਧਕ ਜਿਹੜੇ ਰਸਤੇ ਤੇ ਚੱਲ ਰਹੇ ਨੇ। ਸਾਧਕ ਵੀ ਹੋਣ ਚਾਹੇ ਭਾਵੇਂ ਬ੍ਰਹਮ ਗਿਆਨੀ, ਬ੍ਰਹਮ ਗਿਆਨ ਦੀ ਸੰਗਤ ਹੋਏ ਗੋਰਖੀ ਸਾਹਿਬ, ਗੱਲ ਤਾਂ ਮਤਲਬ ਬ੍ਰਹਮ ਗਿਆਨ ਚਾਹੀਦਾ, ਮਤਲਬ ਜਿਹੜੀ ਸਹੀ ਜਿਹੜਾ ਹੈਗਾ GPS ਸਹੀ ਹੋਣਾ ਚਾਹੀਦਾ। ਹਾਂ, ਕਹਿਣ ਤੋਂ ਭਾਵ ਹੈ ਕਿ ਜਿਹੜਾ ਸੰਗਤ ਵੀ ਏਦਾਂ ਦੀ ਚਾਹੀਦੀ ਆ ਜਿਹਦੇ ਪੱਲੇ ਵੀ ਕੁਝ ਹੋਵੇ ਔਰ ਉਹ ਤੱਤ ਤੇ ਬਹਿ ਕੇ ਗੱਲ ਕਰੇ। ਉਹ ਤੱਤ ਤੇ ਬਹੋਗੇ ਤੇ ਗੱਲ ਹੀ ਕਰਨੀ ਆ। ਜਿਹੜਾ ਬੰਦਾ ਗਿਆ ਹੀ ਨਹੀਂ ਉੱਥੇ, ਫਿਰ ਦੂਜੇ ਕੰਢੇ ਤੇ ਗਈ ਜਾਊਗਾ, ਐਨੂੰ ਚੱਲ ਜਾਊਗਾ। ਜਿਹੜਾ ਬੰਦਾ ਖੁਦ ਹੀ ਨਦੀ ਪਾਰ ਨਹੀਂ ਕੀਤੀ, ਉਹ ਫਿਰ ਉਹਨੂੰ ਮੁਸ਼ਕਿਲ ਹੋ ਜਾਣੀ ਆ। ਬਿਲਕੁਲ ਸਹੀ ਗੱਲ ਹੈ। ਬਿਲਕੁਲ ਉੱਥੇ ਫਿਰ ਸਮਾਂ ਲੱਗ ਹੀ ਜਾਣਾ, ਤੁਹਾਡਾ ਮਿਲਣਾ ਕੁਛ ਨਹੀਂ ਤੁਹਾਨੂੰ। ਪ੍ਰੋਬਲਮ ਇਹ ਆ, ਇਹ ਨਹੀਂ ਹੈ ਕਿ ਉੱਥੇ ਕੋਈ ਤੁਹਾਨੂੰ ਫਾਇਦਾ ਨਹੀਂ ਹੈ। ਫਾਇਦਾ ਤੇ ਇਹੋ ਹੀ ਕਿ ਤੁਹਾਡਾ ਟਾਈਮ ਪਾਸ ਹੋਣ ਦਿਆ ਬਸ। ਬਸ ਬਿਲਕੁਲ ਸਹੀ ਗੱਲ। ਹਾਂ, ਪਰ ਉਹ ਸਭ ਤੋਂ ਪਹਿਲਾਂ ਪਤਾ ਕੀ ਸਾਧ ਸੰਗਤ ਜੀ ਜਿਹੜੀ ਗੁਰਮੁਖਾਂ ਦੀ ਸੰਗਤ ਹੁੰਦੀ ਹੈ ਮਨ ਨੂੰ ਫੜਦੀ ਹੈ। ਉਹ ਇੰਦਰੀਆਂ ਤੁਹਾਡੀਆਂ ਨੂੰ ਤਾਂ ਕਹਿੰਦੀ ਕੁਛ ਨਹੀਂ। ਜਿੱਦਾਂ ਆਪਾਂ ਡਾਕਟਰ ਕੋਲ ਜਾਂਦੇ ਆ ਨਾ, ਤੇ ਆਪਾਂ ਡਾਕਟਰ ਨੂੰ ਕਹਿੰਦੇ ਆ ਕਿ ਡਾਕਟਰ ਸਾਹਿਬ ਏਦਾਂ ਕਰੋ ਕਿ ਸਾਡਾ ਨਾ ਮੈਨੂੰ ਨਾ ਬੁਖਾਰ ਲਾ ਦਿਓ, ਮੈਨੂੰ ਬੁਖਾਰ ਚੜ ਗਿਆ। ਤੇ ਡਾਕਟਰ ਸਾਹਿਬ ਪਤਾ ਕੀ ਕਰਦੇ ਆ, ਉਹ ਤੁਹਾਡੀ ਗੱਲ ਸੁਣਦੇ ਤੇ ਹੈਗੇ ਪਰ ਬੁਖਾਰ ਦਾ ਇਲਾਜ ਨਹੀਂ ਕਰਦੇ। ਉਹ ਕਹਿੰਦੇ ਬੁਖਾਰ ਚੜਿਆ ਕਿਉਂ, ਉਹਦਾ ਇਲਾਜ ਕਰਦੇ ਹੋ। ਆਪ ਆਮ ਬੰਦਾ ਕਹਿੰਦਾ ਨਾ ਕਿ ਮੈਨੂੰ ਕ੍ਰੋਧ ਆਉਂਦਾ, ਕਾਮ ਦੀ ਪ੍ਰੋਬਲਮ ਹੈ, ਲੋਭ ਆ, ਮੋਹ ਦੀ, ਹੰਕਾਰ ਦੀ। ਉਹ ਕਹਿੰਦੇ ਇਹ ਨਹੀਂ ਬਿਮਾਰੀ ਹੈਗੀ, ਉਹ ਬਿਮਾਰੀ ਫੜਦੇ ਮਨ ਦੀ। ਮਨ ਮੈਲਾ ਵਾ ਤੇ ਸਾਰਾ ਕੁਝ ਹੀ ਮੈਲਾ ਹੁੰਦਿਆ। ਉਹ ਤਾਂ ਗੋਰਖੀ ਸਾਹਿਬ ਉਹ ਚੀਜ਼ ਹੋ ਗਈ ਕਿ ਜਿਹੜਾ ਹੈ ਨਾ ਇੱਕ ਮਰੀਜ਼ ਗਿਆ ਡਾਕਟਰ ਦੇ ਕੋਲ, ਕਹਿੰਦਾ ਕਿ ਮੇਰਾ ਨਾ ਪੇਟ ਬਹੁਤ ਦਰਦ ਕਰ ਰਿਹਾ, ਬਹੁਤ ਜ਼ਿਆਦਾ ਦਰਦ ਕਰ ਰਿਹਾ। ਤੇ ਡਾਕਟਰ ਕਹਿੰਦਾ ਤੂੰ ਕੀ ਕੀਤਾ ਸੀਗਾ? ਕਹਿੰਦਾ ਮੈਂ ਨਾ ਕੱਚੇ ਅਮਰੂਦ ਖਾਦੇ ਸੀਗੇ। ਤੇ ਡਾਕਟਰ ਕਹਿੰਦਾ ਤੇ ਲਿਆ ਫਿਰ ਅੱਖਾਂ ਖੋਲ, ਤੇਰੀ ਅੱਖਾਂ 'ਚ ਦਵਾਈ ਪਾਵਾਂ ਮੈਂ। ਉਹ ਕਹਿੰਦਾ ਅੱਖਾਂ ਨਾਲ ਕੀ ਹੋ ਜਾਊਗਾ, ਮੇਰਾ ਪੇਟ ਦਰਦ ਕਰ ਰਿਹਾ। ਕਹਿੰਦਾ ਅੱਖਾਂ ਤਾਂ ਤੈਨੂੰ ਪਤਾ ਨਹੀਂ, ਅੱਖਾਂ 'ਚ ਤਾਂ ਪ੍ਰੋਬਲਮ ਹੈਗੀ ਤੇਰੀ। ਤੈਨੂੰ ਕੱਚੇ ਅਮਰੂਦ ਦਿਸ ਨਹੀਂ ਰਹੇ ਸੀਗੇ? ਹਾਂ, ਬਸ ਤੇਰੀਆਂ ਅੱਖਾਂ 'ਚ ਜੇ ਤੈਨੂੰ ਪਤਾ ਹੀ ਕੱਚੇ ਆ ਤੇ ਕਾਹਨੂੰ ਖਾਦੇ? ਹਾਂ, ਕਿਉਂਕਿ ਤੇਰੀ ਪੇਟ ਦਰਦ ਹੋਣ ਦੇ ਪਿੱਛੇ ਕਾਰਨ ਆ ਕਿ ਤੂੰ ਇੰਦਰੀਆਂ ਦੀ ਸਹੀ ਤਰ੍ਹਾਂ ਵਰਤੋਂ ਹੀ ਨਹੀਂ ਕੀਤੀ। ਬਿਲਕੁਲ ਉਹੀ ਚੀਜ਼ ਆਪਾਂ ਕਰਦੇ ਹਾਂ। ਉਹਦੀ ਢਿੱਡ ਪੀੜ ਦਾ ਕਾਰਨ ਕੀ ਸੀ? ਢਿੱਡ ਪੀੜ ਤੋਂ ਬਾਅਦ ਚ ਹੋਈ, ਪਹਿਲਾਂ ਉਹਨੇ ਖਾਧਾ ਕੁਝ। ਅਗਿਆਨ ਭਰਮ ਵਧਿਆ ਕਿੱਥੋਂ? ਆਪਣੇ ਆਪ ਨੂੰ ਸੁੱਤਿਆ ਮੈਨੂੰ ਕਾਮ ਕਿੱਥੋਂ ਚਿੰਬੜ ਜੂਗਾ ਜਦ ਤੱਕ ਮੈਂ ਉਦਾਂ ਦਾ ਕੋਈ ਕੰਮ ਨਹੀਂ ਕਰੂੰਗਾ। ਲੋਭ ਮੋਹ ਹੰਕਾਰ ਜਦ ਤੱਕ ਮੈਂ ਉਹ ਮਰੂਦਾਂ ਨੂੰ ਖਾਊਂਗਾ ਨਹੀਂ ਨਿੱਜਰ ਸਾਹਿਬ, ਤੇ ਮੈਂ ਕਿੱਦਾਂ ਬਿਮਾਰ ਹੋ ਸਕਦਾ? ਬਿਲਕੁਲ ਠੀਕ ਹੈ ਜੀ। ਇਹਦਾ ਮਤਲਬ ਕਿ ਮੈਂ ਕੁਛ ਕੀਤਾ ਤੇ ਮੁੜ ਕੇ ਡਾਕਟਰ ਵੀ ਕਹਿੰਦਾ ਕਿ ਤੇਰੀਆਂ ਤੂੰ ਅੱਖਾਂ ਨੂੰ ਕਿਉਂ ਨਹੀਂ ਵਰਤਿਆ? ਚੱਲ ਅੱਖਾਂ ਤੇ ਪਾਣੀ ਚ ਕਹਿੰਦੀ ਆ, ਪਾਣੀ ਚ ਇੱਕ ਗੱਲ ਹੈਗੀ ਆ, ਪਾਣੀ ਕਹਿੰਦੀ ਕਿ ਤੇਰੇ ਕੋਲ ਬੇਸ਼ੱਕ ਗਿਆਨ ਇੰਦਰੀ ਹੈਗੇ ਆ ਪਰ ਮੂਸੇ ਬੜੇ ਤੇਜ਼ ਆ। ਇਹ ਗਿਆਨ ਇੰਦਰੀਆਂ ਤੇ ਵਿਸ਼ਵਾਸ ਨਾ ਕਰੀ, ਇਹ ਬੈਕਡੋਰ ਤੋਂ ਵੀ ਆ ਜਾਂਦੀ। ਧਰਮ ਦੇ ਕੱਪੜੇ, ਇਹ ਮਜ਼ਹਬ ਦੇ ਕੱਪੜੇ ਪਾ ਕੇ ਆ ਜਾਣਗੇ। ਔਰ ਸਭ ਤੋਂ ਵੱਡੀ ਗੱਲ ਹੈ ਨਾ, ਇੱਕ ਆਪ ਜੀ ਸਾਧ ਸੰਗਤ ਜੀ ਇੱਕ ਕੰਮ ਦੀ ਚੀਜ਼ ਅਜੇ ਨੁਕਤਾ ਫੜ ਲਿਓ। ਆਪਾਂ ਸਕੂਲੇ ਜਾਂਦੇ ਆ, ਸਕੂਲੇ ਜਾ ਕੇ ਜਿਹੜੇ ਛੋਟੇ ਬੱਚੇ ਹੁੰਦੇ ਆ, ਆਪਾਂ ਜੋ ਦਵੀਂ ਚ ਹੋ ਜਾਂਦੇ ਆ, ਆਪਾਂ ਛੋਟੇ ਬੱਚਿਆਂ ਨੂੰ ਤੇ ਥੋੜੀ ਕਹਿੰਦੇ ਆ ਕਿ ਐ ਊੜਾ
ਊਠ ਐੜਾ ਅੰਬ ਕਿਉਂ ਕਹਿੰਦਾ, ਜਾਂ A for apple B for boy ਕਿਉਂ ਕਹਿੰਦਾ? ਕਹਿੰਦੇ ਆਪਾਂ ਕਿ ਨਹੀਂ ਕਹਿੰਦੇ ਨਿੱਜਰ ਸਾਹਿਬ? ਬਿਲਕੁਲ ਨਹੀਂ ਕਹਿੰਦੇ, ਕਿਉਂਕਿ ਸਾਨੂੰ ਪਤਾ ਛੋਟਾ ਬੱਚਾ ਹੈਗਾ ਹੈ। ਪਰ ਧਰਮ ਦੇ ਮੈਟਰ 'ਚ ਆਪਾਂ ਏਦਾਂ ਨਹੀਂ ਕਰਦੇ। ਆਪਾਂ ਸੋਚਦੇ ਹਾਂ ਕਿ ਉਹ ਵੀ ਬੜਾ ਵੱਡਾ ਗਿਆਨੀ ਬਣ ਜਾਏ, ਕਿਉਂਕਿ ਧਰਮ ਦੇ ਮੈਟਰ 'ਚ ਵੀ ਨਿੱਜਰ ਸਾਹਿਬ ਕੋਈ ਪਹਿਲੀ ਕਲਾਸ 'ਚ, ਕੋਈ ਦੂਜੀ 'ਚ, ਕੋਈ 5ਵੀਂ, ਕੋਈ 7ਵੀਂ, ਕੋਈ 8ਵੀਂ, ਕੋਈ MA, ਕੋਈ BA। ਤੇ ਜੇ ਕੋਈ ਆਪਾਂ ਪਹਿਲੀ ਕਲਾਸ ਦੇ ਬੱਚੇ ਤੋਂ ਆਪਾਂ ਜ਼ਿਆਦਾ ਐਕਸਪੈਕਟ ਕਰੀਏ, ਉੱਥੇ ਆਪਾਂ ਵੀ ਗੜਬੜ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹੁਣ ਛੋਟੇ ਸਕੂਲ ਦੇ ਬੱਚੇ ਤੁਸੀਂ ਚਾਹੋ, ਤੁਹਾਡੇ ਮਾਸਾ ਮਨ 'ਚ ਨਹੀਂ ਹੀਣ ਹੋਣੀ ਹੈ, ਛੋਟੇ ਬੱਚੇ ਦਾ ਰੌਲਾ ਪਾਉਂਦੇ ਆ, ਉਹ ਛੋਟੇ ਛੋਟੀਆਂ ਖਿਡੌਣਿਆਂ 'ਚ ਖੇਡਣ ਦੇ ਆ, ਕਿਉਂਕਿ ਸਾਨੂੰ ਪਤਾ ਹੈ ਬੱਚਾ ਉਹ। ਪਰ ਮਜ਼ਹਬ ਦੇ ਉੱਤੇ ਤੌਰ ਤੇ ਲੋਕੀ ਪਤਾ ਕੀ ਕਹਿੰਦੇ ਹੋ ਕਿ ਤੁਸੀਂ ਕੱਪੜੇ ਕੁਪੜੇ ਬਦਲੋ ਬਾਹਰੋਂ, ਕਿ ਬਾਹਰੋਂ ਦਿਖਾਵਟ ਤੁਹਾਡੀ ਪੂਰੀ, ਮੇਕਅਪ ਤੁਹਾਡਾ ਓਕੇ ਰਿਪੋਰਟ ਹੋਣਾ ਚਾਹੀਦਾ। ਜਿੱਦਾਂ ਜਨਾਨੀ ਭਾਵੇਂ ਠੀਕ ਠਾਕ ਜੀ ਹੋਵੇ, ਮੇਕਅਪ ਕਰਕੇ ਕਿੱਦਾਂ ਚਮਕਾ ਦਿੰਦੇ ਨੇ ਸਾਹਿਬ ਅੱਜ ਕੱਲ੍ਹ। ਹਾਂ ਬਿਲਕੁਲ, PhD ਲੱਗਣਾ ਚਾਹੀਦਾ, PhD ਦਿਸਣਾ ਚਾਹੀਦਾ ਬਸ। ਆਹ ਤੇ ਉੱਥੇ ਫਿਰ ਉਹ ਅਸਲੀਅਤ ਨਹੀਂ ਹੈਗੀ, ਅੰਦਰ ਤੇ ਉਹ ਭੂਸਾ ਭਰਿਆ, ਅੰਦਰ ਤੇ ਉਹੀ ਕੁਝ ਹੈ, ਉਹ ਚਿੱਥੜੇ। ਬਿਲਕੁਲ ਚਿੱਥੜੇ ਉਹ ਸਹੀ ਨਹੀਂ ਹੁੰਦੇ। ਹਾਂਜੀ ਨਿੱਜਰ ਸਾਹਿਬ ਤੁਕ ਬੋਲ। ਅੱਗੇ ਗੋਰਖੀ ਸਾਹਿਬ ਕਹਿੰਦੇ ਪਰਮ ਮੋਹੰ ਮਾਨ ਅਪਮਾਨੰ ਮਦੰਗ ਮਾਇਆ ਵਿਆਪਤੰ। ਕਹਿੰਦੇ ਦੇਖ ਲਾ, ਇਹ ਜਿਹੜਾ ਤੇਰੇ ਸੰਸਕਾਰ ਜਿਹੜੇ ਹੈਗੇ ਆ, ਇੰਨੇ ਤੇਰੇ ਅੰਦਰ ਐਬ ਹੈਗੇ, ਤੂੰ ਇੰਨੇ ਪਾਪ ਕੀਤੇ ਹੋਏ ਆ, ਮਨ ਤੇਰਾ ਕਾਲਾ ਮੈਲਾ ਹੋ ਗਿਆ, ਤੇ ਭਰਮ ਦੇ ਵਿੱਚ ਆ, ਤੈਨੂੰ ਪਤਾ ਨਹੀਂ ਹੈ, ਮੋਹ ਹੈ, ਮੋਹ ਮਾਨ ਅਪਮਾਨ ਦੇ ਵਿੱਚ ਜਿਹੜਾ ਹੈਗਾ, ਇਹਦਾ ਤੈਨੂੰ ਮਾਇਆ ਨੇ ਪੂਰਾ ਜਿਹੜਾ ਹੈ ਤੈਨੂੰ ਜਿਹੜਾ ਹੈਗਾ ਮਦਹੋਸ਼ ਕੀਤਾ ਪਿਆ ਹੈ। ਤੇ ਮ੍ਰਿਤਿਉ ਜਨਮ ਭਰਮੰਤ ਨਰਕ ਹੈ, ਅਨੇਕ ਪਾਵੰਗ ਨਾ ਸਿੱਧਿਅਤੇ। ਕਹਿੰਦੇ ਜਨਮ ਮਰਨ ਦੇ ਗੇੜ ਦੇ ਵਿੱਚ ਤੂੰ ਜਿਹੜਾ ਹੈਗਾ ਭਟਕੀ ਜਾ ਰਿਹਾ ਆ, ਭਰਮੀ ਜਾ ਰਿਹਾ ਆ, ਬਾਰ ਨਰਕ ਦਾ ਬਿਲਕੁਲ ਥੱਲੇ ਦੀਆਂ ਜੂਨਾਂ ਦੇ ਵਿੱਚ ਜਾਣਾ ਹੈ, ਫਿਰ ਮਨੁੱਖ ਜੂਨ ਲੱਭਦੀ ਆ। ਤੇ ਅਨੇਕ ਪਾਵੰਗ ਨਾ ਸਿੱਧਿਅਤੇ, ਅਨੇਕਾਂ ਹੀ ਉਪਾਵ ਕਰਨ ਦੇ ਨਾਲ ਤੈਨੂੰ ਸਿੱਧੀ ਨਹੀਂ ਪ੍ਰਾਪਤ ਹੁੰਦੀ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਬਲਬੀਰ ਸਿੰਘ ਸਾਧ ਸੰਗਤ ਜੀ, ਇਹਨਾਂ ਦਾ ਮਾਈਕ ਖੁੱਲ ਗਿਆ ਜੀ। ਬਲਬੀਰ ਸਾਧ ਸੰਗਤ ਜੀ, ਦੋ ਚੀਜ਼ਾਂ ਤੁਹਾਨੂੰ ਜ਼ਿੰਦਗੀ 'ਚ ਬੜੀ ਉੱਚੀ ਤੱਕ ਲੈ ਕੇ ਜਾ ਸਕਦੀਆਂ, ਇੱਕ ਹੈਗਾ ਮਾਣ ਤੇ ਇੱਕ ਹੈਗਾ ਅਪਮਾਨ। ਤੁਹਾਡੀ ਅਵਸਥਾ ਨੂੰ 2 ਮਿੰਟ 'ਚ ਪ੍ਰਗਟ ਕਰ ਦੇਣਾ। ਥੋੜਾ ਜਿਹਾ ਅਪਮਾਨ ਹੋ ਗਿਆ ਨਾ, ਤੁਹਾਡਾ ਅਸਲੀ ਜਿਹੜਾ ਅੰਦਰ ਕਰੈਕਟਰ ਹੈ ਨਾ, ਕਿਰਦਾਰ ਬਾਹਰ ਆ ਜਾਣਾ, ਚਰਨਜੀਤ ਕੋਈ ਹੋਰ ਹੀ ਬਣ ਜਾਣਾ। ਉਹ ਚਰਨਜੀਤ ਨਹੀਂ ਰਹਿ ਜਾਣਾ ਜਿਹੜਾ ਬੜੀਆਂ ਵਧੀਆ ਗੱਲਾਂ ਕਰਦਾ। ਮਾਣ ਮਿਲ ਗਿਆ ਮੈਨੂੰ, ਹੁਣ ਕੁਰਸੀ ਕਸੀ ਡਾਹਤੀ ਆ, ਮੇਰੇ ਹੰਕਾਰ ਨੂੰ ਕਹਿੰਦੇ ਪਾਲਿਸ਼ ਕਰਤਾ, ਮੇਰੀ ਬੜੀ ਇੱਜ਼ਤ ਕੀਤੀ, ਮੇਰਾ ਬੜਾ ਮਾਣ ਕੀਤਾ, ਤੇ ਮੈਂ ਫੁੱਲ ਜਾਣਾ ਇੱਕਦਮ ਗੁਬਾਰੇ ਵਾਂਗੂ। ਫੁੱਲ ਜਾਣਾ ਪੂਰਾ ਫੁੱਲ ਜੂਗਾ। ਹਾਂ ਮੈਂ ਪੂਰਾ ਫੁੱਲ ਜਾਣਾ, ਫਿਰ ਮੈਨੂੰ ਫੂਕ ਮਾਰਿਓ ਭਾਵੇਂ ਮੈਂ ਉੱਡ ਵੀ ਜਾਵਾਂ। ਇੰਨਾ ਲੋਕ ਫੂਕ ਭਰ ਦਿੰਦੇ ਅੱਜ ਕੱਲ ਨਾ, ਕਈ ਅਸੀਂ ਛੋਟੇ ਹੁੰਦੇ ਨਾ, ਤੇ ਅਸੀਂ ਕਹਿੰਦੇ ਨੇ ਫੂਕ, ਉਹ ਫਲਾਣਾ ਬੰਦਾ ਨਾ ਫੂਕ ਛਕ ਜਾਂਦਾ ਕਿ ਕਿਸੇ ਤੋਂ ਕੰਮ। ਅਸੀਂ ਕਹਿੰਦੇ ਛੋਟੇ ਜਿਹੇ ਬੱਚੇ ਹੈ ਨਾ, ਅਸੀਂ ਪਤਾ ਕਰਨਾ ਨਹੀਂ ਚਾਹੀਦਾ, ਫੂਕ ਛਕਾ ਦੇਣੀ ਕਿਸੇ ਨੂੰ, ਕਹਿਣਾ ਕੁਛ ਵੀ ਨਹੀਂ। ਬਿਲਕੁਲ ਉਹਨੂੰ ਫੂਕ ਐਸੀ ਭਰਨੀ, ਉਹਨੇ ਗੁਬਾਰਾ ਬਣ ਜਾਣਾ, ਫਿਰ ਉਹ ਤੋਂ ਰੁਪਇਆ 150 ਦਾ ਖਰਚਾ ਕਰਾ ਲੈਣਾ। ਜਦ ਸਭ ਏਦਾਂ ਹੀ ਕਰਦੇ ਹੁੰਦੇ ਅਸੀਂ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ, ਬਿਲਕੁਲ ਸਹੀ ਹੈ। ਉਹ 5 ਰੁਪਏ ਦਾ ਬੰਦਾ ਵਾ, ਪਰ ਹਵਾ ਅਸੀਂ 1000 ਰੁਪਏ ਦੀ ਭਰ ਦੇਣੀ ਨੇਜਰ ਸਾਹਿਬ। ਡੈਡੀ ਮੇਰਾ ਏਦਾਂ ਕਹਿੰਦਾ, ਖੁਦ ਦਾ ਪੁੱਤ ਹਵਾ ਭਰ ਦਿਆ ਕਰ, ਕੋਈ ਗੱਲ ਨੀ, ਮਸਲੇ ਹੱਲ ਹੋ ਜਾਂਦੇ ਆ। ਤੇ ਮੈਂ ਫੂਕ ਮਾਰਨੀ, ਉਹ ਪੂਰਾ ਉਹਦੇ ਚਿੱਬ ਕੱਢ ਦੇਣੇ ਉਹਦੇ। ਉਹ ਰੁਪਈਆ 20 ਰੁਪਏ ਦਾ ਬੰਦਾ, ਮੈਂ 100-150 ਰੁਪਏ ਦੀ ਫੂਕ ਭਰ ਦੇਣੀ, ਉਹਨੇ ਪੂਰਾ ਖਿੜ ਜਾਣਾ। ਉਹ ਤੋਂ ਫਿਰ ਕਹਿੰਦਾ ਕੰਮ ਕਰਾ ਲਓ, ਕੋਈ ਗੱਲ ਨੀ, ਉਹਨੇ ਕਰ ਦੇਣਾ ਕੰਮ, ਪਰ ਪਹਿਲਾਂ ਫੂਕ ਭਰਨੀ ਪੈਣੀ। ਟਾਇਰ ਜਿੱਦਾਂ ਹਵਾ ਭਰੀ ਦੀ ਨਾ, ਫਿਰ ਟਾਇਰ ਕੰਮ ਆਉਂਦਾ। ਇਸੇ ਤਰ੍ਹਾਂ ਕਈ ਬੰਦੇ ਫੂਕ ਛਕ ਜਾਂਦੇ, ਪਰ ਪਾਣੀ ਕਿਹਦੀ ਫੂਕ ਨਹੀਂ ਛਕਣੀ। ਮਾਣ ਦਾ ਮਤਲਬ ਹੈਗਾ ਫੂਕ। ਤੁਹਾਨੂੰ ਤੇ ਤੁਸੀਂ ਕਿਸੇ ਘਰ ਗਏ, ਤੁਹਾਨੂੰ ਕਹਿੰਦੇ ਸਤਿ ਸ੍ਰੀ ਅਕਾਲ ਨਾ ਬੁਲਾਈ, ਤੇ ਉਹ ਫੂਕ ਨਹੀਂ ਦਿੱਤੀ ਅਗਲਿਆਂ ਨੇ, ਫੂਕ ਨਹੀਂ ਭਰੀ ਤੁਹਾਡੇ, ਤੁਹਾਡਾ ਮੂੰਹ ਵੇਖ ਲਿਓ ਨੱਜਾ ਸਾਹਿਬ। ਬਿਲਕੁਲ ਠੀਕ ਹੈ ਜੀ। ਹੈਂ, ਉਹ ਟਾਇਰ ਨਹੀਂ ਜੋ ਫੁੱਲਣਾ ਮੁੜ ਕੇ ਫੂਕ ਵਾਲਾ, ਉਹ ਅਪਮਾਨ ਹੋ ਗਿਆ। ਇਸੇ ਪੰਗਾ ਪੈ ਗਿਆ, ਬੜਾ ਪੰਗਾ ਪੈ ਗਿਆ। ਸਾਰਾ ਦਿਨ ਤੁਸੀਂ ਮਾਈ ਦੇ, ਤੁਸੀਂ ਬੜੇ ਵੱਡੇ ਜੋ ਤੁਰਕਮ ਖਾਨ ਜੋ ਨਾ, ਬਹੁਤੇ ਵੱਡੇ ਸਾਧਕ ਜੋ, ਸ਼ਾਮ ਤੱਕ ਤੁਹਾਡੇ ਭੂਤ ਸਵਾਰ ਹੋ ਜਾਣਾ। ਉਹ ਗੱਲ ਤੁਹਾਡੇ ਦਿਮਾਗ ਚ ਨਿਕਲਣੀ ਨਹੀਂ ਆ, ਬੜੀ ਵੱਡੀ ਗੱਲ ਹੈ। ਸਤਿ ਸ੍ਰੀ ਅਕਾਲ ਨਹੀਂ ਬੁਲਾਈ ਮੈਨੂੰ। ਔਰ ਇਹ ਵੇਖ ਲਓ, ਆਪ ਜਸਟ ਆਪਣੀ ਅੰਤਰਾ ਕਰਨ, ਇਹ ਤਾਂ ਬਾਣੀ ਕਹਿੰਦੀ ਫੂਕ ਨਹੀਂ ਛਕਦੀ। ਬੋਲੀ ਨਹੀਂ ਸਤਿ ਸ੍ਰੀ ਅਕਾਲ, ਕੋਈ ਗੱਲ ਨਹੀਂ, ਬੋਲਦੀ ਕੋਈ ਗੱਲ ਨਹੀਂ, ਵੱਡੀ ਗੱਲ ਨਹੀਂ। ਪਤਾ ਕੀ ਆ,
ਸਤਿ ਸ੍ਰੀ ਅਕਾਲ ਦੀ ਗੱਲ ਨਹੀਂ, ਉੱਥੇ ਨਾਲ ਆਪਾਂ ਹੰਕਾਰ ਜੋੜ ਦਿੰਦੇ ਆ। ਮਾਣ ਹੋਣਾ ਚਾਹੀਦਾ ਹੈ। ਉਹ ਕਹਿੰਦਾ ਮੈਨੂੰ ਚਾਹ ਨਹੀਂ ਪੁੱਛੀ, ਚਾਹ ਤੇ ਪੁੱਛੀ ਪਰ ਮੈਨੂੰ ਜ਼ੋਰ ਨਹੀਂ ਲਾਇਆ, ਮੈਨੂੰ ਧੱਕੇ ਨਾਲ ਮੇਰੇ ਮੂੰਹ ਚ ਨਹੀਂ ਤੁੰਨੀ ਨਿੱਜਰ ਸਾਹਿਬ, ਕੰਪੈਲ ਕਰਕੇ। ਇਹ ਵੀ ਫੂਕ ਜੇ। ਬਿਲਕੁਲ। ਹਾਂ, ਉਹ ਕਹਿੰਦੇ ਆ ਕਿ ਇੱਕ ਬੰਦਾ ਕਹਿੰਦਾ ਕਿ ਮੈਨੂੰ ਭਾਈ ਵਧਾਈ ਨਹੀਂ ਦਿੱਤੀ, ਕਹਿੰਦਾ ਤੈਨੂੰ ਵਧਾਈ ਦਿੱਤੀ ਤੇ ਹੈਗੀ, ਤੇਰੇ ਘਰੇ ਆ ਗਿਆ ਵੀ ਤਾਂ ਹੋਰ ਵਧਾਈ ਪਿੱਛੇ ਰਹਿ ਗਈ। ਨਹੀਂ, ਕਹਿੰਦਾ ਮੈਨੂੰ ਸਪੈਸ਼ਲ ਵਧਾਈ ਨਹੀਂ ਦਿੱਤੀ। ਹੁਣ 500 ਬੰਦਾ ਨਿੱਜਰ ਸਾਹਿਬ ਵਧਾਈ ਦਿੰਦਾ ਥੱਕ ਨਾ ਜਾਊਗਾ ਬੰਦਾ। ਵਧਾਈ ਦਾ ਤਾਂ ਮਤਲਬ ਇਹ ਹੋਵੇ ਕਿ ਤੁਹਾਡੀ ਖੁਸ਼ੀ ਹੈ, ਤੁਹਾਡੇ ਧੀ ਪੁੱਤ ਦੇ ਵਿਆਹ ਚ ਅਗਲਾ ਆ ਗਿਆ, ਇਹ ਤੋਂ ਵੱਧ ਹੋਰ ਨਿੱਜਰ ਸਾਹਿਬ ਵਧਾਈ ਕੀ ਹੋਊਗੀ। ਬਿਲਕੁਲ। ਪਰ ਉਹ ਲੋਕ ਚਾਹੁੰਦੇ ਇਹਨੂੰ ਫੂਕ ਵੀ ਭਰੀ ਜਾਵੇ, ਸਾਡੇ ਅੰਦਰ ਫੂਕ ਭਰੀ ਜਾਵੇ, ਸਾਡਾ ਜਿਹੜਾ ਗੁਬਾਰਾ ਫੁੱਲਣਾ ਚਾਹੀਦਾ। ਹਾਂਜੀ ਨਿੱਜਰ ਸਾਹਿਬ ਅੱਗੇ ਕਹਿੰਦੇ ਮ੍ਰਿਤਿਉ ਜਾਂ ਦੇਖੋ ਮੰਮੇ ਦੇ ਪੈਰ ਚ ਰਾਰਾ ਹੈਗਾ, ਤੱਤੇ ਦਾ ਜਿਹੜਾ ਹੈਗਾ, ਤੱਤੇ ਦੇ ਬਾਅਦ ਯਈਆ ਹੈਗਾ, ਔਰ ਊੜਾ ਮਾਤਰਾ ਜਿਹੜੀ ਹੈਗੀ ਊੜੇ ਦੀ ਯਈਏ ਨੂੰ ਲੱਗੂਗੀ, ਅੱਧੇ ਯਈਏ ਨੂੰ। ਮ੍ਰਿਤਿਉ ਜਨਮ ਮਰਨ, ਇਹਦਾ ਮਤਲਬ ਜਨਮ ਮਰਨ ਦੇ ਵਿੱਚ ਹੀ ਗੇੜਾ ਕੱਢੀ ਜਾ ਰਿਹਾ। ਮ੍ਰਿਤਿਉ ਜਨਮ ਭਰਮੰਤ ਨਰਕ ਹੈ, ਇਹ ਨਰਕ ਦੇ ਵਿੱਚ ਇੰਨੀਆਂ ਥੱਲੇ ਦੀਆਂ ਜੂਨਾਂ ਦੇ ਵਿੱਚ ਭਰਮਦਾ ਇਨਸਾਨ। ਅਨੇਕ ਉਪਾਵੰਗ ਨਾ ਸਿੱਧਿਅਤੇ, ਅਨੇਕਾਂ ਹੀ ਉਪਾਵ ਕਰਦਾ, ਸਿੱਧੀ ਨਹੀਂ ਪ੍ਰਾਪਤ ਹੁੰਦਾ, ਨਿਕਲ ਨਹੀਂ ਪਾਉਂਦਾ ਇਹਦੇ ਵਿੱਚੋਂ। ਹਰ ਟਾਈਮ ਮਨੁੱਖਾ ਜੂਨ ਹਾਰ ਜਾਂਦਾ ਇਨਸਾਨ। ਕਹਿੰਦੇ ਪਾਏ ਦੇਖ ਹੁਣ ਐਤਕੀ ਨਾ ਹਾਰ ਕੇ ਜਾਈ, ਆ ਲੈ ਆ ਕੰਮ ਕਰੀ ਜ਼ਰੂਰ। ਨਿਰਮਲੰਗ ਸਾਧ ਸੰਗੈ ਜਪੰਤ ਨਾਨਕ ਗੋਪਾਲ ਨਾਮੰ, ਕਹਿੰਦੇ ਸਾਧ ਸੰਗਤ ਜ਼ਰੂਰ ਕਰ ਲਈ ਤੇ ਪਰਮੇਸ਼ਰ ਦਾ ਨਾਮ ਜਪੀ, ਜੋ ਸਾਧੂ ਕਹਿ ਰਹੇ ਆ, ਜੋ ਬ੍ਰਹਮ ਗਿਆਨੀ ਕਹਿ ਰਹੇ ਆ, ਉਹ ਕੰਮ ਕਰੀ। ਇੱਕ ਰਮੰਤ ਗੁਣ ਗੋਬਿੰਦ ਹੈ, ਗੋਬਿੰਦ ਨਿਤ ਪ੍ਰਤੈ, ਇਹ ਧਿਆਨ ਸਿਮਰਨ ਗੋਬਿੰਦ ਦੇ ਗੁਣਾਂ ਦੇ ਵਿੱਚ ਰਮਣਾ, ਉਹਦੇ ਵਿੱਚ ਜਿਹੜਾ ਹੈਗਾ ਗੁੰਮ ਹੋ ਜਾਣਾ, ਆਪਣੇ ਵਿਚਾਰ ਬੰਦ ਕਰ ਦੇਣੇ, ਇਹ ਨਿਤ ਕਰਨਾ ਹੈ ਕੰਮ, ਨਿਤ ਪ੍ਰਤੇ ਇਹੀ ਕੰਮ ਕਰਨਾ ਹੈ, ਇਹਨੂੰ ਨਹੀਂ ਛੱਡਣਾ ਕਦੀ ਵੀ। ਤੇ ਸਾਰਾ ਤੇਰੇ ਜਿਹੜੇ ਹੈਗੇ ਐਸੇ ਜਨਮ ਦੇ ਵਿੱਚ, ਆਹ ਜਨਮ ਜਿਹੜਾ ਹੈਗਾ, ਇਸ ਤੋਂ ਬਾਅਦ ਤੈਨੂੰ ਜਨਮ ਨਹੀਂ ਲੈਣਾ ਪਊਗਾ। ਹਾਂਜੀ ਗੋਰਕਿਤਾ। ਹਾਂਜੀ ਬਿਲਕੁਲ ਜੀ। ਪੁੱਤਲ ਬੰਨੇ ਕਹਿੰਦੇ ਦੋ ਚੀਜ਼ਾਂ ਦਾ ਤਿਆਗ ਕਰਨਾ ਪਊਗਾ, ਇੱਕ ਤੇ ਮਾਣ ਤੇ ਇੱਕ ਅਪਮਾਨ। ਕਿਉਂਕਿ ਉਹ ਤੇ ਬਹੁਤ ਵੱਡੀ ਰੁਕਾਵਟ ਆ। ਕਿਉਂਕਿ ਹੁਣ ਸਵੇਰ ਤੋਂ ਉੱਠਿਆ, ਨੌ ਨੇ ਜਾਂ ਸੱਸ ਨੇ ਤੈਨੂੰ ਫੂਕ ਨਹੀਂ ਭਰੀ ਤੇ ਸਮਝ ਲੈ ਤੇਰਾ ਕੰਮ ਸ਼ੁਰੂ ਹੋ ਗਿਆ। ਚਾਹ ਵਾ, ਅਗਲੇ ਨੇ ਚਾਹ ਫੜਾਤੀ ਆ, ਮੰਮੀ ਜੀ ਨੇ ਕਿਹਾ ਤੇ ਉਹ ਗੱਲ ਖਤਮ ਹੋ ਗਈ, ਉਹ ਨਾਲ ਹੀ ਫੂਕ ਨਹੀਂ ਭਰੀ। ਇਹ ਹੰਕਾਰ ਹੈ ਨਿੱਜਰ ਸਾਹਿਬ। ਬਿਲਕੁਲ। ਚਲੋ ਉਹ ਅਗਲੇ ਨੇ ਤਾਂ ਮਾਣ ਕਰਨਾ ਹੀ ਕਰਨਾ, ਹੋਰ ਆਪਾਂ ਕਿਸੇ ਨੂੰ ਕੀ ਕਰਨਾ, ਆਪਾਂ ਕਿਸੇ ਤੇ ਥੋੜੀ ਜ਼ੋਰ ਹੈਗਾ ਅਗਲੇ ਨੂੰ ਕਿ ਅਗਲਾ ਮੇਰਾ ਮਾਣ ਕਰੇ, ਸਨਮਾਨ ਕਰੇ। ਇਹ ਚੀਜ਼ਾਂ ਨਿੱਜਰ ਸਾਹਿਬ, ਇਹ ਚੀਜ਼ਾਂ ਨੂੰ ਫੜ ਕੇ ਬੈਠੀਆਂ ਵਾ। ਕਿਉਂਕਿ ਅਗਲਾ ਅਸੀਂ ਚਾਹੁੰਦੇ ਆ ਕਿ ਅਗਲਾ ਨਜੂਮੀ ਹੋਵੇ ਤੇ ਜਾਦੂਗਰ ਹੋਵੇ ਤੇ ਸਾਡੇ ਮਨ ਦੀ ਗੱਲ ਪੁੱਛ ਲੈ ਜਾਂ ਜਾਣ ਲੈ। ਅਗਲੇ ਨੂੰ ਲੋੜ ਹੈ ਕੱਪੜੇ ਲੱਤੇ ਦੀ ਲੋੜ, ਅਗਲੇ ਨੇ ਦੱਸੋ ਕੋਈ ਫਲਾਣੀ ਚੀਜ਼ ਚਾਹੀਦੀ, ਅਗਲਾ ਲਿਆ ਕੇ ਦੇਵੇ, ਨਹੀਂ ਲਿਆ ਕੇ ਦਿੰਦਾ ਤਾਂ ਉਹਦੀ ਮਰਜ਼ੀ, ਪਰ ਉਹਨੂੰ ਦੱਸੋ ਤਾਂ ਸਹੀ। ਇੱਕ ਗੱਲ ਦੱਸ ਕੇ ਨਿੱਜਰ ਸਾਹਿਬ ਦੱਸ, ਕਨਫਰਮ ਵੀ ਕਰਨੀ ਜ਼ਰੂਰੀ ਹੈ ਕਿ ਤੂੰ ਮੇਰੀ ਗੱਲ ਸਮਝ ਲਈ ਹੈ, ਜੋ ਮੈਂ ਕਹੀ ਹੈ ਮੈਨੂੰ ਦੱਸ ਪਲੀਜ਼। ਪਰ ਅਕਸਰ ਲੋਕ ਨਿੱਜਰ ਸਾਹਿਬ ਅਸੀਂ ਕਹਿੰਦੇ ਕੁਝ ਹੋਰ ਹੈ ਤੇ ਅਗਲਾ ਸਮਝ ਕੁਝ ਹੋਰ ਲੈਂਦਾ। ਕਿਉਂਕਿ ਅਗਲੀ ਦੀ ਬੁੱਧੀ ਜਿੰਨੀ ਹੈ ਉਨਾ ਹੀ ਸਮਝਣਾ ਨਿੱਜਰ ਸਾਹਿਬ, ਉਹ ਵੱਧ ਥੋੜੀ ਸਮਝ ਲਊਗਾ। ਬਿਲਕੁਲ। ਇਸੇ ਲਈ ਕਹਿੰਦੇ ਆ ਕਿ ਉਹਨੂੰ ਕਹਿੰਦੇ ਆ ਕਿ ਆਪਣਾ ਸਾਡੇ ਇੱਥੇ ਨਾ GSA ਹੁੰਦਾ ਵਾ, ਜੌਬ ਸੇਫਟੀ ਐਨਾਲਾਈਸਿਸ। ਜੌਬ ਨੂੰ ਕਰਨ ਤੋਂ ਪਹਿਲਾਂ ਉਹਨੂੰ ਐਨਾਲਾਈਜ਼ ਕਰ ਲਈਏ, ਚੰਗੀ ਤਰ੍ਹਾਂ ਸਮਝ ਲਈਏ, ਕਿਉਂਕਿ ਸਾਰੇ ਬੰਦਿਆਂ ਨੂੰ ਪਤਾ ਨਹੀਂ ਉਹ ਕੰਮ ਕੀ ਕਰਨਾ। ਇਸੇ ਤਰ੍ਹਾਂ ਆਪਾਂ ਸਮਾਜ ਖਰੀਦਦੇ ਹਾਂ, ਕਈਆਂ ਨੂੰ ਨਹੀਂ ਪਤਾ। ਤੁਹਾਨੂੰ ਚੰਗੀ ਤਰ੍ਹਾਂ ਦੱਸੋ ਕਿ ਤੁਹਾਡੀ ਭਾਵਨਾ ਕੀ ਆ। 2-4 ਵਾਰੀ ਉਹਨੇ ਬੰਦੇ ਨੇ ਕੀਤਾ, ਤੁਹਾਨੂੰ 4 ਵਾਰੀ 5 ਵਾਰੀ ਨਹੀਂ ਕੀਤਾ, ਤਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਚੀਜ਼ ਸਹੀ ਨਹੀਂ ਹੈ। ਤੁਹਾਨੂੰ ਪਿਆਰ ਨਾਲ ਕਹੋ ਵੀ ਆਹ ਚੀਜ਼ ਸਹੀ ਨਹੀਂ, ਦੱਸੋਗੇ ਤੇ ਉਹਨੂੰ ਪਤਾ ਲੱਗੂ। ਹੋ ਸਕਦਾ ਅਨਕੌਂਸ਼ੀਅਸ ਹੋਵੇ, ਉਹਨੂੰ ਪਤਾ ਹੀ ਨਾ ਹੋਵੇ। ਇੱਥੇ ਕਰਕੇ ਆਪਾਂ ਜਿਹਨੇ ਜੈਸੇ ਅੱਗੇ ਬੋਲੋ। ਅੱਗੇ ਮਹਾਰਾਜ ਕਹਿੰਦੇ ਕਿ ਜਿਹੜਾ ਹੈਗਾ ਨਿਕਲ ਜਾਏਗਾ। ਨਿਰਮਲੰਗ ਸਾਧ ਸੰਗੈ ਜਪੰਤ ਨਾਨਕ ਗੋਪਾਲ ਨਾਮੰ, ਸਾਧ ਸੰਗਤ ਲੈ ਤੇ ਗੋਪਾਲ ਦਾ ਨਾਮ ਜਪ ਲਾ ਤੇ ਪਰਮੇਸ਼ਰ ਦੇ ਵਿੱਚ ਰਮ ਜਾ। ਪਰਮੇਸ਼ਰ ਦੇ ਗੁਣ ਜਿਹੜੇ ਹੈਗੇ, ਰਮੰਤ ਗੁਣ ਗੋਬਿੰਦ, ਪਰਮੇਸ਼ਰ ਦੇ ਗੁਣ ਜਿਹੜੇ ਤੇਰੇ ਅੰਦਰ ਆਏ ਜਾਣਗੇ, ਅਵਗੁਣ ਚਲੇ ਜਾਣਗੇ, ਮੈਲ ਸਾਰੀ ਨਿਕਲ ਜਾਏਗੀ। ਨਿਤ ਪ੍ਰਤੇ ਇਹ ਕੰਮ ਕਰਨਾ ਹੈ, ਕੋਈ ਦਿਨ ਛੱਡਣਾ ਨਹੀਂ ਹੈ। ਧਿਆਨ ਸਿਮਰਨ ਹਰ ਰੋਜ਼ ਕਰਨਾ ਹੈ। ਹਾਂਜੀ ਠੀਕ ਹੈ। ਉਹ ਕਹਿੰਦੇ ਉੱਤੇ ਭਰਮ ਹੈ ਤੇ ਮੋਹ। ਮੋਹ ਤੇ ਭਰਮ ਦਾ ਮਤਲਬ ਪਤਾ ਕੀ ਹੁੰਦਾ? ਭਰਮ ਦਾ ਮਤਲਬ ਹੈ ਝੂਠ ਨੂੰ ਸੱਚ ਸਮਝ ਲੈਣਾ, ਸੱਚ ਨੂੰ ਝੂਠ ਸਮਝ ਲੈਣਾ, ਸਹੀ ਨੂੰ ਗਲਤ ਸਮਝਣਾ, ਗਲਤ ਨੂੰ ਸਹੀ ਸਮਝਣਾ। ਬਿਲਕੁਲ।
ਸਹੀ ਗਲਤ ਜਿਹੜਾ ਫਰਕ ਹੈ ਉਹਨੂੰ ਨਹੀਂ ਸਮਝ ਪਾਉਣਾ, ਇੰਨੀ ਬੁੱਧੀ ਤਿਲਖਣ ਨਹੀਂ ਆ, ਨਹੀਂ ਸਮਝ ਪਾ ਰਿਹਾ ਬੰਦਾ, ਉਹ ਭਰਮ 'ਚ ਹੈ। ਉਹ ਚਾਹੇ ਧਰਮ 'ਚ ਬੈਠੇ ਜੋ, ਚਾਹੇ ਤੁਸੀਂ ਘਰੇ ਬੈਠੇ ਜੋ। ਕੀ ਗੱਲ ਨਿਜਰ ਸਾਹਿਬ? ਬਿਲਕੁਲ ਗੋਰਖੀ ਸਾਹਿਬ, ਇਹਦੇ ਵਿੱਚ ਜਿਹੜਾ ਨਾ ਜੇ ਇਹਨੂੰ ਆਪਾਂ ਸਿੰਪਲ ਜੇ ਦੇਖੀਏ ਤੇ ਭਰਮ ਦਾ ਮਤਲਬ ਆ ਵੀ ਆਪਾਂ ਜੋ ਕੁਝ ਦਿਸ ਰਿਹਾ ਆ ਇਹ ਪ੍ਰਕਿਰਤੀ ਆਕਾਰ ਜਿਹੜਾ ਹੈਗਾ ਇਹਨੂੰ ਆਪਾਂ ਸੱਚ ਸਮਝੇ ਹੋਏ ਆ, ਔਰ ਇਹਦੇ ਪਿੱਛੇ ਜਿਹੜਾ ਇਹਦੇ ਅੰਦਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਹੈਗਾ, ਉਹਨੂੰ ਆਪਾਂ ਜਿਹੜੇ ਹੈਗੇ ਝੂਠ ਸਮਝੇ ਹੋਏ ਆ। ਆਇਆ ਭਰਮ ਭਾਈ। ਹਾਂਜੀ ਹਾਂਜੀ। ਪ੍ਰਕਿਰਤੀ ਨੂੰ ਆਪਾਂ ਕੀ ਲੈਣਾ ਦੇਣਾ, ਤੇ ਅਸੀਂ ਤਾਂ ਆਪਣੇ ਧੀਆਂ ਪੁੱਤ ਨੂੰ ਫੜੀਏ ਤੇ ਉੱਥੇ ਤੇ ਪ੍ਰਕਿਰਤੀ ਹੈਗੀ ਨਾ। ਹਾਂ ਬਿਲਕੁਲ। ਉਹ ਸ਼ਾਰਟ ਕਰ ਦਿਆ ਕਰੋ ਨਾ, ਪ੍ਰਕਿਰਤੀ ਤੇ ਦੂਰ ਲੈ ਜਾਓਗੇ ਨਾ ਤੇ ਸੰਗਤ ਨੇ ਹੋਰ ਕੁਝ ਸਮਝ ਲੈਣਾ। ਨਹੀਂ ਨਹੀਂ ਠੀਕ ਹੈ, ਬਿਲਕੁਲ ਬਿਲਕੁਲ। ਪ੍ਰਕਿਰਤੀ ਘਰੇ ਆ ਜਾਓ ਨਾ, ਆਪਣਾ ਸਰੀਰ ਹੀ ਸਮਝ। ਘਰ ਦਾ ਦੱਸੋ ਥੋੜਾ ਬਹੁਤਾ, ਇਹਦੇ ਬਾਰੇ ਤੋਂ ਪ੍ਰਕਿਰਤੀ ਕੀ ਹੈ, ਮੋਹ ਦਾ ਮਤਲਬ ਕੀ ਹੈ। ਆਪਣਾ ਸਰੀਰ ਔਰ ਆਪਣੇ ਪਰਿਵਾਰ ਔਰ ਜੋ ਵੀ ਆਪਣਾ ਧਨ ਦੌਲਤ ਜੋ ਕੁਝ ਵੀ ਆਪਾਂ ਜਿੱਥੇ ਵੀ ਆਪਾਂ ਜਿਹੜੀ ਗਤੀ ਕਰ ਰਹੇ ਹਾਂ, ਇਹ ਸਾਰੀ ਜਿਹੜੀ ਹੈਗੀ ਆ ਇਹ ਮਾਲਕ ਪਰਮਾਤਮਾ ਨੇ ਆਪਾਂ ਨੂੰ ਰਸਤੇ ਦੇ ਵਾਸਤੇ ਜਿਹੜਾ ਹੈਗਾ ਸੁਵਿਧਾ ਦਿੱਤੀ ਹੋਈ ਆ। ਸਾਰੇ ਆਪਣੀ ਯਾਤਰਾ ਦੇ ਵਿੱਚ ਹੈਗੇ ਆ ਔਰ ਇਹਨੂੰ ਆਪਾਂ ਨੇ ਸੱਚ ਸਮਝਿਆ ਆ, ਔਰ ਉਹਦੇ ਪਿੱਛੇ ਜਿਹੜਾ ਹੈਗਾ ਮਾਲਕ ਪਰਮਾਤਮਾ ਹੈਗਾ ਉਹਨੂੰ ਆਪਾਂ ਸਮਝ ਨਹੀਂ ਪਾ ਰਹੇ। ਇਹ ਜੋ ਪੰਜਾਂ ਤੱਤਾਂ ਦੀ ਰਚਨਾ ਹੈਗਾ ਇਹਨੂੰ ਸੱਚ ਸਮਝਿਆ ਹੋਇਆ। ਹਾਂ ਨਿਜਰ ਸਾਹਿਬ, ਇੱਥੇ ਹੁਣ ਇੱਕ ਤੁਹਾਨੂੰ ਮੈਂ ਰੋਕਦਾ। ਸਾਧ ਸੰਗਤ ਜੀ, ਜੇ ਤੁਹਾਡੇ ਕੋਲ ਥੋੜੇ ਜਿਹੇ ਪੈਸੇ ਹੈਗੇ ਨਾ, ਸੁੱਖ ਹੈਗੇ ਜੋ, ਇਹਦਾ ਮਤਲਬ ਕਿ ਪਰਮਾਤਮਾ ਨੇ ਤੁਹਾਨੂੰ ਚੰਗੇ ਸਾਧਨ ਦਿੱਤੇ ਆ ਭਗਤੀ ਕਰਨ ਵਾਸਤੇ। ਬਹੁਤ ਵਧੀਆ। ਆਪ ਸਮਝਦੇ ਹੋ ਕਿੰਨੀ ਵੱਡੀ ਗੱਲ ਹੈ, ਤੇ ਇਹਦੇ ਬਾਵਜੂਦ ਵੀ ਨਹੀਂ ਕਰਦੇ ਤੇ ਕਿੰਨੀ ਸ਼ਰਮ ਵਾਲੀ ਗੱਲ। ਕਿ ਪਰਮਾਤਮਾ ਨੇ ਕਹਿਣਾ ਕਿ ਤੈਨੂੰ ਤੇ ਸਹੂਲਤਾਂ ਬੜੀਆਂ ਹੀ ਭੋਲਿਆ ਚਰਨਜੀਤ, ਤੇ ਤਨਖਾਹ ਇੰਨੀ ਹੈ, ਤੇਰੇ ਕੋਲ ਸਭ ਕੁਝ ਹੀ, ਤੂੰ ਫਿਰ ਕਿਉਂ ਨਹੀਂ ਕੀਤਾ ਕੰਮ? ਵਾਹ ਜੀ ਵਾਹ। ਬਿਲਕੁਲ। ਇੱਕ ਤੇ ਬੰਦੇ ਕੋਲ ਰੋਟੀ ਦਾ ਸਾਧਨ ਨਹੀਂ, ਉਹ ਤੇ ਸ਼ਾਮ ਨੂੰ ਰੋਟੀ ਉਹਨੇ ਕਮਾਉਂਦਾ, ਟੱਬਰੀ ਪਾਲਣ ਦਿਆ, ਤੇਰੇ ਕੋਲ ਕਿੰਨੇ ਪੈਸੇ ਕਿ ਤੂੰ ਤੇ ਬੜਾ ਵਧੀਆ ਜੀਵਨ ਵੇਲੜ ਸਾਂ, ਸਾਰਾ ਦਿਨ ਟੀਵੀ ਵੇਖ ਛੱਡਿਆ, ਗੱਪਾਂ ਹੀ ਮਾਰ ਛੱਡੀਆਂ। ਵਾਹ ਵਾਹ ਵਾਹ, ਕਮਾਲ ਹੈ। ਬਿਲਕੁਲ ਸੇਮ ਚੀਜ਼ ਹੈ, ਇਹ ਫੈਕਟ ਹੈ ਗੋਰਖੀ ਸਾਹਿਬ। ਬਿਲਕੁਲ। ਆਹ ਇਹ ਸਵਾਲ ਪੁੱਛਣਾ ਚਾਹੁੰਦੇ ਕਿ ਤੇਰੇ ਕੋਲ ਤੇ ਇੰਨੀ ਸੁੱਖ ਸੀ, ਤੈਨੂੰ ਸ਼ਰਮ ਨਹੀਂ ਆਈ ਇਹ ਚੀਜ਼ਾਂ ਲਈ? ਬਾਣੀ ਕੀ ਰੌਲਾ ਪਾਉਂਦੀ ਹੈ, ਕੀ ਕਹਿੰਦੇ ਨੇ ਗ੍ਰੰਥ ਕਿਤੇ ਪੜ੍ਹੇ ਨੀ? ਮੱਥਾ ਟੇਕੀ ਗਏ ਇਹਨਾਂ ਨੂੰ, ਮੱਥਾ ਟੇਕ ਕੇ ਘਰੇ ਆ ਜਾਣਾ, ਕੜਾਹ ਖਾਧਾ, ਲੰਗਰ ਖਾਧਾ, ਜੋਤ ਚ ਤੇਲ ਪਾਇਆ, ਤੇ ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਨਾਲਾ ਉੱਥੇ ਦਾ ਉੱਥੇ, ਸਗੋਂ ਹੋਰ ਮਾਸਾ ਬਾਹਰ ਕੱਢ ਕੇ ਲਾਤਾ, ਲੋਕਾਂ ਦੇ ਸਿਰ ਚ ਪਾਣੀ ਪਵੇ। ਬਿਲਕੁਲ ਸਹੀ ਹੈ। ਉੱਤੋਂ ਤੋਂ ਕੱਪੜੇ ਕੁਪੜੇ ਚੇਂਜ ਕਰਕੇ ਤੇ ਤੂੰ ਆਪਣੇ ਆਪ ਨੂੰ ਬੜਾ ਧਾਰਮਿਕ ਸਮਝਦੇ ਆ, ਦੂਜਿਆਂ ਨੂੰ ਕੀੜੇ ਮਕੌੜੇ ਸਮਝਦੇ ਆ। ਇਹ 5 ਬਾਣੀਆਂ ਦੇ ਪਾਠ ਨਹੀਂ ਪੜ੍ਹਦੇ, ਇਹ ਨਰਕ ਚ ਜਾਣ ਕੇ ਮੈਂ ਸਵਰਗ ਚ ਜਾਊਂਗਾ। ਤੂੰ ਸਵਰਗ ਚ ਕਿੱਥੋਂ ਜਾਣਾ? ਪਹਿਲਾਂ ਦੇਖ ਤੇਰੇ ਅੰਦਰ ਮਨ ਮੈਲਾ ਕਿ ਸੁਥਰਾ ਵਾ। ਤੂੰ ਕਿਹੜੇ ਸਿਰ ਤੇ ਡਿਸੀਜਨ ਲੈ ਰਿਹਾ? ਬਾਣੀ ਪੜ੍ਹਿਆ ਕਰ ਤੇ ਤੈਨੂੰ ਪਤਾ ਲੱਗੇ। ਬਾਣੀ ਤੇ ਕਹਿੰਦੀ ਜੇ ਤੇਰਾ ਮਨ ਮੈਲਾ ਹੀ ਤੇ ਸਭ ਕੁਛ ਮੈਲਾ ਹੀ। ਤੂੰ ਦੂਜੇ ਨੂੰ ਕੀੜੇ ਮਕੌੜੇ ਨਾ ਸਮਝ। ਚਲੋ ਉਹ ਤੇ ਅੱਜ ਨਹੀਂ ਤੇ ਕੱਲ ਨੂੰ ਪਹੁੰਚ ਜਾਣਗੇ, ਪਰ ਤੂੰ ਜਿਹੜਾ ਆਪਣੇ ਆਪ ਨੂੰ ਇੱਕ ਕੈਂਡੀ ਨੂੰ, ਤੂੰ ਜਿਹੜੀ ਜ਼ਹਿਰ ਨੂੰ ਜਿਹੜੀ ਤੂੰ ਉਹ ਪਾਣੀ ਚੜ ਲਈ ਆ ਕਿ ਮੈਂ ਧਾਰਮਿਕ ਇਨਸਾਨ ਆ, ਉਹ ਤੇਰੇ ਕੰਨਾਂ ਚ ਪਤਾ ਨੀ ਕਿਹਨੇ ਕੀ ਭਰਤਾ, ਪਰ ਤੂੰ ਉਹ ਚੀਜ਼ ਹੈ ਨਹੀਂ, ਤੂੰ ਬੰਗਲਾ। ਬਿਲਕੁਲ। ਅੰਦਰ ਤੇਰੀ ਬ੍ਰਿਤੀ ਜਿਹੜੀ ਹੈਗੀ ਮੱਛੀਆਂ ਫੜਨ ਦੀ ਹੈ, ਔਰ ਤੂੰ ਲੋਕਾਂ ਨੂੰ ਧੋਖਾ ਦੇ ਸਕਦਾ ਹੈ, ਪਰ ਪਰਮਾਤਮਾ ਨੂੰ ਧੋਖਾ ਤੂੰ ਕਿਉਂ ਨਹੀਂ ਦੇ ਸਕਦਾ? ਕਿਉਂਕਿ ਪਰਮਾਤਮਾ ਦੇ ਜਾਨੀ ਜਾਣ ਆ, ਉਹ ਤੇਰੇ ਚਿੱਥੜੇ ਵੇਂਦਾ ਪਿਆ ਅੰਦਰ। ਔਰ ਪੰਗਾ ਤੇ ਇਹ ਆ ਨਿਜਰ ਸਾਹਿਬ, ਚਿੱਥੜੇ ਤੇ ਹੈਗੇ, ਕੋਈ ਪ੍ਰੋਬਲਮ ਨਹੀਂ, ਉਹ ਮੰਨਦਾ ਨਹੀਂ ਨਾ ਬੰਦਾ, ਉਹ ਬਿਲਕੁਲ ਨਹੀਂ ਮੰਨਦਾ ਜੀ। ਹਾਂ, ਤੇ ਇੱਥੇ ਬਾਣੀ ਕਹਿੰਦੀ ਹੈ ਕਿ ਜੇ ਤੂੰ ਏਦਾਂ ਕਰਦਾ ਵਾ, ਮਾਣ ਤੇ ਅਪਮਾਨ ਤੇ ਮੋਹ ਤੋਂ ਤੇ ਭਰਮ ਦਾ ਮਤਲਬ ਬੜਾ ਵੱਡਾ। ਜੇ ਸਾਧ ਸੰਗਤ ਜੀ ਪਲੀਜ਼ ਇਹਨੂੰ ਅੰਡਰਸਟੈਂਡ ਕਰੋ ਕਿ ਛੋਟਾ ਵਰਡ ਨਹੀਂ ਹੈਗਾ। ਭਰਮ ਦਾ ਮਤਲਬ A to Z ਤੁਹਾਡੀ ਲਾਈਫ ਆ। ਤੁਸੀਂ ਜੋ ਸੱਚ ਸਮਝ ਰਹੇ ਜੋ ਝੂਠ ਆ, ਜੇ ਝੂਠ ਆ ਉਹ ਸੱਚ ਆ। ਉਹ ਤੁਹਾਡਾ ਜਿਹੜਾ ਫਰਕ ਆ ਉਹਨੂੰ ਨਹੀਂ ਸਮਝ ਪਾ ਰਿਹਾ ਬੰਦੇ ਚ, ਇੰਨੀ ਬੁੱਧੀ ਨਹੀਂ ਹੈਗੀ। ਮਤਲਬ ਕਹਿਣ ਤੋਂ ਭਾਵ ਹੈ, ਆਪ ਜਸਟ ਸੋਚੋ, ਆਪ ਇੱਕ ਛੋਟੀ ਜਿਹੀ ਮੇਰੀ ਗੱਲ ਸੁਣੋ। ਤੁਸੀਂ ਇੱਕ ਤੌਲੀਆ ਵਰਤਦੇ ਜੋ ਨਾ, ਤੁਸੀਂ ਇੱਕ ਤੌਲੀਆ, ਗੰਦਾ ਤੌਲੀਆ, ਸੜਿਆ ਤੌਲੀਆ, ਵੇਖੋ ਤੁਸੀਂ ਕਿੰਨੇ ਸਾਲ ਤੋਂ ਵਰਤਣ ਦੇ। ਤੁਸੀਂ ਨਵਾਂ ਤੌਲੀਆ ਲੈ ਕੇ ਆਓਗੇ ਨਾ, ਜਿਸ ਤੁਹਾਨੂੰ ਚੰਗਾ ਨਹੀਂ ਲੱਗਣਾ 2-4 ਦਿਨ। ਕੀ ਕਹਿੰਦੇ? ਬਿਲਕੁਲ। ਤੁਸੀਂ ਕਹਿਣਾ ਇਹ ਕੀ ਹੈ ਨਵਾਂ ਜਿਹਾ, ਕਿਉਂਕਿ ਤੁਹਾਡਾ ਦਿਮਾਗ ਸੈੱਟ ਹੋ ਗਿਆ, ਉਹ ਪੁਰਾਣੇ ਤੌਲੀਏ ਨਾਲ ਅਟੈਚ ਹੋਇਆ ਤੁਹਾਡਾ ਦਿਮਾਗ। ਤੁਹਾਨੂੰ ਇਹ ਨਹੀਂ ਦੇਖਦਾ ਕਿ ਉਹ ਤੌਲੀਆ ਕੇ ਕੰਮ ਦਾ ਨਹੀਂ, ਉਹ ਸਹੀ ਨਹੀਂ ਆ, ਪਾਟ ਗਿਆ, ਪਰ ਤੁਹਾਡਾ ਮਨ ਕਹਿੰਦਾ ਉਹ ਤੌਲੀਆ ਵਧੀਆ। ਨਵਾਂ ਤੌਲੀਆ ਜਦੋਂ ਵੀ ਆਊਗਾ ਉਹਨੂੰ 2-4 ਦਿਨ ਲਈ, 5 ਦਿਨ ਤੁਹਾਨੂੰ ਐਡਜਸਟ ਕਰਨ ਲਈ ਲੱਗਣੇ ਆ। ਇਸੇ ਹੀ ਤਰ੍ਹਾਂ ਜੀਵਨ ਦੇ ਵਿੱਚ ਜਦੋਂ ਨਵਾਂ ਗਿਆਨ ਆਉਂਦਾ ਨਿਜਰ ਸਾਹਿਬ, ਉਹ ਅੰਦਰ ਉਹਨੇ, ਕਿਉਂਕਿ ਪੁਰਾਣਾ ਆਦਤਾਂ ਪਈਆਂ ਵਾ ਗੰਦੀਆਂ, ਉਹ ਗੰਦੀਆਂ ਆਦਤਾਂ ਜਿਹੜੀਆਂ ਹੁੰਦੀਆਂ ਨੇ, ਬਾਣੀ ਕਹਿੰਦੀ ਛੱਡ ਦੇ ਇਹਨੂੰ। ਇਹ ਨਾ ਇਹ ਦੇਖੋ ਕਿ ਤੂੰ ਇਹ ਜਿਹੜੀਆਂ ਆਦਤਾਂ ਬੜੀਆਂ ਬੈਠਾ ਵਾ, ਇਹ ਤੇਰਾ ਬਰਤਨ ਹੋਰ ਗੰਦਾ ਹੋ ਰਿਹਾ।
ਗੁਰਬਾਣੀ ਕਿਹਦੀ ਆਦਤਾਂ ਨੂੰ ਛੱਡਦੀ ਹੈ? ਗੰਦੀਆਂ ਆਦਤਾਂ ਨੂੰ। ਗੰਦੀਆਂ ਆਦਤਾਂ ਇਹ ਚੁਗਲੀ ਕਰਨੀ, ਝੂਠ ਬੋਲਣਾ, ਨਿੰਦਿਆ ਕਰਨੀ, ਪਰਾਏ ਮਾਂ ਧਨ ਨੂੰ ਵੇਖਣਾ, ਪਰਾਏ ਰੂਪ ਨੂੰ ਵੇਖਣਾ। ਉਹ ਇਹ ਨਹੀਂ ਮੈਂ ਕਹਿੰਦਾ ਕਿ ਆਪਾਂ ਇੰਦਰੀਆਂ ਨੂੰ ਰੋਕ ਲਈਏ ਜਾਂ ਅੱਖਾਂ ਨੇ ਅੱਖਾਂ ਪਾੜ ਲਈਆਂ ਆਪਣੀਆਂ। ਇਹਦਾ ਕੀ ਮਤਲਬ ਹੈ? ਅੱਖਾਂ ਪਾੜਨ ਦੇ ਨਾਲ ਥੋੜੀ ਗੱਲ ਬਣ ਗਈ। ਜਿਹੜਾ ਅੰਦਰ ਬੈਠਾ ਵਾ ਵੇਖਣ ਵਾਲਾ, ਜਿਹੜਾ ਚਿੱਤ ਵਿੱਚ ਲੀਨ ਹੁੰਦਾ, ਫਿਰ ਚਿੱਤ ਬ੍ਰਹਮ ਚ ਲੀਨ ਹੁੰਦਾ, ਉਹਦੀ ਗੱਲ ਕਰਦੇ। ਲੋਕ ਬੜੀਆਂ ਉੱਚੀਆਂ ਉੱਚੀਆਂ ਗੱਲਾਂ ਕਰਦੇ ਨੇ, ਬਹੁਤ ਵੱਡੇ ਵੱਡੇ ਬਣੇ ਫਿਰਦੇ ਨੇ। ਆਪ ਪਲੀਜ਼ ਉਹਨਾਂ ਦੇ ਘਰਾਂ 'ਚ ਜ਼ਰੂਰ ਜਾਓ, ਉਹਨਾਂ ਦੇ ਨਾਲ 1-2 ਦਿਨ ਰਹੋਗੇ ਨਾ, ਤੁਹਾਨੂੰ ਪਤਾ ਲੱਗੂਗਾ ਸੱਚੀ ਉਹ ਬੰਦਾ ਕਿਸ ਕਰਤੂਤ ਦਾ ਮਾਲਕ ਹੈ। ਨਜ਼ਰ ਸਾਹਿਬ ਆਪ ਨੂੰ ਚੰਗੀ ਤਰ੍ਹਾਂ ਪਤਾ ਲੱਗ ਜੂਗਾ ਕਿ ਸੱਚੀ ਉਹ ਤੇ ਬੰਦਾ ਇੱਕਦਮ ਖੱਦਰ ਹੈਗਾ, ਉਹ ਬੰਦਾ ਕਿਸੇ ਕੰਮ ਦਾ ਨਹੀਂ। ਪਰ ਹਾਂ, ਉਸਨੇ ਕੀ ਕੀਤਾ ਕਿ ਆਪਣੇ ਬਾਹਰੀ ਭੇਸ ਨੂੰ ਬੜਾ ਚਮਕਾਇਆ, ਬੜਾ ਪੋਲਿਸ਼ ਕੀਤਾ। ਇੰਨੀ ਜ਼ਿਆਦਾ ਲਾਈਟ ਮਾਰਦੀ ਹੈ ਨਾ, ਕਾਰ ਦੀ ਲਾਈਟ ਵਾਂਗੂ ਤੁਹਾਨੂੰ ਦਿਖਣ ਨਹੀਂ ਦੇਣ ਦਿਆ। ਹੋ ਸਕਦਾ ਬ੍ਰਹਮ ਗਿਆਨੀ ਵਿਚਾਰੇ ਨੂੰ ਪਤਾ ਹੀ ਨਹੀਂ ਹੋਣਾ ਕਿ ਕਿੱਦਾਂ ਬੋਲਣਾ ਹੈ, ਉਹਨੂੰ ਗ੍ਰੰਥਾਂ 'ਚ ਕੀ ਲਿਖਿਆ ਉਹਨੂੰ ਪੜ੍ਹ ਤੇ ਨਹੀਂ ਸਕਦਾ, ਪਰ ਉਹਨੂੰ ਪਤਾ ਕੀ ਲਿਖਿਆ। ਇਹ ਵੀ ਗੱਲ ਸੱਚ ਹੈ ਮਿੱਤਰ ਸਾਹਿਬ, ਬਿਲਕੁਲ ਸਹੀ ਹੈ। ਉਹਨੂੰ ਸਾਰ ਪਤਾ ਹੈ ਜੀ, ਸਾਰ ਪਤਾ ਹੈ, ਸਿੰਪਲ ਜੀ ਗੱਲ। ਹਾਂ, ਉਹਨੂੰ ਆਤਮਾ ਦਾ ਪਤਾ ਹੈ, ਉਹ ਬਹੁਤ ਵੱਡਾ ਗਿਆਨ ਹੈ। ਔਰ ਇਹਨਾਂ ਗ੍ਰੰਥਾਂ ਦਾ ਗਿਆਨ ਪ੍ਰਾਪਤ ਕਰਨ ਦੇ ਨਾਲ ਜੇ ਸਾਨੂੰ ਕੋਈ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਤੇ ਗੁਰੂਆਂ ਨੇ ਸਾਨੂੰ ਸਮਝਾ ਦੇਣਾ ਸੀ। ਉਹ ਕਹਿੰਦੇ ਪੜ ਗੱਡੇ ਲੱਦੀਏ ਕਿ ਤੂੰ ਹੰਕਾਰ ਤੇਰਾ ਤੂੰ ਪਤਾ ਕੀ ਕਰਨਾ ਹੈ, ਤੂੰ ਬਾਹਰੋਂ ਧੋਤੀ ਤੂੰ ਬੜੀ, ਤੂੰ ਆਪਣੇ ਆਪ ਨੂੰ ਧੋਈ ਜਾਣਾ ਬਾਹਰੋਂ, ਪਰ ਇਸ ਚੀਜ਼ ਨੇ ਤੇਰੇ ਅੰਦਰ ਕਰਨ ਚ ਕੋਈ ਚੀਜ਼ ਵੜ ਨਹੀਂ ਦੇਣੀ, ਕਿਉਂਕਿ ਤੂੰ ਇੰਨਾ ਜ਼ਿਆਦਾ ਤੇਰੇ ਅੰਦਰ ਹੰਕਾਰ ਆ ਜਾਣਾ ਕਿ ਮੈਂ ਗਿਆਨੀ ਹਾਂ, ਮੈਂ ਜਾਣਦਾ ਹਾਂ। ਔਰ ਜਦੋਂ ਤੇਰੇ ਮੂੰਹ 'ਚ ਇਹ ਲਫ਼ਜ਼ ਆ ਗਿਆ ਤਾਂ ਸਮਝ ਲੈ ਤੈਨੂੰ ਕੁਝ ਵੀ ਨਹੀਂ ਪਤਾ। ਔਰ ਇਹ ਰੁਕਾਵਟ ਹੈਗੀ। ਹਾਂਜੀ ਨਜਰ ਸਾਹਿਬ, ਬਸ ਬਾਣੀ ਤਾਂ ਇਹੀ ਕਹਿੰਦੀ ਹੈ ਗੁਰੂ ਸਾਹਿਬ, ਨਿਰਮਲੰਗ ਸਾਧ ਸੰਗੈ ਜਪੰਤ ਨਾਨਕ ਗੋਪਾਲ ਨਾਮੰ। ਇੱਕੋ ਹੀ ਤਰੀਕਾ ਹੈਗਾ ਭਾਈ, ਹੋਰ ਕੋਈ ਤਰੀਕਾ ਹੀ ਨਹੀਂ ਹੈ ਇਸ ਭਰਮ ਤੋਂ ਬਾਹਰ ਨਿਕਲਣ ਦਾ। ਸਾਧ ਸੰਗਤ ਕਰਨੀ ਪਊਗੀ, ਬ੍ਰਹਮ ਗਿਆਨ ਲੈਣਾ ਪਊਗਾ, ਔਰ ਪਰਮੇਸ਼ਰ ਦਾ ਨਾਮ ਜਿਹੜਾ ਹੈ, ਗੋਪਾਲ ਦਾ ਨਾਮ ਜਿਹੜਾ ਹੈ, ਧਿਆਨ ਸਿਮਰਨ ਕਰਨਾ ਪਊਗਾ। ਜਪੰਤ ਨਾਨਕ ਗੋਪਾਲ ਨਾਮੰ, ਨਾਮ ਜਿਹੜਾ ਹੈਗਾ ਗੋਪਾਲ ਦਾ ਜਪਣਾ ਪਊਗਾ, ਕਿਉਂਕਿ ਜਿਹੜਾ ਹੈਗਾ ਇਹ ਜਿਹੜਾ ਹੈਗਾ ਨਾਮ ਜਿਹੜਾ ਹੈ, ਨਾਮ ਪਦਾਰਥ ਹੈਗਾ। ਇਹ ਨਾਮ ਜਪਣ ਦੇ ਨਾਲ ਇਹਦੇ ਸਟਾਰਟਿੰਗ ਜਰਨੀ ਇੱਥੋਂ ਹੀ ਕਰਨੀ ਹੁੰਦੀ ਹੈ, ਔਰ ਫਿਰ ਜਿਹੜਾ ਹੈਗਾ ਉਹ ਅੰਦਰ ਅੰਮ੍ਰਿਤ ਜਿਹੜਾ ਹੈਗਾ, ਅੰਮ੍ਰਿਤ ਰਸ ਅੰਦਰ ਆਉਂਦਾ, ਨਾਮ ਪਦਾਰਥ ਮਿਲਦਾ ਇਨਸਾਨ ਨੂੰ। ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ, ਉਸ ਗੋਬਿੰਦ ਮਾਲਕ ਪਰਮਾਤਮਾ ਦੇ ਧਿਆਨ ਸਿਮਰਨ ਦੇ ਵਿੱਚ ਰਮਣਾ ਜਿਹੜਾ ਹੈਗਾ, ਨਿਤ ਪ੍ਰਤੀ ਜਿਹੜਾ ਹੈਗਾ ਆਪਾਂ ਨੇ ਧਿਆਨ ਸਿਮਰਨ ਕਰਨਾ ਹੈ, ਸਹਿਜ ਸਮਾਧੀ ਲਾਉਣੀ ਹੈ, ਨਿਰਵਿਚਾਰ ਹੋਣਾ ਹੈ। ਹਾਂਜੀ ਵੀਰ ਜੀ। ਹਾਂਜੀ ਨਜਰ ਸਾਹਿਬ, ਤੇ ਅੱਜ ਦੀ ਸਮਾਪਤੀ ਇੱਥੇ ਕਰ ਦਈਏ? ਹਾਂ ਠੀਕ ਹੈ ਗੁਰੂ ਸਾਹਿਬ। ਹੋਰ ਲੈਣਾ ਇੱਕ ਲੈ ਲਓ, ਇੱਕ ਸ਼ਬਦ ਹੋਰ ਲੈ ਲਓ। ਹਾਂਜੀ, ਇੱਕ ਹੋਰ ਲੈ ਲੈਣੇ। ਤਰਨ ਸਰਨ ਸੁਆਮੀ ਰਮਨਸ਼ੀਲ ਪਰਮੇਸ਼ਰ। ਹੁਣ ਪਿੱਛੇ ਮਹਾਰਾਜ ਨੇ ਕਿਹਾ ਸੀਗਾ ਕਿ ਨਿਰਮਲੰਗ ਸਾਧ ਸੰਗੈ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤੈ। ਹੁਣ ਅੱਗੇ ਇਹਨੂੰ ਖੋਲ ਰਹੇ ਆ ਮਹਾਰਾਜ, ਦੱਸ ਰਹੇ ਵਿਸਤਾਰ ਦੇ ਨਾਲ। ਕਹਿੰਦੇ ਭਾਈ ਇਹੀ ਜਿਹੜਾ ਹੈਗਾ ਸਾਧ ਸੰਗਤ ਕਰਕੇ ਧਿਆਨ ਸਿਮਰਨ ਕਰਦਾ ਆ, ਤੇ ਤਰਨ ਕਹਿੰਦੇ ਆ ਜਹਾਜ਼, ਸੰਸਾਰ ਸਮੁੰਦਰ ਤੋਂ ਤਰਨ ਵਾਲਾ ਜਹਾਜ਼, ਤਾਰਨ ਵਾਲਾ ਜਹਾਜ਼, ਇਹਨੂੰ ਤਰਨ ਕਹਿੰਦੇ ਆ, ਨੌਕਾ ਤਰਨ ਸ਼ਰਨ ਸੁਆਮੀ। ਕਹਿੰਦੇ ਉਹ ਮਾਲਕ ਪਰਮਾਤਮਾ ਦੀ ਸ਼ਰਨ ਹੀ ਹੈ ਭਾਈ। ਰਮਨਸ਼ੀਲ ਪਰਮੇਸ਼ਰ ਹੈ, ਪਰਮਾਤਮਾ ਹੀ ਹੈਗਾ ਭਾਈ, ਜਿਹਦੇ ਵਿੱਚ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਰਮ ਜਾਈਏ। ਮਾਲਕ ਪਰਮਾਤਮਾ ਦੇ ਧਿਆਨ ਦੇ ਵਿੱਚ ਹੀ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਨਿਰਵਿਚਾਰ ਹੋ ਜਾਈਏ। ਕਰਨ ਕਾਰਨ ਸਮਰੱਥ ਹੈ, ਦਾਨ ਦੇਤ ਪ੍ਰਭ ਪੂਰਨ ਹੈ। ਕਹਿੰਦੇ ਉਹ ਕਰਨ ਵਾਲਾ ਵੀ, ਕਾਰਨ ਵੀ, ਤੇ ਕਰਨ ਵਾਲਾ ਵੀ, ਤੇ ਕਰਵਾਉਣ ਵਾਲਾ ਵੀ ਸਮਰੱਥ ਹੈਗਾ ਉਹ ਮਾਲਕ ਪਰਮਾਤਮਾ। ਉਹ ਪੂਰਨ ਹੈਗਾ ਮਾਲਕ ਪਰਮਾਤਮਾ, ਸਾਰਿਆਂ ਨੂੰ ਦਾਨ ਦਿੰਦਾ ਹੈ ਉਹ ਮਾਲਕ ਪਰਮਾਤਮਾ। ਕਰਨ ਕਾਰਨ ਸਮਰੱਥ ਹੈ, ਦਾਨ ਦੇਤ ਪ੍ਰਭ ਪੂਰਨ ਹੈ। ਨਿਰਾਸ ਆਸ ਕਰਨੰ। ਦੇਖ ਨਿਰਾਸ ਬੰਦਾ ਜਿਹੜਾ, ਕੋਈ ਉਹਦੇ ਕੋਲੋਂ ਵਿਚਾਰੇ ਨੂੰ ਕੋਈ ਬਈ ਮੈਨੂੰ ਜਿਹੜਾ ਹੈਗਾ ਇਸ ਰਸਤੇ ਦੇ ਉੱਤੇ ਇੰਨਾ ਮੈਲਾ ਹੈਗਾ ਕਿ ਮੈਂ ਜਿਹੜਾ ਹੈਗਾ ਕਿ ਮੈਂ ਨਿਰਮਲ ਹੋ ਸਕਦਾ ਹੈ, ਕਿ ਮੇਰੇ ਅੰਦਰ ਜਿਹੜੇ ਹੈ ਗੁਣ ਆ ਸਕਦੇ ਆ, ਕਿ ਮੇਰੇ ਅੰਦਰ ਜਿਹੜਾ ਹੈਗਾ ਮੈਨੂੰ ਜਿਹੜਾ ਹੈਗਾ ਇਹ ਆਤਮਿਕ ਰੂਪ 'ਚ ਤਰੱਕੀ ਮਿਲ ਸਕਦੀ ਹੈ। ਕਹਿੰਦੇ ਉਹ ਨਿਰਾਸ ਆਸ ਕਰ, ਨਿਰਾਸ ਦੀ ਆਸ, ਨਿਰਾਸ ਨੂੰ ਆਸ ਕਰਨ ਵਾਲਾ ਹੈਗਾ ਉਹ ਮਾਲਕ ਪਰਮਾਤਮਾ।
ਸਗਲ ਅਰਥ ਆਲੈ। ਸਾਰੇ ਜਿਹੜੇ ਹੈਗੇ ਪਦਾਰਥ, ਅਰਥ ਕਹਿੰਦੇ ਸਾਰੇ ਪਦਾਰਥ, ਆਲੈ ਕਹਿੰਦੇ ਜਿਸ ਤਰ੍ਹਾਂ ਔਸ਼ਧਾਲय ਹੋ ਗਿਆ, ਵਿਦਿਆਲय ਹੋ ਗਿਆ, ਕਹਿੰਦੇ ਘਰ ਆ ਭਾਈ, ਸਾਰੇ ਪਦਾਰਥਾਂ ਦਾ ਘਰ ਆ ਉਹ ਮਾਲਕ ਪਰਮਾਤਮਾ। ਸਾਰਾ ਕੁਝ ਦੇਣ ਦੇ ਸਮਰੱਥ ਹੈਗਾ, ਸਾਰਾ ਕੁਝ ਹੈਗਾ ਉਹਦੇ ਘਰ ਦੇ ਵਿੱਚ। ਨਿਰਾਸ ਆਸ ਕਰਨੰ ਸਗਲ ਅਰਥ ਆਲੈ, ਗੁਣ ਨਿਧਾਨ ਸਿਮਰੰਤ ਨਾਨਕ, ਸਗਲ ਜਾਚੰਤ ਜਾਚਕੈ। ਉਹ ਗੁਣਾਂ ਦਾ ਖਜ਼ਾਨਾ ਹੈਗਾ, ਉਹਦਾ ਸਿਮਰਨ ਕਰਨਾ ਹੈਗਾ। ਇਹ ਸਿਮਰਨ ਹੀ ਜਿਹੜਾ ਹੈਗਾ ਜਾਚਨਾ ਹੈਗੀ ਭਾਈ, ਜਾਚਕ ਬਣਨਾ ਹੈ। ਸਗਲ ਜਾਚੰਤ ਜਾਚਕੈ, ਸਾਰੇ ਜਿਹੜੇ ਹੈਗੇ ਉਸੇ ਮਾਲਕ ਪਰਮਾਤਮਾ ਤੋਂ ਜਾਚਨਾ ਕਰਦੇ ਆ, ਕਿਉਂਕਿ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਹੈਗਾ ਉਹ ਘਰ ਹੈਗਾ ਪਰਮਾਤਮਾ। ਸਭ ਕੁਝ ਦੇਣ ਦੇ ਸਮਰੱਥ ਹੈਗਾ ਪਰਮਾਤਮਾ। ਤਰਨ ਸਰਣ ਸੁਆਮੀ ਰਮਨਸ਼ੀਲ ਪਰਮੇਸ਼ਰ ਹੈ। ਜਹਾਜ਼ ਜਿਹੜਾ ਹੈਗਾ ਉਹ ਮਾਲਕ ਦੀ ਸ਼ਰਨ 'ਚ ਜਾਣਾ, ਜਹਾਜ਼ ਫੜ ਲਿਆ ਭਾਈ, ਗੁਰੂ ਵਾਲਾ ਜਹਾਜ਼ ਚੜ੍ਹ ਗਏ, ਗੁਰੂ ਵਾਲੇ ਜਹਾਜ਼ ਦੇ ਉੱਤੇ। ਰਮਨਸ਼ੀਲ ਪਰਮੇਸ਼ਰ ਹੈ, ਉਹੀ ਪਰਮੇਸ਼ਰ ਹੀ ਰਮਨਸ਼ੀਲ ਹੈ ਭਾਈ, ਉਹਦੇ ਵਿੱਚ ਹੀ ਰਮਣਾ ਹੈਗਾ, ਉਹਦੇ ਵਿੱਚ ਹੀ ਖੁਸ਼ੀ ਆਨੰਦ ਆਉਣਾ ਹੈ। ਕਰਨ ਕਾਰਨ ਸਮਰੱਥ ਹੈ, ਦਾਨ ਦੇਤ ਪ੍ਰਭ ਪੂਰਨ ਹੈ। ਉਹ ਕਰਨ ਕਾਰਨ ਸਮਰੱਥ ਹੈਗਾ ਮਾਲਕ ਪਰਮਾਤਮਾ, ਔਰ ਜਿਹੜਾ ਹੈਗਾ ਪੂਰਨ ਹੈਗਾ, ਔਰ ਸਭ ਕੁਝ ਮਾਲਕ ਦੇ ਵਿੱਚ ਹਰ ਜਗ੍ਹਾ ਤੇ ਰਮਿਆ ਹੋਇਆ। ਉਹਨੇ ਸਾਰਾ ਦਾਨ ਦੇਣਾ ਹੈ ਮਾਲਕ ਪਰਮਾਤਮਾ ਨੇ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਇਹ ਬ੍ਰਹਮ ਦੇ ਵਿੱਚ ਜੇਕਰ ਅਸੀਂ ਉਸ ਪਰਮ ਜੀਵਨ ਨੂੰ ਅਨੁਭਵ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਉਹ ਬ੍ਰਹਮ ਦੀ ਸ਼ਰਨ ਵਿੱਚ ਹੀ ਜਾਣਾ ਪਊਗਾ। ਹਾਂ, ਇਹ ਨਾ ਕਿ ਬੰਦੇ ਦੀ ਸ਼ਰਨ 'ਚ ਨਾ ਚੱਲ ਜਾਓ ਕਦੇ। ਬਸ ਬਸ ਬਸ। ਹਾਂ, ਕਿਉਂਕਿ ਕਿਸ਼ਤੀ ਕੋਈ ਹੁੰਦੀਆਂ ਨੇ, ਹੋ ਸਕਦਾ ਬੱਸ ਤੇ ਆਪਾਂ ਬਹਿੰਦੇ ਹਾਂ, ਬੱਸ ਤੇ ਬਹਿ ਕੇ ਆਪਾਂ ਦੂਜੇ ਸਟੇਸ਼ਨ ਤੇ ਪਹੁੰਚ ਜਾਂਦੇ ਹਾਂ। ਹੁਣ ਸੋਚੀਏ ਕਿ ਬੱਸ ਦੇ ਵਿੱਚ ਹੀ ਬੈਠੇ ਰਹੀਏ, ਪਰ ਮੰਜ਼ਿਲ ਨਹੀਂ ਹੈਗੀ ਉਹ। ਇਹਦਾ ਮਤਲਬ ਨਹੀਂ, ਹੁਣ ਤੁਸੀਂ ਵੇਖੋ, ਤੁਸੀਂ ਪੜ੍ਹੇ ਜੋ, ਪਹਿਲੀ ਕਲਾਸ ਕਿਤੇ ਪੜ੍ਹੀ, ਦੂਜੀ ਕਿਤੇ, ਤੀਜੀ ਪੰਜਵੀਂ ਤੱਕ ਹੋਰ ਕਿਤੇ ਪੜ੍ਹੇ, 10ਵੀਂ ਕਿਤੇ ਹੋਰ, ਫਿਰ ਅਗਲੀਆਂ ਪੜ੍ਹਾਈਆਂ। ਠੀਕ ਹੈ, ਜ਼ਰੂਰੀ ਆ, ਪਰ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਹੁਣ ਸੋਚੋ ਕਿ ਮੈਂ 2 ਕਲਾਸਾਂ ਪੜ੍ਹ ਲਈਆਂ, ਇੱਥੋਂ ਹਿੱਲਣਾ ਹੀ ਨਹੀਂ ਗਾ। ਪਰ ਪ੍ਰੋਬਲਮ ਇਹੋ ਹੀ ਆ ਕਿ ਸਾਨੂੰ ਸ਼ਰਨ ਜਿਹੜੀ ਉਹ ਬ੍ਰਹਮ ਦੇ ਵਿੱਚ ਲੈਣੀ ਪੈਣੀ ਆ, ਕਿਉਂਕਿ ਉਹ ਉਧਰ ਹੀ ਆਪਣੀ ਗਤੀ ਕੀਤੀ ਜਿਹੜੀ ਆਪਣੇ ਜੀਵਨ ਨੂੰ ਉੱਚਾ ਕਰਦੀ ਹੈ। ਹਾਂਜੀ ਨਜਾ ਸਾਹਿਬ, ਬਿਲਕੁਲ ਠੀਕ ਹੈ ਜੀ। ਉਹ ਪਰ ਕਿਉਂਕਿ ਉਹ ਪਰਮਾਤਮਾ ਜਿਹੜਾ ਹੈਗਾ ਨਿਰਾਸ ਆਸ ਕਰਨ, ਨਿਰਾਸ਼ ਜਿਹੜਾ ਨਿਰਾਸ਼ਾ ਬੰਦਾ ਹੈ, ਜਿਹਨੂੰ ਕੋਈ ਆਸ ਹੀ ਨਹੀਂ ਹੈ ਵਿਚਾਰ ਨੂੰ, ਕਹਿੰਦੇ ਉਹਨੂੰ ਆਸ ਦੇਣ ਵਾਲਾ ਹੈ ਮਾਲਕ ਪਰਮਾਤਮਾ। ਸਗਲ ਅਰਥ ਆਲੈ, ਕਹਿੰਦੇ ਉਹਦੇ ਕੋਲ ਸਾਰੇ ਪਦਾਰਥ ਹੈਗੇ, ਸਾਰੇ ਪਦਾਰਥਾਂ ਦਾ ਘਰ ਹੈਗਾ। ਆਲੈ ਕਹਿੰਦੇ ਘਰ। ਗੁਣ ਨਿਧਾਨ, ਉਹ ਗੁਣਾਂ ਦਾ ਖਜ਼ਾਨਾ ਹੈਗਾ। ਸਿਮਰੰਤ ਨਾਨਕ ਸਗਲ ਜਾਚੰਤ ਜਾਚਕੈ, ਸਾਰੇ ਕਹਿੰਦੇ ਜਾਚਨਾ ਕਰਦੇ ਆ, ਕਹਿੰਦੇ ਜਿਹੜੇ ਉਹਦਾ ਸਿਮਰਨ ਕਰਦੇ ਆ ਨਾ, ਤੇ ਉਹ ਮਾਲਕ ਪਰਮਾਤਮਾ ਦੀ ਜਾਚਨਾ ਕਰਦੇ ਆ, ਮਾਲਕ ਪਰਮਾਤਮਾ ਤੋਂ ਮੰਗਦੇ ਆ। ਕਹਿੰਦੇ ਉਹ ਦਿੰਦਾ ਹੈ। ਜਾਚਕ ਬਣ ਕੇ ਜਾਚਨਾ ਕਰ, ਮੰਗਤਾ ਬਣ ਕੇ, ਹੈਂਕੜਬਾਜ਼ ਨਾ ਬਣੀ, ਤੇ ਆਪਣੇ ਆਪ ਨੂੰ ਨੀਵਾਂ ਰੱਖੇਗਾ ਤੇ ਮਿਲ ਜਾਏਗਾ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਹਾਂਜੀ ਜੀ ਸਭ ਅੱਗੇ ਬੋਲੋ ਜੀ। ਹਾਂਜੀ, ਕਹਿੰਦੇ ਉਹ ਨਿਰਾਸ ਆਸ ਕਰਨ, ਨਿਰਾਸ਼ ਨੂੰ ਆਸ ਕਰ ਦਿੰਦਾ ਹੈ ਮਾਲਕ ਪਰਮਾਤਮਾ। ਨਿਰਾਸ਼ ਬੰਦਾ ਜਿਹੜਾ ਹੈਗਾ ਉਹਨੂੰ ਤਰੱਕੀ ਦੇ ਦਿੰਦਾ ਹੈ। ਸਗਲ ਅਰਥ ਆਲੈ, ਸਾਰੇ ਜਿਹੜੇ ਹੈਗੇ ਸਾਰੇ ਪਦਾਰਥਾਂ ਦਾ ਜਿਹੜਾ ਹੈਗਾ ਉਹ ਘਰ ਹੈਗਾ। ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ ਹੈਗਾ। ਸਿਮਰੰਤ ਨਾਨਕ, ਉਹਨੂੰ ਮਾਲਕ ਪਰਮਾਤਮਾ ਨੂੰ ਸਿਮਰਨ ਜਿਹੜਾ ਕਰਦੇ ਆ, ਜਾਚਨਾ ਕਰਦੇ ਆ ਮਾਲਕ ਦੇ ਕੋਲ। ਸਗਲ ਜਾਚੰਤ ਜਾਚਕੈ, ਇਸ ਤਰੀਕੇ ਦੇ ਨਾਲ ਸਾਰੇ ਜਿਹੜੇ ਹੈਗੇ ਪਦਾਰਥ ਮਾਲਕ ਪਰਮਾਤਮਾ ਤੋਂ ਲੈ ਲੈਂਦੇ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਬ੍ਰਹਮ ਦੀ ਭਗਤੀ ਦੀ ਗੱਲ ਕਰਦੇ ਆ। ਜਿਹੜਾ ਵੀ ਬੰਦਾ, ਹੁਣ ਤੁਸੀਂ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜੇਕਰ ਕਿਸੇ ਮੂਰਤੀ ਨੂੰ, ਕਿਸੇ ਗੁਰੂ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਤੁਸੀਂ ਧਿਆਉਣ ਦੇ ਜੋ, ਉਹਦਾ ਸਿਮਰਨ ਕਰਨ ਦੇ ਜੋ, ਇਹ ਬਾਣੀ ਕਿ ਉਹ ਚੀਜ਼ ਲਈ ਮਨਾ ਕੀਤਾ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਬਿਲਕੁਲ ਬੱਚਿਆਂ ਦੀ ਗੱਲ ਨਹੀਂ ਕਰਨੀ। ਉਹ ਕੁੜੀ ਸੀ, ਮੈਨੂੰ ਕਹਿੰਦੀ ਵੀਰ ਜੀ ਨਾ ਮੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਬਹੁਤ ਪਿਆਰ ਹੈ, ਉਹ ਪਰਮੇਸ਼ਰ ਹੀ ਸਨ, ਪਰਮਾਤਮਾ ਹੀ ਸਨ। ਮੈਂ ਠੀਕ ਹੈ, ਗੁਰੂ ਨਾਨਕ ਪਾਤਸ਼ਾਹ ਜੀ ਉਹ ਬ੍ਰਹਮ ਨਹੀਂ ਸਨ। ਆਪ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ।
ਮੈਂ ਉਹਨਾਂ ਨੇ ਇੱਕ ਆਪਣਾ ਮਾਰਗ ਦਰਸ਼ਨ ਕੀਤਾ, ਸਾਨੂੰ ਸੁਣਾ ਦਿੱਤਾ। ਇੱਕ ਪੈਗੰਬਰ ਹੁੰਦੇ ਨੇ, ਮੈਂ ਬਾਣੀ ਵਿੱਚ ਇਹ ਚੀਜ਼ ਖਾਸ ਕਰਕੇ ਲਿਖੀ ਗਈ ਆ, ਰੂਪ ਨਾ ਰੰਗ ਨਾ ਰੇਖ, ਠੀਕ ਹੈ ਨੀ ਜੀ ਸਾਹਿਬ? ਰੂਪ ਨਾ ਰੰਗ ਨਾ ਰੇਖ, ਕਿਸ ਤ੍ਰੈ ਗੁਣ ਤੇ ਪ੍ਰਾਪਿਨ, ਤਿਸੇ ਪੁਜਾਏ ਨਾਨਕਾ ਜਿਸ ਹੋਵੇ ਸੁਪਰਸੰਨ। ਹਾਂ, ਮੈਂ ਇੱਥੇ ਬਾਣੀ ਚ ਖੁਦ ਕਹਿੰਦੇ ਕੋਈ ਸ਼ਿਵ ਜੀ ਪਰਮਾਤਮਾ ਨਹੀਂ ਹੈਗਾ, ਉਹ ਸ਼ਿਵ ਜੀ ਆ। ਸ਼ਿਵ ਇੱਕ ਸ਼ਕਤੀ ਆ। ਉਸ ਤੋਂ ਬਾਅਦ ਕ੍ਰਿਸ਼ਨ ਜਾਂ ਭਗਵਾਨ ਕਹਿ ਲਓ ਜਾਂ ਮਹਾਤਮਾ ਬੁੱਧ ਕਹਿ ਲਓ ਜਾਂ ਹੋਰ ਜਿੰਨੇ ਵੀ ਲਾੜੋ ਬਾਣੀ ਚ ਉਹਨਾਂ ਦਾ ਵਰਣਨ ਕੀਤਾ, ਪਰ ਉਹਨਾਂ ਨੇ ਕਿਹਾ ਨਾ ਕਿ ਤੁਸੀਂ ਉਹਨਾਂ ਦੀ ਭਗਤੀ ਨਹੀਂ ਜੋ ਕਰਨੀ, ਤੁਸੀਂ ਬ੍ਰਹਮ ਦੀ ਭਗਤੀ ਕਰਨੀ ਆ, ਪਰਮਾਤਮਾ ਦੀ। ਕਿਹੜਾ ਪਰਮਾਤਮਾ ਹੈ? ਜਿੰਨੇ ਸਾਰਾ ਸੰਸਾਰ ਰਚਿਆ ਹੈ। ਬਿਲਕੁਲ, ਕੋਈ ਇਨਸਾਨ ਨਹੀਂ ਹੈਗਾ। ਹਾਂ ਗੋਰਖੀ ਸਾਹਿਬ ਦੇ ਸਿੰਪਲ ਜੀ ਗੱਲ ਹੈਗੀ, ਦੇਖੋ ਜੇ ਆਪਾਂ ਕਹੀਏ ਗੁਰੂ ਨਾਨਕ ਸਾਹਿਬ ਜਿਹੜੇ ਸ਼ਰੀਰੀ ਸੀਗੇ ਤੇ ਫਿਰ ਜਿਹੜਾ ਹੈਗਾ ਫਿਰ ਕਿਵੇਂ ਉਹ ਤਾਂ ਪ੍ਰਕਿਰਤੀ ਤੋਂ ਤਾਂ ਉੱਪਰ ਉੱਠ ਗਏ ਸੀਗੇ, ਉਹ ਤਾਂ ਬ੍ਰਹਮ ਚ ਲੀਨ, ਬ੍ਰਹਮ ਦੇ ਵਿੱਚ ਲੀਨ ਹੋ ਚੁੱਕੇ ਆ, ਤੇ ਬ੍ਰਹਮ ਦੀ ਤਾਂ ਭਗਤੀ ਕਰਨੀ ਆ ਆਪਾਂ। ਤਾਂ ਉਹਨਾਂ ਦਾ ਸਰੀਰ ਤਾਂ ਹੈ ਹੀ ਨਹੀਂ ਜਿਹਦੀ ਭਗਤੀ ਕਰ ਲਾਂਗੇ ਆਪਾਂ, ਉਹ ਆਕਾਰ ਤਾਂ ਹੈ ਹੀ ਨਹੀਂ। ਹਾਂ ਹਾਂ, ਉੱਥੇ ਆਕਾਰ ਦਾ ਭਗਤ ਨਿਜਾ ਸਾਹਿਬ ਪਤਾ ਕੀ ਆ, ਜਦੋਂ ਆਪਾਂ ਕਿਸੇ ਆਪਾਂ ਦੇਵੀ ਦੇਵਤੇ ਜਾਂ ਕਿਸੇ ਵੀ ਸੰਤ ਦੀ ਜਾਂ ਕਿਸੇ ਦੀ ਵੀ ਆਪਾਂ ਭਗਤੀ ਕਰਦੇ ਆ ਨਾ ਨਿਜਾ ਸਾਹਿਬ, ਉਹਦੇ ਨਾਲ ਕੀ ਹੁੰਦਾ, ਅਸੀਂ ਆਕਾਰ ਨਾਲ ਜੁੜ ਜਾਂਦੇ ਹਾਂ। ਬਿਲਕੁਲ, ਉੱਥੇ ਤੱਕ ਹੀ ਯਾਤਰਾ ਹੈ, ਉੱਥੇ ਤੱਕ ਹੀ ਪਹੁੰਚਾ ਸਕਦਾ ਜਿੱਥੇ ਤੱਕ ਉਹ ਆਕਾਰ ਤੱਕ ਹੀ ਜਾਵਾਂਗੇ, ਉਸ ਤੋਂ ਅੱਗੇ ਤਾਂ ਆਪਾਂ ਜਾ ਹੀ ਨਹੀਂ ਸਕਦੇ, ਭਗਤੀ ਤਾਂ ਹੋਈ ਨਹੀਂ ਫਿਰ ਵੀ। ਹਾਂ, ਆਕਾਰ ਜਿਹੜਾ ਹੈਗਾ ਨਿਜਾ ਸਾਹਿਬ ਉਹ ਵੈਸੇ ਵੀ ਮਨ ਦੀ ਸਾਧਨਾ ਹੈ, ਉਹ ਕੋਈ ਸੁਰਤੀ ਦੀ ਸਾਧਨਾ ਨਹੀਂ ਹੈਗੀ। ਬਿਲਕੁਲ, ਵੀਰ ਜੀ ਖੁਦ ਹੀ ਮਨਾ ਕਰਕੇ ਗਏ ਹੈ ਨਾ, ਵੀਰ ਜੀ ਖੁਦ ਹੀ ਮਨਾ ਕਰਕੇ ਗਏ ਹੈ ਗੁਰੂ ਨਾਨਕ ਸਾਹਿਬ ਕਿ ਵੀ ਇਹ ਕੰਮ ਨਹੀਂ ਕਰਨਾ। ਬਿਲਕੁਲ, ਹਾਂ, ਬਾਣੀ ਤੇ ਇਹ ਚੀਜ਼ ਚੰਗੀ ਤਰ੍ਹਾਂ ਸਮਝਾ ਕੇ ਗਈ ਆ, ਪਰ ਅਗਲੇ ਬੰਨੇ ਕਨਵੇ ਨਹੀਂ ਨਾ ਹੋਈ ਪ੍ਰੋਪਰਲੀ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਕਨਵੇ ਕਰਨਗੇ ਤੇ ਫਿਰ ਰੌਲਾ ਪੈਂਦਾ ਨਾ, ਫਿਰ ਬ੍ਰਹਮ ਨਿਰਗੁਣ ਬ੍ਰਹਮ ਦੀ ਭਗਤੀ ਕਰਨੀ ਬੜੀ ਔਖੀ ਆ, ਉਧਰ ਕੋਈ ਜਾਂਦਾ ਨਹੀਂ। ਤੇ ਪੁਜਾਰੀਆਂ ਦਾ ਧੰਦਾ ਬੰਦ ਹੋ ਜਾਂਦਾ ਨਾ ਵੀਰ ਜੀ। ਆਹ ਤੇ ਉਹ ਫਿਰ ਰੂਪ ਦੀ ਪੂਜਾ ਕਰਨੀ ਬੜੀ ਆਸਾਨ ਆ। ਉਹ ਤੇ ਮੈਂ ਵੀ ਕਹਿ ਦੂੰਗਾ 5 ਆਪ ਇੰਨਾ ਕਾ ਪਾਠ ਪੜ੍ਹ ਲਓ, 5-6 ਮੈਂ 20 ਸ਼ਬਦਾਂ ਦਾ ਨਾਮ ਦਊਂਗਾ, ਤੁਹਾਨੂੰ ਯਾਦ ਕਰਨਾ ਵੀ ਔਖਾ ਜੇ ਹੈ। ਉਹ ਸਾਧ ਸੰਗਤ ਜੀ ਇੱਥੇ ਬਾਣੀ ਦੇ ਵਿੱਚ ਇਹ ਸਮਝਾਇਆ ਗਿਆ ਵਾ ਕਿ ਭਰਮ ਤੋਂ ਆਪਣੇ ਆਪ ਨੂੰ ਮੁਕਤ ਕਰਨਾ ਹੈ। ਠੀਕ ਹੈ ਨਿੱਜਰ ਸਾਹਿਬ, ਅੱਜ ਦੀ ਵਿਚਾਰ ਫਿਰ ਠੀਕ ਹੈ ਜੀ, ਬਿਲਕੁਲ ਬਹੁਤ ਵਧੀਆ ਗੋਗੀ ਸਾਹਿਬ। ਚਲੋ ਅਗਿਆਨ ਨਿੱਜਰ ਸਾਹਿਬ ਸਾਧ ਸੰਗਤ ਜੀ ਨੂੰ ਦੱਸ ਦਿਆ ਕਰੋ, ਅਸੀਂ ਗਿਆਨ ਦੇ ਬਾਰੇ ਗੱਲ ਨਹੀਂ ਕਰ ਸਕਦੇ, ਅਸੀਂ ਆ ਭਰਮ ਦੇ ਬਾਰੇ ਦੱਸ ਸਕਦੇ ਹਾਂ ਤੁਹਾਨੂੰ ਕਿ ਨਕਲੀ ਕੀ ਹੈ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਬਈ ਨਕਲੀ ਚੀਜ਼ ਜਿਹੜੀ ਹੈ ਛਡਾ ਸਕਦੇ ਹਾਂ, ਬਾਕੀ ਰਹਿਤ ਤੁਹਾਡੇ ਕੋਲ ਅਸਲੀ ਤਾਂ ਤੁਸੀਂ ਹੈਗੇ ਹੋ, ਅਸਲੀ ਰਹਿ ਜਾਣਾ ਬਸ। ਹਾਂ, ਇਸ ਲਈ ਕਹਿੰਦਾ ਪਰਮਾਤਮਾ ਕੀ ਹੈ ਉਹ ਤੇ ਨਹੀਂ ਮੈਂ ਦੱਸ ਸਕਦਾ, ਹਾਂ ਕੀ ਪਰਮਾਤਮਾ ਨਹੀਂ ਆ ਉਹ ਅਸੀਂ ਜ਼ਰੂਰ ਦੱਸ ਸਕਦੇ ਹਾਂ ਤੁਹਾਨੂੰ, ਇੰਨਾ ਤੁਹਾਡਾ ਅਸੀਂ ਹੈਲਪ ਕਰ ਸਕਦੇ ਤੇ ਤਾਂ ਜੋ ਭਰਮ ਖਤਮ ਹੋ ਜਾਏ। ਬਾਣੀ ਚ ਇਹੋ ਕਿਹਾ ਗਿਆ। ਓਕੇ ਜੀ, ਹਾਂਜੀ, ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰੀਏ। ਹਾਂਜੀ ਬੇਟਾ, ਬਹੁਤ ਵਧੀਆ।